ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਹੈਲੋ एवरीवन, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਲਾਸਟ ਲੈਕਚਰ ਨੂੰ ਹੀ ਕੰਟੀਨਿਊ ਕਰ ਰਹੇ ਹਾਂ। ਲਾਸਟ ਲੈਕਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਸੋਸ਼ੀਓ ਰਿਲੀਜੀਅਸ ਮੂਵਮੈਂਟਸ ਨੂੰ ਡਿਸਕਸ ਕੀਤਾ ਸੀ। ਸੋਸ਼ੀਓ ਰਿਲੀਜੀਅਸ ਮੂਵਮੈਂਟਸ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਰਾਜਾ ਰਾਮ ਮੋਹਨ ਰਾਏ ਤੋਂ, ਬ੍ਰਹਮੋ ਸਮਾਜ ਬਾਰੇ ਪੜਿਆ ਸੀ। ਉਸ ਤੋਂ ਬਾਅਦ ਆਪਾਂ ਯੰਗ ਬੰਗਾਲ ਮੂਵਮੈਂਟ ਦੇ ਬਾਰੇ ਪੜਿਆ ਸੀ। ਨੈਕਸਟ ਆਪਾਂ ਦੇਖਦੇ ਹਾਂ ਜੀ ਅਲੱਗ-ਅਲੱਗ ਹੋਰ ਮੂਵਮੈਂਟਸ ਜਿਹੜੀਆਂ ਹੋਣਗੀਆਂ ਸੋਸ਼ੀਓ ਰਿਲੀਜੀਅਸ ਮੂਵਮੈਂਟਸ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਆਰੀਆ ਸਮਾਜ। ਹੁਣ ਥੋੜਾ ਜਿਹਾ ਲਾਸਟ ਲੈਕਚਰ ਨੂੰ ਆਪਾਂ ਰਿਵਾਈਜ਼ ਕਰਦੇ ਹਾਂ। ਆਪਾਂ ਕੱਲ ਦੇ ਲੈਕਚਰ ਦੇ ਵਿੱਚ ਪੜ ਚੁੱਕੇ ਹਾਂ ਕਿ ਕੁਝ ਜਿਹੜੇ ਹੋਣਗੇ ਰਿਫਾਰਮਿਸਟ ਉਹਨਾਂ ਨੂੰ ਆਪਾਂ ਰਿਵਾਈਵਲਿਸਟ ਕਵਾਂਗੇ, ਕੁਝ ਨੂੰ ਕੀ ਕਵਾਂਗੇ ਆਪਾਂ ਰਿਫਾਰਮਿਸਟ ਕਵਾਂਗੇ। ਰਿਫਾਰਮਿਸਟ ਹੋਣਗੇ ਜਿਹੜੇ ਆਪਣੇ ਹੀ ਧਰਮ ਨੂੰ ਕਹਿਣਗੇ ਕਿ ਠੀਕ ਹੈ ਇਹਦੇ ਵਿੱਚ ਕੁਝ ਆਪਾਂ ਕਹਿ ਸਕਦੇ ਹਾਂ ਕਮੀਆਂ ਪੇਸ਼ੀਆਂ ਨੇ, ਉਸ ਨੂੰ ਰਿਫਾਰਮ ਕੀਤਾ ਜਾਏ। ਪਰ ਕੁਝ ਹੋਣਗੇ ਰਿਵਾਈਵਲਿਸਟ ਜੋ ਕਹਿਣਗੇ ਕਿ ਨਹੀਂ, ਜਿਹੜਾ ਇਸ ਟਾਈਮ ਪ੍ਰੈਜ਼ੈਂਟ ਡੇ ਜਿਹੜਾ ਕੁਝ ਆਪਾਂ ਕਹਿ ਰਹੇ ਹਾਂ ਚੱਲ ਰਿਹਾ ਇਹ ਸਾਡਾ ਨਹੀਂ ਹੈਗਾ, ਸਾਡਾ ਜਿਹੜਾ ਵੀ ਧਰਮ ਸੀਗਾ ਉਹ ਬੈਕਐਂਡ ਤੇ ਕਿਤੇ ਪਿੱਛੇ ਰਹਿ ਗਿਆ ਸੀ, ਉਹਨੂੰ ਲੈ ਕੇ ਆਵਾਂਗੇ, ਉਹ ਸਾਡਾ ਅਸਲੀ ਪਿਓਰ ਧਰਮ ਹੈ। ਠੀਕ ਹੈ ਜੀ। ਜੇ ਆਪਾਂ ਗੱਲ ਕਰਾਂਗੇ ਰਾਜਾ ਰਾਮ ਮੋਹਨ ਰਾਏ ਦੀ, ਉਹ ਰਿਫਾਰਮਿਸਟ ਸੀਗੇ। ਉਹਨਾਂ ਨੇ ਨਹੀਂ ਕਿਹਾ ਕਿ ਪਿੱਛੋਂ ਦੀ ਕੁਝ ਲੈ ਕੇ ਆਵਾਂਗੇ, ਨਹੀਂ, ਉਹਨਾਂ ਨੇ ਕਿਹਾ ਕਿ ਜੋ ਚੱਲ ਰਿਹਾ ਇਹਦੇ ਵਿੱਚ ਹੀ ਕਿਤੇ ਨਾ ਕਿਤੇ ਕੁਝ ਗੜਬੜ ਹੈ, ਉਹਨੂੰ ਠੀਕ ਕੀਤਾ ਜਾਏ। ਜੇ ਆਪਾਂ ਗੱਲ ਕਰਾਂਗੇ ਆਰੀਆ ਸਮਾਜ ਦੀ ਤਾਂ ਸਭ ਤੋਂ ਪਹਿਲੀ ਚੀਜ਼ ਯਾਦ ਰੱਖਿਓ, ਆਰੀਆ ਸਮਾਜ ਕਿਹਨਾਂ ਨੇ ਐਸਟੈਬਲਿਸ਼ ਕੀਤਾ ਸੀ? ਆਰੀਆ ਸਮਾਜ ਵਾਸ ਐਸਟੈਬਲਿਸ਼ਡ ਬਾय ਸਵਾਮੀ ਦਇਆਨੰਦ। ਤੇ ਸਵਾਮੀ ਦਇਆਨੰਦ ਨੇ ਆਰੀਆ ਸਮਾਜ ਐਸਟੈਬਲਿਸ਼ ਕੀਤਾ ਤੇ ਇਹ ਮੂਵਮੈਂਟ ਕਿਹੜੀ ਸੀ? ਇਹ ਰਿਵਾਈਵਲਿਸਟ ਮੂਵਮੈਂਟ ਸੀ, ਇਹ ਰਿਫਾਰਮਿਸਟ ਮੂਵਮੈਂਟ ਨਹੀਂ ਸੀ। ਰਿਵਾਈਵਲਿਸਟ ਦਾ ਮਤਲਬ ਰਿਵਾਈਵ ਕੀਤਾ ਜਾ ਰਿਹਾ ਹੈ। ਕਿਹਨੂੰ ਰਿਵਾਈਵ ਕੀਤਾ ਜਾ ਰਿਹਾ ਹੈ? ਇਹ ਰਿਵਾਈਵ ਕੀਤਾ ਜਾ ਰਿਹਾ ਪੁਰਾਣੇ ਹਿੰਦੂਇਜ਼ਮ ਨੂੰ। ਕਿਹੜੇ ਹਿੰਦੂਇਜ਼ਮ ਨੂੰ? ਕਿਹੜਾ ਕਲਚਰ ਇਹ ਕਹਿ ਰਹੇ ਸੀਗੇ ਦਇਆਨੰਦ ਸਰਸਵਤੀ? ਤਾਂ ਦੇਖੋ ਜੀ, ਇਹ ਕਹਿ ਰਹੇ ਨੇ ਕਿ ਜਿਹੜਾ ਅਰਲੀ ਵੈਦਿਕ ਕਲਚਰ ਹੈ ਸਾਡਾ, ਜਦੋਂ ਆਰੀਅਨਸ ਆਣਗੇ ਤਾਂ ਉਹਨਾਂ ਦੇ ਨਾਲ ਹੀ ਅਰਲੀ ਵੈਦਿਕ ਕਲਚਰ ਆਏਗਾ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਰਿਗਵੇਦ ਲਿਖਿਆ ਗਿਆ ਹੈ। ਇਹ ਕਹਿਣਗੇ ਕਿ ਉਹ ਵਾਲੀ ਸੁਸਾਇਟੀ ਜਿਹੜੀ ਹੈ, ਜੋ ਉਸ ਟਾਈਮ ਸੁਸਾਇਟੀ ਸੀਗੀ ਜਿਸ ਦੇ ਵਿੱਚ ਸਤੀ ਪ੍ਰਥਾ ਨਹੀਂ ਸੀ, ਜਿਹਦੇ ਵਿੱਚ ਮੈਨ ਵੀਮਨ ਜਿਹੜੇ ਸੀਗੇ ਇਕੁਅਲ ਸੀ, ਉਹ ਸਾਰੀ ਸੁਸਾਇਟੀ ਨੂੰ ਵਾਪਿਸ ਲੈ ਕੇ ਆਉਣ ਦੀ ਲੋੜ ਹੈ। ਉਹ ਸਾਡਾ ਅਸਲੀ ਧਰਮ ਸੀ ਜਿਹੜਾ ਇਸ ਟਾਈਮ ਚੱਲਦਾ ਹੈ। ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਕੀ ਹੈ, ਕਰਪਸ਼ਨ ਹੈ। ਕਲੀਅਰ? ਚਲੋ ਜੀ, ਯਾਦ ਰੱਖਿਓ ਸਭ ਤੋਂ ਪਹਿਲਾਂ ਦਇਆਨੰਦ ਸਰਸਵਤੀ, ਆਰੀਆ ਸਮਾਜ ਕਿਵੇਂ ਦੀ ਮੂਵਮੈਂਟ ਹੈ? ਰਿਫਾਰਮਿਸਟ ਮੂਵਮੈਂਟ ਨਹੀਂ ਹੈਗੀ, ਹੈ ਰਿਵਾਈਵਲਿਸਟ ਮੂਵਮੈਂਟ ਹੈ। ਕਿਉਂ ਆ ਰਹੀ ਹੈ ਰਿਵਾਈਵਲਿਸਟ ਮੂਵਮੈਂਟ? ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਬ੍ਰਿਟਿਸ਼ਰਸ ਨੇ ਉਹ ਲੋਕਾਂ ਨੂੰ ਕ੍ਰਿਸਚੀਅਨਿਟੀ ਦੇ ਵਿੱਚ ਕਨਵਰਟ ਕਰ ਰਹੇ ਨੇ। ਆਪਾਂ ਪੜ੍ਹ ਚੁੱਕੇ ਹਾਂ ਕਿ ਬ੍ਰਿਟਿਸ਼ਰਸ ਨੇ ਤਾਂ ਚਾਰਟਰ ਐਕਟ ਦੇ ਵਿੱਚ ਵੀ ਲਿਖਤਾ ਸੀ ਕਿ ਕ੍ਰਿਸਚੀਅਨ ਮਿਸ਼ਨਰੀਜ਼ ਨੂੰ ਅਲਾਉ ਕੀਤਾ ਜਾਏ। ਹੁਣ ਜੇ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਤੁਹਾਡੇ ਹੀ ਕੁਝ ਆਪਾਂ ਕਹਿ ਸਕਦੇ ਧਰਮ ਦੇ ਲੋਕ ਜਿਹੜੇ ਨੇ ਦੂਜੇ ਧਰਮ ਦੇ ਵਿੱਚ ਜਾ ਰਹੇ ਨੇ, ਕ੍ਰਿਸਚੀਅਨਿਟੀ 'ਚ ਜਾ ਰਹੇ ਨੇ, ਕੋਈ ਵੀ ਵਜ੍ਹਾ ਹੋਵੇ, ਜਿੰਨੇ ਮਰਜ਼ੀ ਲਾਲਚ ਬ੍ਰਿਟਿਸ਼ਰ ਜਿਹੜੇ ਨੇ ਦੇ ਰਹੇ ਹੋਣ, ਪਰ ਕਿਤੇ ਨਾ ਕਿਤੇ ਤਾਂ ਅੰਦਰੋਂ ਦੀ ਇੱਕ ਆਵਾਜ਼ ਆਏਗੀ ਕਿ ਇਹ ਹੈਗੇ ਤਾਂ ਸਾਡੇ ਹੀ ਧਰਮ ਦੇ ਸੀ, ਇਹਨਾਂ ਨੂੰ ਵਾਪਿਸ ਲੈ ਕੇ ਆਉਣ ਦੀ ਲੋੜ ਹੈ। ਕਿਉਂ ਜਾ ਰਹੇ ਨੇ ਸਾਡੇ ਧਰਮ ਛੱਡ ਕੇ? ਕਿਉਂਕਿ ਬ੍ਰਿਟਿਸ਼ਰ ਦਿਖਾ ਰਹੇ ਨੇ, ਅੰਗਰੇਜ਼ ਦਿਖਾ ਰਹੇ ਨੇ ਕਿ ਇਸ ਧਰਮ ਦੇ ਵਿੱਚ ਜਿਹੜੇ ਤੁਸੀਂ ਪਹਿਲਾਂ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਕੀ ਨੇ, ਗਲਤ ਚੀਜ਼ਾਂ ਚੱਲ ਰਹੀਆਂ। ਤਾਂ ਆਪਾਂ ਨੂੰ ਚਾਹੀਦਾ ਕੀ ਹੈ? ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਾਪਿਸ ਕਿਵੇਂ ਲੈ ਕੇ ਆਵਾਂਗੇ? ਜਿਹੜੇ ਧਰਮ ਨੂੰ ਛੱਡ ਕੇ ਜਾ ਰਹੇ ਨੇ ਉਸ ਨੂੰ ਹੀ ਕਲੀਅਰ ਕੀਤਾ ਜਾਏ, ਉਸ ਨੂੰ ਹੀ ਰਿਵਾਈਵ ਕੀਤਾ ਜਾਏ। ਇਹ ਸੀਗੀ ਆਰੀਆ ਸਮਾਜ ਵਾਲੀ ਮੂਵਮੈਂਟ। ਠੀਕ ਹੈ ਜੀ। ਜੇ ਗੱਲ ਕਰਾਂਗੇ ਕਿਉਂ ਹੋਈ ਸੀ ਇਹ ਸ਼ੁਰੂ, ਤਾਂ ਇਟ ਰਿਪਰੈਜ਼ੈਂਟਡ ਅ ਰਿਐਕਸ਼ਨ ਅਗੇਂਸਟ ਦੀ ਵੈਸਟਰਨ ਆਈਡੀਆਜ਼ ਐਂਡ ਕ੍ਰਿਸਚੀਅਨਿਟੀ ਇਨ ਦੀ ਇੰਡੀਅਨ ਸੋਸਾਇਟੀ। ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ। ਹੁਣ ਆਪਣੇ ਹੀ ਜੋ ਆਪਾਂ ਕਹਿ ਸਕਦੇ ਕਿ ਜਿਹੜੇ ਲੋਕੀ ਨੇ ਸਾਡਾ ਧਰਮ ਛੱਡ ਕੇ ਕਿਉਂ ਜਾ ਰਹੇ ਨੇ? ਕਿਉਂਕਿ ਇਸ ਧਰਮ ਦੇ ਵਿੱਚ ਕਿਤੇ ਨਾ ਕਿਤੇ ਕੁਝ ਕੀ ਨੇ, ਈਵਲ ਪ੍ਰੈਕਟਿਸਿਸ ਨੇ, ਗਲਤ ਚੀਜ਼ਾਂ ਚੱਲ ਰਹੀਆਂ। ਤਾਂ ਕੀ ਆਪਾਂ ਅੱਖਾਂ ਬੰਦ ਕਰਕੇ ਉਹਨਾਂ ਨੂੰ ਕਵਾਂਗੇ ਕਿ ਨਹੀਂ ਇਹ ਗਲਤ ਨਹੀਂ ਹੈਗੀਆਂ? ਤਾਂ ਉਹ ਵਾਪਿਸ ਕਿਉਂ ਆਣਗੇ ਲੋਕੀ? ਆਪਾਂ ਅੰਗਰੇਜ਼ਾਂ ਨੂੰ ਕਿਵੇਂ ਕਵਾਂਗੇ ਕਿ ਨਹੀਂ ਤੁਸੀਂ ਗਲਤ ਕਹਿ ਰਹੇ ਹੋ? ਬ੍ਰਿਟਿਸ਼ਰ ਕਹਿਣਗੇ ਕਿ ਦੇਖੋ ਜੀ ਸਤੀ ਪ੍ਰਥਾ ਤੁਹਾਡੇ ਤੇ ਹੋ ਰਹੀ ਹੈ, ਕੁੜੀਆਂ ਦੀ ਮੈਰਿਜ ਛੋਟੀ ਉਮਰ 'ਚ ਤੁਸੀਂ ਕਰ ਰਹੇ ਹੋ। ਜੇ ਗੱਲ ਕਰੀਏ ਬਾਕੀ ਵੀ ਛੋਟੇ ਮੋਟੇ ਆਪਾਂ ਕਹਿ ਸਕਦੇ ਕਿ ਅਨਵਾਂਟਿਡ ਰਿਚੁਅਲਸ ਜਿਹੜੇ ਨੇ, ਐਵੇਂ ਹੀ ਆਪਾਂ ਕਹਿ ਸਕਦੇ ਕਿ ਜਿਹੜੀਆਂ ਪ੍ਰਚਲਿਤ ਪ੍ਰਥਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ, ਕਿਉਂ ਚੱਲ ਰਹੀਆਂ ਨੇ? ਉਹਨਾਂ ਸਾਰਿਆਂ ਨੂੰ ਕੀ ਕਰਨਾ ਪਏਗਾ? ਬੰਦ ਕਰਨਾ ਪਏਗਾ। ਤਾਂ ਉਹੀ ਸੇਮ ਚੀਜ਼ ਆਪਾਂ ਦੇਖਾਂਗੇ ਆਰੀਆ ਸਮਾਜ ਦੇ ਵਿੱਚ ਸ਼ੁਰੂ ਹੋਏਗੀ। ਇਹ ਕੀ ਕਰਨਗੇ? ਕ੍ਰਿਟਿਸਾਈਜ਼ ਕਰਨਗੇ ਈਵਲ ਪ੍ਰੈਕਟਿਸਿਸ ਲਾਈਕ ਆਈਡੋਲਟਰੀ, ਪੋਲੀਥੀਜ਼ਮ। ਪੋਲੀਥੀਜ਼ਮ ਦਾ ਮਤਲਬ ਬਹੁਤ ਜ਼ਿਆਦਾ ਭਗਵਾਨਾਂ ਨੂੰ ਮੰਨਣਾ। ਠੀਕ ਹੈ ਜੀ। ਅਲੱਗ ਰੱਬ ਨੂੰ ਮੰਨਣਾ। ਜੇ ਗੱਲ ਕਰੀਏ ਬਿਲੀਫ ਇਨ ਮੈਜਿਕ ਐਂਡ ਚਾਰਮਸ, ਮੈਜਿਕ ਐਂਡ ਚਾਰਮਸ ਜਿਵੇਂ ਕਾਲਾ ਜਾਦੂ ਹੋ ਗਿਆ, ਇਹਨਾਂ ਸਭ ਨੂੰ ਕੀ ਕੀਤਾ ਜਾਏਗਾ? ਜੇ ਗੱਲ ਕਰਾਂਗੇ ਕੰਡੈਮ ਕੀਤਾ ਜਾਏਗਾ। ਉਸ ਤੋਂ ਬਾਅਦ ਜੇ ਗੱਲ ਕਰਾਂਗੇ ਕੰਡੈਮ ਕਿਹਨੂੰ ਕੀਤਾ ਜਾ ਰਿਹਾ, ਤਾਂ ਦੇਖੋ ਜੀ ਕਾਸਟ ਸਿਸਟਮ ਨੂੰ ਕੀਤਾ ਜਾ ਰਿਹਾ ਹੈ। ਕਾਸਟ ਸਿਸਟਮ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਕਿ ਇੱਕ ਬਹੁਤ ਜ਼ਿਆਦਾ ਚੀਜ਼ ਚੱਲਦੀ ਹੈ ਕਿ ਜਿਹੜੇ ਬ੍ਰਾਹਮਣ ਹੋਣਗੇ, ਜਿਹੜੀ ਪ੍ਰੀਸਟਲੀ ਕਲਾਸ ਹੈ ਉਹ ਕਹੇਗੀ ਕਿ ਅਸੀਂ ਤੇ ਭਗਵਾਨ ਅਸੀਂ ਕੀ ਆ ਕਿ ਆਪਾਂ ਕਹਿ ਸਕਦੇ ਲਿੰਕ ਆ। ਜੇ ਤੁਸੀਂ ਰੱਬ ਕੋਲ ਜਾਣਾ ਤੇ ਜਿਹੜੇ ਆਪਾਂ ਕਹਿ ਸਕਦੇ ਕਿ ਪ੍ਰੀਸਟ ਹੋਣਗੇ, ਮੰਦਿਰ ਦੇ ਪੁਜਾਰੀ ਹੋਣਗੇ, ਕਹਿਣਗੇ ਕਿ ਸਾਡੇ ਥਰੂ ਹੀ ਤੁਸੀਂ ਰੱਬ ਨੂੰ ਮਿਲ ਸਕਦੇ ਹੋ। ਤਾਂ ਆਰੀਆ ਸਮਾਜ ਵਾਲੇ ਇਸ ਚੀਜ਼ ਨੂੰ ਵੀ ਕੀ ਕਰਨਗੇ? ਕੰਡੈਮ ਕਰਨਗੇ ਕਿ ਬ੍ਰਾਹਮਣਸ ਜਿਹੜੇ ਨੇ
ਜਿਹੜੇ ਆਪਾਂ ਕਹਿ ਸਕਦੇ ਮੰਦਿਰ ਦੇ ਵਿੱਚ ਬੈਠੇ ਨੇ ਪੁਜਾਰੀ ਨੇ, ਉਹਨਾਂ ਕੋਲ ਸਾਰੀ ਤਾਕਤ ਨਹੀਂ ਹੈਗੀ ਕਿ ਉਹ ਇੰਟਰਮੀਡੀਏਟਰੀਜ਼ ਨਹੀਂ ਹੈਗੇ ਕਿ ਤੁਸੀਂ ਰੱਬ ਕੋਲ ਪਹੁੰਚਣਾ ਤਾਂ ਸਾਡੇ ਰਸਤੇ ਹੀ ਪਹੁੰਚਣਾ ਹੈ। ਇਹਨੂੰ ਵੀ ਕੀ ਕੀਤਾ ਜਾਏਗਾ, ਕੰਡੈਮ ਕੀਤਾ ਜਾਏਗਾ। ਕੌਣ ਕਰਨਗੇ, ਯਾਦ ਰੱਖਿਓ, ਆਰਿਆ ਸਮਾਜ ਵਾਲੇ ਕਰਨਗੇ। ਕਲੀਅਰ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ, ਆਰਿਆ ਸਮਾਜ ਵਾਲੇ ਨੂੰ ਸਪੋਰਟ ਕਿਹਨੂੰ ਕਰਨਗੇ, ਵਿਮਨ ਰਾਈਟਸ ਨੂੰ ਸਪੋਰਟ ਕਰਨਗੇ। ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਹੈ ਸੁਸਾਇਟੀ ਜਿਹੜੀ ਹੈ ਆਪਣੀ ਉਹ ਇਕੁਅਲ ਲੈ ਕੇ ਆਣੀ ਪਏਗੀ ਮੈਨ ਤੇ ਵਿਮਨ ਲਈ। ਕਿਉਂ, ਕਿਉਂਕਿ ਵੈਸਟਰਨ ਕਲਚਰ ਜੇ ਤੁਸੀਂ ਦੇਖੋਗੇ ਉੱਥੇ ਮੈਨ ਤੇ ਵਿਮਨ ਇਕੁਅਲ ਨੇ, ਤੇ ਜੇ ਉਹਨਾਂ ਨਾਲ ਆਪਣੇ ਆਪ ਨੂੰ ਕੰਪੇਅਰ ਕਰੋਗੇ ਤਾਂ ਕਾਫੀ ਜ਼ਿਆਦਾ ਵਿਮਨ ਦੀ ਜਿਹੜੀ ਆਪਾਂ ਕਹਿ ਸਕਦੇ ਕਿ ਸਟੇਟਸ ਜਿਹੜਾ ਹੈਗਾ ਇੰਡੀਆ ਦੇ ਵਿੱਚ ਜੇ ਗੱਲ ਕਰਾਂਗੇ ਤਾਂ ਕਾਫੀ ਜ਼ਿਆਦਾ ਡਾਊਨ ਹੈ। ਤਾਂ ਇਹਨੂੰ ਕੀ ਕਰਨਾ ਪਏਗਾ, ਆਪਾਂ ਨੂੰ ਵਾਪਿਸ ਉੱਪਰ ਲੈ ਕੇ ਆਣਾ ਪਏਗਾ। ਸਟੇਟਸ ਜਿਹੜਾ ਵਿਮਨ ਦਾ ਉਹਨੂੰ ਅਪਲਿਫਟ ਕਰਨ ਦੀ ਜ਼ਰੂਰਤ ਹੈ। ਠੀਕ ਹੈ ਜੀ। ਤਾਂ ਦੇਖੋ ਜੀ, ਜੇ ਪੰਜਾਬ ਦੀ ਗੱਲ ਕਰੀਏ ਨਾ, ਪੇਪਰ ਵਿੱਚ ਪੁੱਛਿਆ ਕੀ ਜਾਂਦਾ ਹੈ ਤਾਂ ਆਰਿਆ ਸਮਾਜ ਤੁਹਾਨੂੰ ਪੁੱਛ ਲੈਣਗੇ ਕਿਹਨਾਂ ਨੇ ਸ਼ੁਰੂ ਕੀਤਾ। ਸਭ ਤੋਂ ਪਹਿਲੀ ਚੀਜ਼, ਕਿਹੜੀ ਜਗ੍ਹਾ ਸ਼ੁਰੂ ਹੋਇਆ, ਯਾਦ ਰੱਖ ਲਿਓ ਬੰਬੇ ਦੇ ਵਿੱਚ। ਪਲੱਸ ਮੋਸਟ ਇੰਪੋਰਟੈਂਟ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਉਹ ਇਹ ਪੁੱਛਿਆ ਜਾਂਦਾ ਸ਼ੁੱਧੀ ਮੂਵਮੈਂਟ। ਸ਼ੁੱਧੀ ਮੂਵਮੈਂਟ ਜਿਹੜੀ ਹੈ ਕਿਹੜੀ ਆਰਗੇਨਾਈਜੇਸ਼ਨ ਦੇ ਨਾਲ ਰਿਲੇਟਡ ਹੈ। ਇਸ ਤੋਂ ਬਾਅਦ ਕੁਐਸਚਨ ਨਹੀਂ ਆਂਦਾ ਆਰਿਆ ਸਮਾਜ ਦਾ ਜੀ, ਸ਼ੁੱਧੀ ਮੂਵਮੈਂਟ ਪੁੱਛ ਲੈਂਦੇ ਨੇ। ਤੁਹਾਨੂੰ ਯਾਦ ਹੋਣਾ ਚਾਹੀਦਾ ਸ਼ੁੱਧੀ ਮੂਵਮੈਂਟ ਰਾਜਾ ਰਾਮ ਮੋਹਨ ਰਾਏ ਨਹੀਂ, ਕੇਸ਼ਵ ਚੰਦਰ ਸੇਨ ਨਹੀਂ, ਯੰਗ ਬੰਗਾਲ ਮੂਵਮੈਂਟ ਨਹੀਂ, ਸਿਰਫ ਆਰਿਆ ਸਮਾਜ ਦੇ ਵਿੱਚ ਹੈ ਸ਼ੁੱਧੀ ਮੂਵਮੈਂਟ। ਇਹ ਸ਼ੁੱਧੀ ਮੂਵਮੈਂਟ ਦੇ ਵਿੱਚ ਕਰਦੇ ਕੀ ਸੀ, ਜੇ ਸ਼ੁੱਧੀ ਮੂਵਮੈਂਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਨਾਨ ਹਿੰਦੂਜ਼ ਨੂੰ ਕਨਵਰਟ ਕੀਤਾ ਜਾਂਦਾ ਸੀ ਹਿੰਦੂ ਧਰਮ ਦੇ ਵਿੱਚ। ਠੀਕ ਹੈ ਜੀ। ਜਿਹੜੇ ਆਪਾਂ ਕਹਿ ਸਕਦੇ ਕਿ ਕ੍ਰਿਸਚੀਅਨਿਟੀ ਚਲੇ ਗਏ ਸੀ ਉਹਨਾਂ ਨੂੰ ਵਾਪਸ ਆਪਣੇ ਧਰਮ ਚ ਲੈ ਕੇ ਆ ਜਾ ਰਿਹਾ, ਤਾਂ ਇਹ ਮੂਵਮੈਂਟ ਨੂੰ ਕੀ ਕਿਹਾ ਜਾਂਦਾ ਸੀ, ਇਹਨੂੰ ਕਿਹਾ ਜਾਂਦਾ ਸੀ ਸ਼ੁੱਧੀ ਮੂਵਮੈਂਟ। ਕਲੀਅਰ ਹੈ ਜੀ। ਤਾਂ ਯਾਦ ਰੱਖਿਓ ਸ਼ੁੱਧੀ ਮੂਵਮੈਂਟ ਜਿਹੜਾ ਕਿਸ ਦੇ ਨਾਲ ਰਿਲੇਟਡ ਹੈ, ਆਰਿਆ ਸਮਾਜ ਦੇ ਨਾਲ ਰਿਲੇਟਡ ਹੈ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਪ੍ਰਾਰਥਨਾ ਸਮਾਜ। ਹੁਣ ਆਹ ਫੋਟੋ ਤੁਸੀਂ ਦੇਖ ਸਕਦੇ ਹੋ, ਇਹਨੇ ਕੇਸ਼ਵ ਚੰਦਰ ਸੇਨ, ਇਹਨਾਂ ਬਾਰੇ ਆਪਾਂ ਕੀ ਕੀਤਾ ਸੀ, ਕੱਲ ਡਿਸਕਸ ਕੀਤਾ ਸੀ। ਕੇਸ਼ਵ ਚੰਦਰ ਸੇਨ, ਦਬਿੰਦਰ ਨਾਥ ਟੈਗੋਰ, ਇਹਨਾਂ ਦੀ ਆਪਸ ਵਿੱਚ ਲੜਾਈ ਹੋਏਗੀ ਤਾਂ ਆਪਾਂ ਦੇਖਿਆ ਸੀ ਕਿ ਜਿਹੜਾ ਬ੍ਰਹਮੋ ਸਮਾਜ ਹੈ ਉਸ ਦੇ ਵਿੱਚ ਸਪਲਿਟ ਹੋ ਜਾਏਗਾ ਤੇ ਕੇਸ਼ਵ ਚੰਦਰ ਸੇਨ ਜਿਹੜੇ ਨੇ ਕੀ ਕਰਨਗੇ, ਅਲੱਗ ਤੋਂ ਬੁਲਾਣਗੇ ਬ੍ਰਹਮੋ ਸਮਾਜ ਆਫ ਇੰਡੀਆ। ਇਹ ਆਪਾਂ ਲਾਸਟ ਕਲਾਸ ਦੇ ਵਿੱਚ ਕੀ ਕਰ ਚੁੱਕੇ ਹਾਂ, डिस्कस कर चुके हैं। तो ब्रह्मो समाज ऑफ इंडिया ਦੇ ਵਿੱਚੋਂ ਹੀ ਇੱਕ ਆਰਗੇਨਾਈਜੇਸ਼ਨ ਨਿਕਲੇਗੀ ਜਿਹਨੂੰ ਕਿਹਾ ਜਾਏਗਾ ਸਾਧਾਰਨ ਬ੍ਰਹਮੋ ਸਮਾਜ। ਕਿਉਂ ਨਿਕਲੇਗੀ, ਕਿਉਂਕਿ ਕੇਸ਼ਵ ਚੰਦਰ ਸੇਨ ਆਪਣੀ 13 ਸਾਲ ਦੀ ਬੇਟੀ ਦਾ ਵਿਆਹ ਕਰ ਦੇਣਗੇ ਕੂਚ ਬਿਹਾਰ ਦੇ ਮਹਾਰਾਜਾ ਨਾਲ। ਤੇ ਕੇਸ਼ਵ ਚੰਦਰ ਸੇਨ ਤਾਂ ਬ੍ਰਹਮੋ ਸਮਾਜ ਆਫ ਇੰਡੀਆ 'ਚ ਕਹਿ ਰਹੇ ਸੀ ਕਿ ਚਾਈਲਡ ਮੈਰਿਜ ਨਹੀਂ ਹੋਣੀ ਚਾਹੀਦੀ, ਫਿਰ ਆਪਣੀ ਬੇਟੀ ਦੇ ਵਿਆਹ ਕਿਉਂ ਕੀਤਾ। ਤਾਂ ਮਤਲਬ ਕਿ ਇਹਨਾਂ ਤੋਂ ਗੁੱਸਾ ਆ ਕੇ ਇਹਨਾਂ ਦੇ ਹੀ ਫਾਲੋਅਰਸ ਜਿਹੜੇ ਹੋਣਗੇ ਅਲੱਗ ਹੋ ਜਾਣਗੇ, ਉਹ ਕੀ ਬਣਾਣਗੇ, ਸਾਧਾਰਨ ਬ੍ਰਹਮੋ ਸਮਾਜ ਬਣਾਣਗੇ। ਕਲੀਅਰ ਹੈ ਜੀ, ਯਾਦ ਰੱਖਿਓ ਕ੍ਰੋਨੋਲੋਜੀ ਐਜ਼ ਇਟ ਇਜ਼ ਹੀ। ਹੁਣ ਨੈਕਸਟ ਗੱਲ ਕਰਦੇ ਹਾਂ ਜੀ ਪ੍ਰਾਰਥਨਾ ਸਮਾਜ। ਕੇਸ਼ਵ ਚੰਦਰ ਸੇਨ ਜਿਹੜੇ ਸੀਗੇ, ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਪਰਸਨੈਲਿਟੀ ਜਿਹੜੀ ਸੀ ਕਾਫੀ ਜ਼ਿਆਦਾ ਰੈਡੀਕਲ ਸੀ। ਇਹ ਚਾਹੁੰਦੇ ਸੀ ਕਿ ਬਹੁਤ ਜਲਦੀ ਇੰਡੀਆ ਦੀ ਸੋਸਾਇਟੀ ਜਿਹੜੀ ਹੈ ਚੇਂਜ ਹੋ ਜੇ। ਇਹ ਇੱਕ ਕਾਰਨ ਸੀਗਾ ਇਹਨਾਂ ਦੇ ਦਵਿੰਦਰ ਨਾਥ ਟੈਗੋਰ ਦੇ ਨਾਲ ਲੜਾਈ ਦਾ ਵੀ। ਤਾਂ ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਸੋਸਾਇਟੀ ਬਹੁਤ ਜਲਦੀ ਚੇਂਜ ਹੋ ਜੇ ਤਾਂ ਬ੍ਰਹਮੋ ਸਮਾਜ ਜਿਹੜਾ ਬਣਾਇਆ ਗਿਆ ਸੀ ਉਹ ਕਿੱਥੇ ਬਣਾਇਆ ਗਿਆ ਸੀ, ਉਹ ਤਾਂ ਬਣਾਇਆ ਗਿਆ ਸੀ ਬੰਗਾਲ ਦੇ ਵਿੱਚ। ਜੇ ਗੱਲ ਕਰੀਏ ਬ੍ਰਹਮੋ ਸਮਾਜ ਕਿੱਥੇ ਬਣਾਇਆ ਗਿਆ ਸੀ, ਉਹ ਤਾਂ ਬੰਗਾਲ 'ਚ ਬਣਾਇਆ ਗਿਆ ਸੀ। ਹੁਣ ਬੰਗਾਲ ਤੋਂ ਤੁਸੀਂ ਇੱਕਦਮ ਤੋਂ ਸਾਰੇ ਇੰਡੀਆ ਦੀ ਸੋਸਾਇਟੀ ਨੂੰ ਚੇਂਜ ਕਰ ਸਕਦੇ ਹੋ? ਮੈਨੂੰ ਨਹੀਂ ਲੱਗਦਾ ਤੁਸੀਂ ਕਰ ਸਕਦੇ ਹੋ। ਤਾਂ ਤੁਹਾਨੂੰ ਕਰਨਾ ਕੀ ਪਏਗਾ, ਬੰਗਾਲ 'ਚ ਜੇ ਤੁਹਾਡਾ ਆਪਾਂ ਕਹਿ ਸਕਦੇ ਕਿ ਫੁੱਟਹੋਲਡ ਹੈ, ਗੜ ਬਣ ਚੁੱਕਿਆ ਹੈ, ਤੁਸੀਂ ਬਾਕੀ ਇੰਡੀਆ ਦੇ ਵਿੱਚ ਜਾ ਕੇ ਵੀ ਅਲੱਗ-ਅਲੱਗ ਕੀ ਬਣਾਓਗੇ, ਆਰਗੇਨਾਈਜੇਸ਼ਨ ਬਣਾਓਗੇ, ਤਾਂ ਕਿ ਆਪਣੀ ਮੂਵਮੈਂਟ ਜੋ ਤੁਸੀਂ ਸੋਚਦੇ ਹੋ ਕਿ ਸੋਸਾਇਟੀ ਜਿਹੜੀ ਬਹੁਤ ਜਲਦੀ ਚੇਂਜ ਹੋਏ ਤਾਂ ਇਹ ਕੀ ਹੋ ਜੇ, ਬਹੁਤ ਜਲਦੀ ਤਾਂ ਹੀ ਹੋਏਗੀ ਜੇ ਤੁਸੀਂ ਸਾਰਾ ਹੋਲਡ ਇੰਡੀਆ ਦੇ ਵਿੱਚ ਰੱਖ ਰਹੇ ਹੋ। ਤਾਂ ਸੇਮ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਕੇਸ਼ਵ ਚੰਦਰ ਸੇਨ। ਬੰਗਾਲ ਦੇ ਵਿੱਚ ਇਹਨਾਂ ਦਾ ਹੋਲਡ ਹੋ ਚੁੱਕਿਆ ਹੈ, ਹੁਣ ਇਹ ਕੀ ਕਰ ਰਹੇ ਨੇ ਮਹਾਰਾਸ਼ਟਰ ਦੇ ਵਿੱਚ। ਤਾਂ ਯਾਦ ਰੱਖਿਓ ਮਹਾਰਾਸ਼ਟਰ ਵਾਲੇ ਰੀਜਨ ਦੇ ਵਿੱਚ ਕੀ ਬਣਾ ਰਹੇ ਨੇ, ਪ੍ਰਾਰਥਨਾ ਸਮਾਜ ਬਣਾਉਣਗੇ। ਠੀਕ ਹੈ ਜੀ। ਹੁਣ ਪ੍ਰਾਰਥਨਾ ਸਮਾਜ ਸਿੰਪਲ ਜੀ ਗੱਲ ਹੈ, ਪ੍ਰਾਰਥਨਾ ਸਮਾਜ ਕੇਸ਼ਵ ਚੰਦਰ ਸੇਨ ਬਣਾਉਣਗੇ। ਬੰਗਾਲ ਤੋਂ ਉੱਠ ਕੇ ਬੰਦਾ ਆ ਕੇ ਮਹਾਰਾਸ਼ਟਰ ਦੇ ਵਿੱਚ ਕੀ ਇੱਕ ਆਰਗੇਨਾਈਜੇਸ਼ਨ ਬਣਾ ਲੇਗਾ? ਨਹੀਂ, ਕਿਤੇ ਨਾ ਕਿਤੇ ਉਹਨੂੰ ਕੀ ਚਾਹੀਦਾ ਹੈ, ਉਹਨੂੰ ਲੋਕਲ ਸਪੋਰਟ ਵੀ ਤਾਂ ਚਾਹੀਦਾ ਹੈ। ਤਾਂ ਲੋਕਲ ਸਪੋਰਟ ਕਿਹਨਾਂ ਤੋਂ ਮਿਲੇਗਾ, ਤਾਂ ਆਪਾਂ ਦੇਖਾਂਗੇ ਨਾਮ ਯਾਦ ਰੱਖਿਓ ਜੀ, ਆਤਮਾਰਾਮ ਪਾਂਡੂਰੰਗ। ਆਤਮਾਰਾਮ ਪਾਂਡੂਰੰਗ ਤੇ ਕੇਸ਼ਵ ਚੰਦਰ ਸੇਨ ਮਿਲਕੇ ਬਣਾਉਣਗੇ ਪ੍ਰਾਰਥਨਾ ਸਮਾਜ। ਦੋ ਨਾਮ ਯਾਦ ਰੱਖਣੇ ਨੇ, ਆਤਮਾਰਾਮ ਪਾਂਡੂਰੰਗ, ਦੂਜਾ ਨਾਮ ਯਾਦ ਰੱਖਣਾ ਕੇਸ਼ਵ ਚੰਦਰ ਸੇਨ। ਕੀ ਬਣਾ ਰਹੇ ਨੇ, ਪ੍ਰਾਰਥਨਾ ਸਮਾਜ ਬਣਾ ਰਹੇ ਨੇ। ਠੀਕ ਹੈ ਜੀ। ਹੁਣ ਇਸ ਦੇ ਕੀ ਆਬਜੈਕਟਿਵ, ਤੁਹਾਡੇ ਬ੍ਰਹਮੋ ਸਮਾਜ ਆਫ ਇੰਡੀਆ ਜਾਂ ਬ੍ਰਹਮੋ ਸਮਾਜ ਨਾਲ ਅਲੱਗ ਹੋਣਗੇ? ਨਹੀਂ, ਆਈਡੀਓਲੋਜੀ ਤਾਂ ਸੇਮ ਹੀ ਰਹੇਗੀ। ਤਾਂ ਤੁਹਾਨੂੰ ਇਹਨਾਂ ਦੇ ਆਬਜੈਕਟਿਵ ਬਾਰ-ਬਾਰ ਯਾਦ ਕਰਨ ਦੀ ਲੋੜ ਨਹੀਂ। ਦੇਖੋ ਜੀ, ਸਿਮਿਲਰ ਕਾਸਟ ਸਿਸਟਮ ਨੂੰ ਅਪੋਜ਼ ਕਰਨਗੇ, ਵਿਮਨ ਦੀ ਐਜੂਕੇਸ਼ਨ ਤੇ ਗੱਲ ਕਰਨਗੇ, ਵਿਡੋ ਰੀਮੈਰਿਜ ਨੂੰ ਇਨਕਰੇਜ ਕਰਨਗੇ, ਕੁਝ ਅਲੱਗ ਨਹੀਂ ਕਰ ਰਹੇ। ਬਸ ਯਾਦ ਕੀ ਰੱਖਣਾ, ਪ੍ਰਾਰਥਨਾ ਸਮਾਜ ਕਿਹਨਾਂ ਨੇ ਬਣਾਈ ਸੀ, ਐਜ਼ ਇਟ ਇਜ਼ ਹੀ ਤੁਹਾਨੂੰ ਡਾਇਰੈਕਟ ਪੰਜਾਬ ਦੇ ਪੇਪਰਾਂ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਜਾਂਦਾ ਹੈ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਥੀਓਸੋਫਿਕਲ ਸੁਸਾਇਟੀ। ਹੁਣ ਥੀਓਸੋਫਿਕਲ ਸੁਸਾਇਟੀ ਦੇ ਤੁਸੀਂ ਨੋਟਸ ਬਣਾਉਣੇ ਆ। ਆਪਾਂ ਜਦੋਂ ਵੀ ਹਿਸਟਰੀ ਦੇ ਨੋਟਸ ਬਣਾਉਂਦੇ ਆ, ਜਿੱਥੇ ਵੀ ਤੁਹਾਡੇ ਨੋਟਸ ਪਹਿਲਾਂ ਬਣੇ ਹੋਏ ਨੇ ਜਾਂ ਹੁਣ ਤੁਸੀਂ ਬਣਾਉਣੇ ਨੇ, ਜਿੱਥੇ ਵੀ ਥੀਓਸੋਫਿਕਲ ਸੁਸਾਇਟੀ ਆ ਗਿਆ ਇਸ ਦੇ ਉੱਪਰ ਤੁਸੀਂ 5 ਸਟਾਰ ਲਗਾ ਦਿਓ। ਕੋਈ ਸਟicker ਲਗਾਣਾ ਹੈ ਸਟicker ਲਗਾ ਦਿਓ, ਜੋ ਮਰਜ਼ੀ ਲਗਾ ਦਿਓ। ਕਿਉਂਕਿ ਥੀਓਸੋਫਿਕਲ ਸੁਸਾਇਟੀ ਇੱਕ ਐਵੇਂ ਦਾ ਟੌਪਿਕ ਹੈ ਜੋ ਪੰਜਾਬ ਦੇ ਪੇਪਰਾਂ ਲਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਫੇਵਰੇਟ ਐਗਜ਼ਾਮਿਨਰ ਲਈ। ਜੇ ਪੰਜਾਬ ਐਸੇ ਹੀ ਦਾ ਇਸ ਸਾਲ ਦਾ ਐਗਜ਼ਾਮ ਹੈ, ਜੇ ਇਹਨਾਂ ਨੇ ਥੀਓਸੋਫਿਕਲ ਸੁਸਾਇਟੀ ਨਹੀਂ ਪਾਈ ਤਾਂ ਅਗਲੇ ਸਾਲ ਦੇ ਪੇਪਰ ਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਪੱਕਾ ਹੀ ਦੇਖਣ ਨੂੰ ਮਿਲੇਗਾ ਥੀਓਸੋਫਿਕਲ ਸੁਸਾਇਟੀ ਦਾ।
ਪੀਪੀਐਸਸੀ ਦੀ ਗੱਲ ਕਰ ਲਓ, ਨਾਇਬ ਤਹਿਸੀਲਦਾਰ ਦੀ ਗੱਲ ਕਰ ਲਓ, ਸਾਰਿਆਂ ਦੇ ਵਿੱਚ ਤੁਹਾਨੂੰ ਥੀਓਸੋਫੀਕਲ ਸੁਸਾਇਟੀ ਮਾਡਰਨ ਹਿਸਟਰੀ ਦਾ ਕੁਐਸਚਨ ਪੜ੍ਹਨਾ ਹੈ ਤਾਂ ਪੰਜਾਬ ਦੇ ਐਗਜ਼ਾਮੀਨਰ ਨੇ ਚੱਕ ਕੇ ਪਹਿਲਾ ਕੁਐਸਚਨ ਜਿਹੜਾ ਥੀਓਸੋਫੀਕਲ ਸੁਸਾਇਟੀ ਦਾ ਹੀ ਲਿਖਣਾ ਹੈ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਇਹਦੀ ਡੀਪ ਨੌਲੇਜ ਹੋਣੀ ਚਾਹੀਦੀ ਹੈ ਆਪਾਂ ਨੂੰ ਥੀਓਸੋਫੀਕਲ ਸੁਸਾਇਟੀ ਦੀ। ਕੁਐਸਚਨ ਜ਼ਿਆਦਾ ਡੀਪ ਨਹੀਂ ਆਉਂਦਾ, ਈਜ਼ੀ ਕੁਐਸਚਨ ਆਉਂਦਾ ਹੈ, ਬਸ ਤੁਹਾਨੂੰ ਨੋਟਸ ਬਣੇ ਹੋਏ ਚਾਹੀਦੇ ਨੇ, ਰਿਵੀਜ਼ਨ ਹੋਣੀ ਚਾਹੀਦੀ ਹੈ। ਕਲੀਅਰ ਹੈ ਜੀ। ਚਲੋ ਜੀ ਗੱਲ ਕਰਦੇ ਹਾਂ ਆਪਾਂ ਥੀਓਸੋਫੀਕਲ ਸੁਸਾਇਟੀ ਦੀ। ਤਾਂ ਥੀਓਸੋਫੀਕਲ ਸੁਸਾਇਟੀ ਬਣੀ ਕਿੱਥੇ? ਸਭ ਤੋਂ ਪਹਿਲੀ ਕੁਐਸਚਨ, ਥੀਓਸੋਫੀਕਲ ਸੁਸਾਇਟੀ ਯਾਦ ਰੱਖਿਓ ਇੰਡੀਆ ਦੇ ਵਿੱਚ ਨਹੀਂ ਬਣੀ। ਕਿੱਥੇ ਬਣੀ? ਅਮਰੀਕਾ ਦੇ ਵਿੱਚ ਬਣਾਈ ਗਈ ਸੀ। ਠੀਕ ਹੈ ਜੀ, ਨਾਮ ਯਾਦ ਰੱਖ ਲਿਓ, ਅਮਰੀਕਾ ਦੇ ਵਿੱਚ ਬਣੇਗੀ 1875 ਦੇ ਵਿੱਚ। ਹੁਣ ਕਿਹਨਾਂ ਨੇ ਬਣਾਈ? ਜੇ ਗੱਲ ਕਰੀਏ ਥੀਓਸੋਫੀਕਲ ਸੁਸਾਇਟੀ ਇੰਡੀਆ ਦੇ ਵਿੱਚ ਫੇਮਸ ਕੌਣ ਕਰਨਗੇ, ਤਾਂ ਇੰਡੀਆ ਦੇ ਵਿੱਚ ਫੇਮਸ ਹੋਏਗੀ ਸਿਰਫ ਐਨੀ ਬੇਸੈਂਟ ਕਰਕੇ। ਠੀਕ ਹੈ ਜੀ, ਜਦੋਂ ਐਨੀ ਬੇਸੈਂਟ ਜਿਹੜੇ ਨੇ ਇੰਡੀਆ ਚ ਆਉਣਗੇ ਤਾਂ ਆਪਾਂ ਦੇਖਾਂਗੇ ਕਿ ਥੀਓਸੋਫੀਕਲ ਸੁਸਾਇਟੀ ਜਿਹੜੀ ਹੈ ਕਾਫੀ ਜ਼ਿਆਦਾ ਪਪੂਲਰ ਹੋਏਗੀ। ਤਾਂ ਇਹਨਾਂ ਦੀ ਜੇ ਇੰਡੀਆ ਚ ਗੱਲ ਕਰਾਂਗੇ ਤਾਂ ਇੰਡੀਆ ਦੇ ਵਿੱਚ ਥੀਓਸੋਫੀਕਲ ਸੁਸਾਇਟੀ ਦਾ ਜੇ ਗੱਲ ਕਰਦੇ ਹਾਂ ਕਿ ਇਹਨਾਂ ਦਾ ਹੈੱਡਕੁਆਟਰਸ ਕਿੱਥੇ ਹੋਣਗੇ, ਤਾਂ ਇਹਨਾਂ ਦੇ ਹੈੱਡਕੁਆਟਰਸ ਹੋਣਗੇ ਮਦਰਾਸ ਦੇ ਵਿੱਚ। ਕਲੀਅਰ। ਪਰ ਯਾਦ ਰੱਖਣਾ ਕਿ ਆਪਾਂ ਪੁਆਇੰਟ ਜਿੱਥੇ ਕਨਫਿਊਜ਼ ਹੋਣਾ ਬੱਚਿਆਂ ਨੇ, ਨਾ ਤਾਂ ਇਹ ਥੀਓਸੋਫੀਕਲ ਸੁਸਾਇਟੀ ਇੰਡੀਆ ਚ ਬਣੀ ਤੇ ਨਾ ਹੀ ਐਨੀ ਬੇਸੈਂਟ ਇਹਦੇ ਕੀ ਸੀ, ਫਾਊਂਡਰ ਸੀ। ਜੇ ਗੱਲ ਕਰੀਏ ਫਾਊਂਡਰ ਦੀ ਤਾਂ ਦੋ ਨਾਮ ਯਾਦ ਰੱਖਿਓ ਜੀ। ਇੱਥੇ ਸੈਕਿੰਡ ਲਾਈਨ ਦੇ ਵਿੱਚ ਤੁਹਾਨੂੰ ਦਿਖ ਜਾਣਗੇ ਮੈਡਮ HP ਬਲਿਵਸਕੀ ਤੇ ਕਰਨਲ ਔਲਕਟ। ਦੋ ਨਾਮ ਯਾਦ ਰੱਖਣੇ ਨੇ, ਕਰਨਲ ਔਲਕਟ ਤੇ ਮੈਡਮ ਬਲਿਵਸਕੀ। ਇਹਨਾਂ ਦੇ ਕੀ ਨੇ? ਥੀਓਸੋਫੀਕਲ ਸੁਸਾਇਟੀ ਦੇ ਫਾਊਂਡਰ ਨੇ। ਐਨੀ ਬੇਸੈਂਟ ਫਾਊਂਡਰ ਨਹੀਂ ਹੈਗੀ, ਕਨਫਿਊਜ਼ਨ ਨਹੀਂ ਰੱਖਣੀ ਆਪਾਂ। ਐਨੀ ਬੇਸੈਂਟ ਜਦੋਂ ਇੰਡੀਆ ਆਣਗੇ ਥੀਓਸੋਫੀਕਲ ਸੁਸਾਇਟੀ ਦੇ ਨਾਲ ਰਿਲੇਟਡ ਹੋਣਗੇ ਤਾਂ ਉਹ ਇੰਡੀਆ ਦੇ ਵਿੱਚ ਪਪੂਲਰ ਕਰਨਗੇ ਥੀਓਸੋਫੀਕਲ ਸੁਸਾਇਟੀ ਨੂੰ। ਬਸ ਇਸ ਤੋਂ ਬਾਅਦ ਕੁਐਸਚਨ ਜਿੱਥੇ ਮਰਜ਼ੀ ਆ ਜਾਏ ਪੰਜਾਬ ਦਾ ਥੀਓਸੋਫੀਕਲ ਸੁਸਾਇਟੀ ਦਾ, ਤੁਸੀਂ ਈਜ਼ੀਲੀ ਕੀ ਕਰ ਸਕਦੇ ਹੋ ਉਹਨੂੰ ਜੇ ਗੱਲ ਕਰੀਏ ਅਟੈਂਪਟ ਕਰ ਸਕਦੇ ਹੋ। ਕੁਐਸਚਨ ਕੀ ਪਾਉਂਦੇ ਨੇ ਪੰਜਾਬ ਵਾਲੇ, ਜਾਂ ਤੁਹਾਨੂੰ ਇਹਨਾਂ ਦੇ ਫਾਊਂਡਰ ਪੁੱਛ ਲੈਣਗੇ। ਜੇ ਉਹਨਾਂ ਨੇ ਸਟੇਟਮੈਂਟ ਬੇਸ ਪਾਣੇ ਤਾਂ ਐਨੀ ਬੇਸੈਂਟ ਨੂੰ ਉਹਦੇ ਫਾਊਂਡਰ ਬਣਾ ਦੇਣਗੇ। ਕਲੀਅਰ। ਜਾਂ ਉਹ ਕਹਿ ਦੇਣਗੇ ਕਿ ਥੀਓਸੋਫੀਕਲ ਸੁਸਾਇਟੀ ਇੰਡੀਆ ਦੇ ਵਿੱਚ ਮਦਰਾਸ ਚ ਫਾਊਂਡ ਹੋਈ ਸੀ, ਉਹ ਵੀ ਸਟੇਟਮੈਂਟ ਗਲਤ ਹੈ। ਇੰਡੀਆ ਤਾਂ ਫਾਊਂਡ ਹੀ ਨਹੀਂ ਹੋਈ, ਅਮਰੀਕਾ ਦੇ ਵਿੱਚ ਫਾਊਂਡ ਹੋਏਗੀ। ਕਲੀਅਰ। ਤਾਂ ਪੁਆਇੰਟ ਯਾਦ ਰੱਖਿਓ, ਕਲੀਅਰ ਰਹਿਣਾ ਕਿਉਂਕਿ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਪੇਪਰਾਂ ਲਈ। ਜੇ ਗੱਲ ਕਰਾਂਗੇ ਇਹ ਕਿਸ ਚੀਜ਼ ਬਿਲੀਵ ਕਰਦੇ ਸੀ ਤਾਂ ਯਾਦ ਰੱਖਿਓ ਥੀਓਸੋਫੀਕਲ ਸੁਸਾਇਟੀ ਜਿਹੜਾ ਹੈ ਯੂਨੀਵਰਸਲ ਬ੍ਰਦਰਹੁੱਡ ਦੇ ਵਿੱਚ ਬਿਲੀਵ ਕਰਦਾ ਹੈ ਕਿ ਸਾਰੇ ਧਰਮ ਚੰਗੇ ਨੇ ਤੇ ਇੰਡੀਆ ਦੇ ਧਰਮਾਂ ਨੂੰ ਵੀ ਆਪਾਂ ਕਹਿ ਸਕਦੇ ਇੰਡੀਆ ਦੇ ਕਲਚਰ ਨੂੰ ਦੇਖ ਕੇ ਕਾਫੀ ਜ਼ਿਆਦਾ ਕੀ ਹੁੰਦੇ ਨੇ, ਇੰਸਪਾਇਰਡ ਹੁੰਦੇ ਨੇ ਤੇ ਇੰਡੀਆ ਦੇ ਕਲਚਰ ਨੂੰ ਹੀ ਪੜ੍ਹਨ ਲਈ ਆਉਂਦੇ ਨੇ। ਠੀਕ ਹੈ ਜੀ, ਥੀਓਸੋਫੀਕਲ ਸੁਸਾਇਟੀ ਦਾ ਜੇ ਆਬਜੈਕਟਿਵ ਦੀ ਗੱਲ ਕਰੀਏ। ਕਲੀਅਰ। ਚਲੋ ਜੀ ਨੈਕਸਟ ਚੱਲਦੇ ਆਪਾਂ ਜੀ ਜੋਤੀਰਾਓ ਫੁਲੇ। ਹੁਣ ਫੋਟੋ ਤੁਸੀਂ ਦੇਖ ਸਕਦੇ ਹੋ, ਜੋਤੀਰਾਓ ਫੁਲੇ ਕਿਸ ਸਾਈਡ ਮਿਲਣਗੇ ਤੁਹਾਨੂੰ? ਮਹਾਰਾਸ਼ਟਰ ਵਾਲੀ ਸਾਈਡ ਮਿਲਣਗੇ, ਬੰਬੇ ਵੱਲ ਮਿਲਣਗੇ। ਠੀਕ ਹੈ ਜੀ। ਹੁਣ ਇਹ ਕਿਨੇ ਰਿਫਾਰਮਿਸਟ ਨੇ, ਸੋਸ਼ਲ ਰਿਲੀਜੀਅਸ ਰਿਫਾਰਮਿਸਟ ਦੇ ਵਿੱਚ। ਹੁਣ ਇਹ ਰਿਲੀਜਨ ਦੇ ਉੱਪਰ ਨਹੀਂ ਹੈਗਾ। ਸਭ ਤੋਂ ਪਹਿਲੀ ਗੱਲ ਆਪਾਂ ਗੱਲ ਕਰ ਰਹੇ ਸੋਸ਼ਲ ਰਿਲੀਜੀਅਸ ਰਿਫਾਰਮਸ। ਆਪਾਂ ਰਿਲੀਜੀਅਸ ਰਿਫਾਰਮਸ ਤਾਂ ਦੇਖ ਲਿਆ ਆ ਰਿਹਾ ਸਮਾਜ ਨੂੰ। ਠੀਕ ਹੈ ਜੀ। ਸੁਸਾਇਟੀ 'ਚ ਰਿਫਾਰਮ ਲੈ ਕੇ ਆ ਰਹੇ ਨੇ ਕੌਣ? ਆਪਾਂ ਕਹਿ ਸਕਦੇ ਕਿਸ ਹੱਦ ਤੱਕ ਰਾਜਾ ਰਾਮ ਮੋਹਨ ਰਾਏ ਵੀ। ਜਿਹੜੀ ਗੱਲ ਕਰਾਂਗੇ ਜੋਤੀਰਾਓ ਫੁਲੇ ਦੀ ਤਾਂ ਇਹ ਕੀ ਹੈ? ਇਹ ਆਪਾਂ ਕਹਿ ਸਕਦੇ ਕੀ ਸੀਗੇ, ਲੋਅਰ ਕਾਸਟ ਤੋਂ ਬਿਲੋਂਗ ਕਰਦੇ ਸੀ। ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜੀ ਡਿਪਰੈਸਡ ਕਲਾਸ, ਜਿਹੜੀ ਲੋਅਰ ਕਲਾਸ ਹੈ, ਉਸਦੀ ਕਿੰਨੀ ਜ਼ਿਆਦਾ ਐਕਸਪਲੋਇਟੇਸ਼ਨ ਕੀਤੀ ਜਾਂਦੀ ਸੀ। ਮਤਲਬ ਕਿ ਕਿੰਨੇ ਬੁਰੇ ਹਾਲ ਸੀਗੇ ਲੋਅਰ ਕਲਾਸ ਦੇ, ਡਿਪਰੈਸਡ ਕਲਾਸ ਦੇ। ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਅਪਲਿਫਟ ਕਰਨ ਲਈ, ਉਹਨਾਂ ਨੂੰ ਇਨਸਾਫ ਦਿਵਾਉਣ ਲਈ ਕੀ ਕੋਈ ਨਾ ਕੋਈ ਆਪਾਂ ਕਹਿ ਸਕਦੇ ਲੀਡਰ ਹੋਣਗੇ, ਉਹ ਕੰਮ ਕਰਨਗੇ। ਤਾਂ ਨਾਮ ਯਾਦ ਰੱਖਿਓ ਜੋਤੀਰਾਓ ਫੁਲੇ। ਇੱਕ ਨਾਮ ਯਾਦ ਰੱਖਣਾ ਹੈ ਸਤਿਆ ਸੋਧਕ ਸਮਾਜ। ਜਿਵੇਂ ਆਰਗੇਨਾਈਜੇਸ਼ਨ ਬਣਾਈ ਗਈ ਸੀ ਬ੍ਰਹਮੋ ਸਮਾਜ, ਜਿਵੇਂ ਬਣਾਈ ਗਈ ਸੀ ਪ੍ਰਾਰਥਨਾ ਸਭਾ, ਉਵੇਂ ਹੀ ਬਣਾਈ ਜਾਏਗੀ ਸਤਿਆ ਸੋਧਕ ਸਮਾਜ। ਕੁਐਸਚਨ ਪੁੱਛਿਆ ਜਾਂਦਾ ਕਿ ਸਤਿਆ ਸੋਧਕ ਸਮਾਜ ਕਿਸ ਚੀਜ਼ ਲਈ ਬਣਾਇਆ ਗਿਆ ਸੀ? ਸਭ ਤੋਂ ਪਹਿਲਾਂ ਪੁੱਛ ਲੈਣਗੇ ਕਿ ਫਾਊਂਡਰ ਕੌਣ ਸੀ? ਤਾਂ ਫਾਊਂਡਰ ਆਪਾਂ ਨੂੰ ਨਾਮ ਯਾਦ ਰੱਖਣਾ ਹੈ ਜੋਤੀਰਾਓ ਫੁਲੇ। ਠੀਕ ਹੈ ਜੀ, ਜੋਤੀਰਾਓ ਫੁਲੇ ਨਾਮ ਯਾਦ ਰੱਖਣਾ ਹੈ। ਸਤਿਆ ਸੋਧਕ ਸਮਾਜ ਕਿਉਂ ਬਣਾਇਆ ਗਿਆ ਸੀ? ਟੂ ਸਿਕਿਉਰ ਦੀ ਜਸਟਿਸ ਫॉर ਦੀ ਲੋਅਰ ਕਾਸਟ। ਵੈਰੀ ਇੰਪੋਰਟੈਂਟ, ਐਜ਼ ਇਟ ਇਜ਼ ਹੀ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਆਬਜੈਕਟਿਵ ਜਿਹੜਾ ਹੈ ਮਿਲ ਜਾਏਗਾ। ਕਲੀਅਰ। ਨੈਕਸਟ, ਜੋਤੀਰਾਓ ਫੁਲੇ ਜਿਹੜੇ ਨੇ ਇਹ ਕੀ ਕਰਨਗੇ? ਹੁਣ ਲੋਕਾਂ ਨੂੰ ਸਮਝਾਉਣਾ ਹੈ, ਲੋਕਾਂ ਨੂੰ ਅਵੇਅਰ ਕਰਨਾ ਹੈ। ਕਿਵੇਂ ਕਰੀਏ ਅਵੇਅਰ? ਗਲੀ ਗਲੀ ਘੁੰਮਿਆ ਜਾਏ, ਕਿੰਨੀਆਂ ਗਲੀਆਂ ਘੁੰਮ ਲਵਾਂਗੇ ਆਪਾਂ? ਜੇ ਇੱਕ ਇੰਡੀਵਿਜੂਅਲ ਜਿਹੜਾ ਹੈਗਾ ਕਿੰਨਾ ਕੁ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਲੇ? ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਲੋਕਾਂ ਨੂੰ ਸਮਝਾਣੀ ਹੈ ਕੋਈ ਗੱਲ, ਕਿਵੇਂ ਸਮਝਾਓਗੇ? ਇਕੱਲੇ ਇਕੱਲੇ ਬੰਦੇ ਦੇ ਕੋਲ ਜਾ ਕੇ ਸਮਝਾਓਗੇ? ਕੋਈ ਸਮਝੇਗਾ, ਕੋਈ ਨਹੀਂ ਸਮਝੇਗਾ। ਇੱਕ ਬੰਦੇ ਨੂੰ ਸਮਝਾਉਣ 'ਚ ਇੱਕ ਦਿਨ ਲੱਗ ਜਾਏਗਾ, ਤਾਂ ਕਿੰਨੇ ਬੰਦਿਆਂ ਨੂੰ ਆਪਾਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਸਮਝਾ ਲਾਂਗੇ? ਨਹੀਂ ਸਮਝਾ ਸਕਦੇ ਨਾ। ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੀ ਕਰਨਾ ਪਏਗਾ? ਆਪਾਂ ਨੂੰ ਲਿਖਣਾ ਪਏਗਾ। ਜੇ ਆਪਾਂ ਲਿਖਾਂਗੇ, ਨਿਊਜ਼ਪੇਪਰ ਹੈ, ਜਰਨਲਸ ਨੇ, ਲਿਖੋ, ਲਿਖ ਕੇ ਲੋਕਾਂ ਦੇ ਵਿੱਚ ਉਹਨੂੰ ਕੀ ਕਰੋ? ਡਿਸਟ੍ਰੀਬਿਊਟ ਕਰੋ, ਤਾਂ ਕਿ ਲੋਕੀ ਪੜ੍ਹਨ, ਲੋਕਾਂ ਨੂੰ ਅਵੇਅਰ ਹੋਣ। ਕੁਝ ਲੋਕ ਹੋ ਸਕਦਾ ਕਿ ਉਹ ਪੜ੍ਹਨ ਦੇ ਨਾਲ ਹੀ ਅਵੇਅਰ ਹੋ ਜਾਣਗੇ, ਕੁਝ ਤੁਹਾਡੇ ਜਿਹੜੇ ਆਈਡੀਓਲੋਜੀ ਉਸ ਨੂੰ ਮੰਨਣਗੇ ਨਹੀਂ। ਉਹ ਫਿਰ ਤੁਹਾਡੇ ਨਾਲ ਕੀ ਕਰ ਸਕਦੇ ਨੇ? ਆਪਾਂ ਕਹਿ ਸਕਦੇ ਕਿ ਵਿਚਾਰ ਵਟਾਂਦਰਾ ਕਰ ਸਕਦੇ ਨੇ ਕਿ ਇਹ ਗਲਤ ਹੈ, ਇਹ ਸਹੀ ਹੈ, ਉਹ ਗੱਲ ਅਲੱਗ ਹੈ। ਪਰ ਇੱਕ ਸਿਰਫ ਜਰਨਲ ਦੇ ਨਾਲ ਹੀ, ਲਿਖਣ ਦੇ ਨਾਲ ਹੀ ਕਾਫੀ ਲੋਕਾਂ ਨੂੰ ਤੁਸੀਂ ਬਹੁਤ ਘੱਟ ਟਾਈਮ ਦੇ ਵਿੱਚ ਅਵੇਅਰ ਕਰ ਸਕਦੇ ਹੋ। ਤਾਂ ਇਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੇਗੀ। ਤਾਂ ਯਾਦ ਰੱਖਿਓ ਜੋਤੀਰਾਓ ਫੁਲੇ ਜਿਹੜੇ ਨੇ ਇਹ ਕੀ ਲਿਖਣਗੇ? ਇਹਨਾਂ ਦੇ ਮੇਜਰ ਵਰਕਸ ਯਾਦ ਰੱਖਿਓ। ਗੁਲਾਮਗਿਰੀ। ਗੁਲਾਮਗਿਰੀ ਇਹਦੇ ਵਿੱਚ ਦੱਸਿਆ ਕੀ ਜਾਏਗਾ? ਲੋਅਰ ਕਾਸਟ ਨੂੰ
ਕਿਵੇਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਨਾਮ ਯਾਦ ਰੱਖਿਓ ਜਰਨਲ ਦਾ, ਧਰਮ ਤ੍ਰਿਥ ਰਤਨਾ। ठीक है जी, इंपॉर्टेंट है, बिल्कुल इंपॉर्टेंट है, याद रखने ने एज इट इज ही पेपर दे विच पूछ लिते जांदे ने कि ये वाली बुक जिहड़ी है, ये वाला न्यूज़पेपर है, ये वाला जर्नल जिहड़ा किन्हां ने लिखिया। क्लियर। ज्योतिराव फूले, गुलामगिरी, नाल नाम याद रखना है, सत्य शोधक समाज दे फाउंडर। क्लियर। उस तो बाद याद रखना है धर्म तीर्थ रत्ना। क्लियर है जी। ये दो बुक्स ने ते सोसाइटी इन्हां दी सत्य शोधक समाज। चलो जी नैक्सट गल करते हैं ज्योतिराव फुले दी। ज्योतिराव फुले दी तां गल करेंगे आपां। देखो जी फर्स्ट स्कूल, पहला स्कूल किन्हां लई अनटचेबल्स बनाएंगे, कौन? तां ज्योतिराव फुले। उस तो इलावा कुड़ियां लई भी, लोअर कास्ट दी कुड़ियां दे लई भी आपां कहांगे कि स्कूल ओपन किए जाणगे। तां ये सारे जिहड़े ने वर्क ने किन्हां दे ने? ज्योतिराव फुले दे ने। क्लीयर। चलो जी नैक्सट ते चलदे हैं जी सोशल रिलीजियस रिफॉर्म्स ते। तां देखो जी आपां हुण गल करांगे जिहड़े रिफॉर्म्स आणगे किहदे विच? इस्लाम धर्म दे विच। ठीक है जी। जिवें आपां पिछे गल कीती सी आर्य समाज दी, तां ओह किते ना किते किस दे नाल सीगा? हिंदू रिलीजन नाल रिलेटेड सीगे। तां एवें ही आपां देखांगे कि रिएक्शन होएगी किहदे विच? इस्लाम धर्म च भी रिएक्शन है। हुण इस्लाम धर्म च भी रिएक्शन दी आपां गल करांगे तां किवें दी रिएक्शन हो सकदी है? सिंपल जी गल है कि जे रिएक्शन आपां देखिए कि तीनों तरह की रिएक्शन देख ली आपां हिंदू धर्म दे विच। ठीक है जी। कुछ मॉडरेट भी सी, जे गल करांगे कुछ एक्सट्रीम भी सीगी। ठीक है जी। जिवें यंग बंगाल मूवमेंट। तो एवें ही आप देखेंगे कि इस्लामिक दे विच भी आप रिएक्शन अलग अलग देखेंगे। देखो जी कुछ लोग सोचणगे कि करते हैं कि इस्लाम जिहड़ा है थोड़ा जिहा आपां कह सकते हैं कि जिहड़े मुस्लिम लोग ने ये पिछड़ रहे हैं। क्यों पिछड़ रहे हैं? क्योंकि इन्हां कोल की नहीं हैगा, मॉडर्न एजुकेशन नहीं है, मॉडर्न एजुकेशन नहीं हैगी। ठीक है जी। तो फिर की कहणगे कि आप एवें करते हैं कि जिन्ने भी अपने मुस्लिम भैन भरा ने इन्हां नूं पढ़ाना शुरू कर दें। क्लीयर। एक रिएक्शन तो होगी ये। दूजी रिएक्शन होएगी कुछ लोग कहणगे कि नहीं, जे आपां की करते हैं पढ़ाते ही नहीं, आपां नूं सामने की दिख रहा है? ब्रिटिशर दिख रहे हैं, गोरे दिख रहे हैं। ये की ने? जे आपां गल करिए कि जिवें थोड़ा जिहा आपां रिलीजियस तौर ते चलदे हैं तां ओह कहणगे कि ब्रिटिशर्स नूं इंडिया तो कढ़िया जाए, जिस मर्जी तरीके नाल इंडिया चों कढ़िया जाए, इन्हां नूं आपां कढ़ना क्योंकि इन्हां तो पहलां कौन सी? मुगल सी। तां ब्रिटिशर ने इंडिया नूं की बनाता? इंडिया नूं बनाता दरुल हर्ब। दरुल हर्ब दा की मतलब हुंदा है? लैंड ऑफ काफिर्स। ठीक है जी। मतलब कि काफिर किन्हां नूं कह दिंदे ने इस्लाम दे विच? ਜਿਹੜੇ नॉन इस्लामिक ਹੁੰਦੇ ਨੇ ਉਹਨਾਂ ਨੂੰ ਕਾਫਿਰ ਕਹਿ ਦਿੰਦੇ ਨੇ। ਉਹ ਕਹਿਣਗੇ ਕਿ ਅਸੀਂ ਦਰੁਲ ਹਰਬ ਨੂੰ ਕੀ ਬਣਾਉਣਾ ਹੈ? ਦਰੁਲ ਇਸਲਾਮ ਬਣਾਉਣਾ ਹੈ। ਠੀਕ ਹੈ ਜੀ। ਇਸਲਾਮ ਦੀ ਧਰਤੀ ਬਣਾਉਣਾ ਹੈ। ਤਾਂ ਉਹ ਹੋਗੀ ਰਿਐਕਸ਼ਨ ਕਿਵੇਂ ਦੀ? ਥੋੜੀ ਜੀ ਐਕਸਟ੍ਰੀਮ ਚਲੇਗੀ। ਉਹ ਥੋੜਾ ਜਿਹਾ ਹਥਿਆਰਾਂ ਵਾਲੀ ਚੱਕ ਲਈ। ਠੀਕ ਹੈ ਜੀ। ਦੂਜੇ ਪਾਸੇ ਕੀ ਕਰ ਰਹੇ ਨੇ? ਕੁਝ ਲੋਕ ਕਹਿ ਰਹੇ ਨੇ ਕਿ ਆਪਾਂ ਕੀ ਕਰਦੇ ਹਾਂ? ਲੋਕਾਂ ਨੂੰ ਪੜ੍ਹਾ ਲੈਂਦੇ ਹਾਂ। ਐਵੇਂ ਹੀ ਆਪਾਂ ਅਲੱਗ-ਅਲੱਗ ਰਿਐਕਸ਼ਨਸ ਜਿਹੜੀਆਂ ਨੇ ਇਸਲਾਮ ਦੇ ਵਿੱਚ ਦੇਖਾਂਗੇ। ਸਭ ਤੋਂ ਪਹਿਲੀ ਮੂਵਮੈਂਟ ਆਪਾਂ ਦੇਖਾਂਗੇ अलीगढ़ मूवमेंट। ठीक है जी। नाम याद रखियो अलीगढ़ मूवमेंट। और अलीगढ़ मूवमेंट शुरू कौन करेंगे? तो नाम याद रखियो सर सैयद अहमद खान। नाम याद रखना जी सर सैयद अहमद खान। उन्हें की कह रहे हैं? मुस्लिम्स नूं पढ़ाया जाए, मुस्लिम्स दी एजुकेशन की गल की जा रही है। ठीक है जी। क्योंकि जे एजुकेटेड होंगे मुस्लिम्स तां किते ना किते आपां कह सकते हैं कि वो बैटर अपॉर्चुनिटी मिलेगी उन्हां नूं, उन्हां दा लाइफ स्टाइल जिहड़ा हैगा सोसाइटी जिहड़ी है वो जल्दी अपलिफ्ट हो जाएगी बाकियां दे कंपेयर टू। ठीक है जी। तां हुण जे पढ़ाना है मुस्लिम्स नूं तां तुहानूं की चाहिदा? कॉलेज चाहिदा। कॉलेज किवें बनाया जाएगा? तो आप देखेंगे सर सैयद अहमद खान के बनाएंगे अलीगढ़ दे विच ही एक कॉलेज बनाएंगे जिन्होंने स्टार्टिंग किया जाएगा माओ कॉलेज। फुल फॉर्म होएगी मोहम्मदियन एंग्लो ओरिएंटल कॉलेज। ठीक है जी। एंग्लो ओरिएंटल कॉलेज नाम याद रख लो। माओ कॉलेज कित्थे बनेगा? अलीगढ़ दे विच बनेगा। इनू ही अगे जाके आप हुण की कहने आ? AMU कहने आ, अलीगढ़ मुस्लिम यूनिवर्सिटी। ठीक है जी। हुण तुहानूं देखण नूं मिल जाएगा यूपी दे विच अलीगढ़ मुस्लिम यूनिवर्सिटी। पहला की सी? माओ कॉलेज सी। किन्हां ने बनाया? सर सैयद अहमद खान ने बनाया। क्यों बनाया? मुस्लिम्स नूं पढ़ाउण वास्ते। ठीक है जी। इस तो इलावा हुण लोकां नूं बोलना है कि तुसीं पढ़ो, मॉडर्न एजुकेशन भी पढ़ो। किवें अवेयर करो? कल्ले कल्ले बंदे नूं जाके दसो कि नहीं जी रिलीजियस ना पढ़ो, इस्लामिक थोड़ा जिहा घट पढ़ लो, मॉडर्न भी ज्यादा पढ़ लो। ठीक है जी। मॉडर्न स्टडीज ज्यादा पढ़ लो। नहीं बोल सकते कल्ले कल्ले नूं नहीं समझा सकते, तुहानूं भी फिर की करना पेगा? पेन चकना पैना है, लिखना पैना है। लोग की करनगे? वर्नैकुलर लैंग्वेज जिहड़ी मात भाषा हुंदी है, मां बोली हुंदी है, ਉਹਦੇ ਵਿੱਚ लिखो ਤੇ ਲੋਕਾਂ 'ਚ डिस्ट्रीब्यूट कर दो। लोकी पढ़नगे ਤਾਂ ਲੋਕੀ ਸਮਝਣਗੇ। क्लीयर। ਤਾਂ ਐਵੇਂ ਆਪਾਂ ਦੇਖਾਂਗੇ। ਨਾਮ याद रखियो असबाब ए बगावत हिंद। असबाब ए बगावत हिंद बुक किन्हां ने लिखी है? बुक रिटन बाय अलीगढ़ दे फाउंडर जिहड़े ने सैयद अहमद खान। ठीक है जी। एज इट इज ही क्वेश्चन ਤੁਹਾਨੂੰ ਪਾਏ ਜਾ ਸਕਦੇ ਨੇ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ ਦਿਓਬੰਦ मूवमेंट। रिएक्शन आप गल की अलग अलग हो सकती ने। एक कह रहे हैं कि आप करते हैं पढ़ा देने लोगों को। ठीक है जी। दूजे कहे कि नहीं असी नहीं पढ़ाना। जिवें आप देखिया सी कि एंग्लो वर्सिस एंग्लिश वर्सिस ओरिएंटलिस्ट। ठीक है जी। कुछ कह रहे थे कि मॉडर्न एजुकेशन ही देनी है, कुछ कह रहे थे नहीं ट्रेडिशनली देनी है, कुछ कह रहे थे इंग्लिश पढ़ावांगे, कुछ कह रहे थे नहीं जिहड़ी है वर्नैकुलर लैंग्वेज मां बोली च पढ़ाया जाए। इवें ही आप देखांगे इस्लाम दे विच कुछ लोग कह रहे हैं मॉडर्न एजुकेशन दो,
ਜੋ ਅੰਗਰੇਜ਼ ਪੜ੍ਹ ਰਹੇ ਨੇ ਇੰਗਲਿਸ਼ ਆਣੀ ਚਾਹੀਦੀ ਆਪਣੇ ਬੱਚਿਆਂ ਨੂੰ, ਤਾਂ ਹੀ ਇਹਨਾਂ ਦਾ ਭਵਿੱਖ ਜਿਹੜਾ ਹੋਏਗਾ ਠੀਕ ਹੋਏਗਾ। ਪਰ ਦੂਜੇ ਪਾਸੇ ਜੇ ਗੱਲ ਕਰਾਂਗੇ ਦਿਓਬੰਦ ਮੂਵਮੈਂਟ ਵਾਲੇ, ਉਹ ਇਸ ਦੇ ਬਿਲਕੁਲ ਅਗੇਂਸਟ ਜਾ ਰਹੇ ਹੋਣਗੇ। ਠੀਕ ਹੈ ਜੀ, ਤਾਂ ਯਾਦ ਰੱਖਿਓ ਦਿਓਬੰਦ ਮੂਵਮੈਂਟ ਵਾਲਿਆਂ ਦੀ ਕਿਹਨਾਂ ਨਾਲ ਲੜਾਈ ਹੋਏਗੀ, ਇਹਨਾਂ ਦੀ ਅਲੀਗੜ੍ਹ ਮੂਵਮੈਂਟ ਦੇ ਨਾਲ ਲੜਾਈ ਹੈ। ਠੀਕ ਹੈ ਜੀ, ਅਲੀਗੜ੍ਹ ਮੂਵਮੈਂਟ ਵਾਲੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਮਾਡਰਨ ਐਜੂਕੇਸ਼ਨ ਦੀ ਗੱਲ ਕਰ ਰਹੇ ਨੇ, ਪਰ ਦਿਓਬੰਦ ਵਾਲੇ ਜਿਹੜੇ ਨੇ ਉਹ ਮਾਡਰਨ ਐਜੂਕੇਸ਼ਨ ਉਹ ਕਹਿਣਗੇ ਕਿ ਟ੍ਰੈਡੀਸ਼ਨਲ ਜਿਹੜੀ ਐਕਚੁਅਲ ਸਾਡੀ ਇਸਲਾਮਿਕ ਨੌਲੇਜ ਹੈ ਉਹ ਮਿਲਣੀ ਚਾਹੀਦੀ ਹੈ ਬੱਚਿਆਂ ਨੂੰ। ਕਲੀਅਰ। ਚਲੋ ਜੀ, ਜੇ ਗੱਲ ਕਰੀਏ ਸਟਾਰਟ ਕਿਹਨਾਂ ਨੇ ਕੀਤੀ ਸੀ, ਤਾਂ ਯਾਦ ਰੱਖਿਓ ਸ਼ੁਰੂ ਕਿੱਥੇ ਹੋਏਗੀ, ਜੇ ਸ਼ੁਰੂ ਹੋਏਗੀ ਆਪਣੀ ਸਹਾਰਨਪੁਰ ਦੇ ਵਿੱਚ, ਇਹ ਵੀ ਯੂਪੀ ਦੇ ਵਿੱਚ ਮਿਲੇਗਾ ਤੁਹਾਨੂੰ ਦਿਓਬੰਦ। ਠੀਕ ਹੈ ਜੀ, ਸ਼ੁਰੂ ਕਰਨਗੇ ਕੌਣ, ਤਾਂ ਦੋ ਨਾਮ ਯਾਦ ਰੱਖਣੇ ਨੇ ਆਪਾਂ, ਮੁਹੰਮਦ ਕਾਸਿਮ ਨਾਨੋਤੋਵੀ ਤੇ ਰਸ਼ੀਦ ਅਹਿਮਦ ਗੰਗੋਗੀ। ਠੀਕ ਹੈ ਜੀ, ਦੋ ਨਾਮ ਨੇ ਯਾਦ ਰੱਖਣੇ ਨੇ ਆਪਾਂ। ਦੂਜੇ ਪਾਸੇ ਪਿੱਛੇ ਅਲੀਗੜ੍ਹ ਮੂਵਮੈਂਟ ਦੇ ਵਿੱਚ ਇੱਕ ਨਾਮ ਸੀਗਾ ਸਰ ਸੈਯਦ ਅਹਿਮਦ ਖਾਨ। ਕਲੀਅਰ। ਚਲੋ ਜੀ, ਜੇ ਗੱਲ ਕਰੀਏ ਇਹਨਾਂ ਦੀ ਮੂਵਮੈਂਟ ਦੀ, ਤਾਂ ਯਾਦ ਰੱਖਿਓ ਇਹ ਰਿਵਾਈਵਲਿਸਟ ਮੂਵਮੈਂਟ ਸੀ। ਜੇ ਗੱਲ ਕਰੀਏ ਇਸ ਮੂਵਮੈਂਟ ਨੂੰ, ਇਹ ਰਿਵਾਈਵਲਿਸਟ ਸੀ। ਪਿਛਲੀ ਅਲੀਗੜ੍ਹ ਮੂਵਮੈਂਟ ਵਾਲੀ ਸੀ ਜਿਹੜੀ, ਉਹ ਰਿਫਾਰਮਿਸਟ ਸੀ, ਉਹ ਰਿਫਾਰਮਸ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ। ਉਹ ਹੀ ਨਹੀਂ ਕਹਿ ਰਹੇ ਕਿ ਕੁਝ ਪੁਰਾਣਾ ਜਿਹੜਾ ਹੈਗਾ ਆਪਾਂ ਲੈ ਕੇ ਆਉਂਦੇ ਉਹਨੂੰ ਰਿਵਾਈਵ ਕਰਦੇ ਹਾਂ, ਕਿ ਪਿਛਲਾ ਕੋਈ ਸਾਡਾ ਜੇ ਧਰਮ ਸੀਗਾ ਉਹ ਬਹੁਤ ਵਧੀਆ ਸੀ ਉਹਨੂੰ ਲੈ ਕੇ ਆਉਂਦੇ ਹਾਂ। ਉਹਦੇ ਨਹੀਂ, ਅਸੀਂ ਪੜ੍ਹਾਉਂਦੇ ਹਾਂ, ਇਹਨੂੰ ਰਿਫਾਰਮਸ ਕਰਾਂਗੇ। ਠੀਕ ਹੈ ਜੀ, ਜੇ ਗੱਲ ਕਰਾਂਗੇ ਦਿਓਬੰਦ ਦੀ, ਤਾਂ ਇਹ ਕਹਿ ਰਹੇ ਨਹੀਂ, ਅਸੀਂ ਪੁਰਾਣਾ ਇਸਲਾਮਿਕ ਜਿਹੜਾ ਧਰਮ ਸੀਗਾ ਉਹਨੂੰ ਹੀ ਲੈ ਕੇ ਆਵਾਂਗੇ, ਰਿਵਾਈਵ ਕਰਾਂਗੇ। ਇਹ ਸਾਡਾ ਜਿਹੜਾ ਇਸਟਰਨ ਧਰਮ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕੀ ਆ ਚੁੱਕੀਆਂ, ਕੁਝ ਆਪਾਂ ਕਹਿ ਸਕਦੇ ਹਾਂ ਕਿ ਇਵਿਜ਼ ਆ ਚੁੱਕੇ ਨੇ, ਤਾਂ ਇਹਨੂੰ ਕੀ ਕਰਾਂਗੇ ਅਸੀਂ, ਕਿਵੇਂ ਖਤਮ ਕਰਾਂਗੇ, ਪੁਰਾਣੇ ਧਰਮ ਨੂੰ ਆਪਣੇ ਨੂੰ ਰਿਵਾਈਵ ਕਰਾਂਗੇ। ਠੀਕ ਹੈ ਜੀ, ਕਿਵੇਂ ਰਿਵਾਈਵ ਕੀਤਾ ਜਾਏਗਾ, ਤਾਂ ਦੇਖੋ ਜੀ, ਇਹ ਕਹਿਣਗੇ ਕਿ ਅਸੀਂ ਕੀ ਕਰਾਂਗੇ, ਪ੍ਰੋਪੋਗੇਟ ਕਰਾਂਗੇ ਪਿਓਰ ਟੀਚਿੰਗਸ ਆਫ ਦੀ ਕੁਰਾਨ। ਠੀਕ ਹੈ ਜੀ, ਪਿਓਰ ਟੀਚਿੰਗਸ ਆਫ ਦੀ ਕੁਰਾਨ ਐਂਡ ਹਦੀਸ ਅਮੰਗਸ ਦੀ ਮੁਸਲਿਮਸ। ਠੀਕ ਹੈ ਜੀ, ਪਲੱਸ ਨੈਕਸਟ ਮੋਸਟ ਇੰਪੋਰਟੈਂਟ ਜਿਹੜਾ ਆਪਾਂ ਗੱਲ ਕਰਾਂਗੇ, ਦਿਓਬੰਦ ਦਾ ਆਬਜੈਕਟਿਵ ਹੈ to keep alive the spirit of jihad against the foreign rulers। ਠੀਕ ਹੈ ਜੀ, ਜਿਹਾਦੀਸ ਦਾ ਜਿਹੜਾ ਆਪਾਂ ਕਹਿ ਸਕਦੇ ਕਿ ਆਈਡੀਓਲੋਜੀ ਹੁੰਦੀ ਹੈ ਫੋਰਨ ਰੂਲਰਸ ਦੇ ਅਗੇਂਸਟ, ਉਹਨੂੰ ਕੀ ਕਰਨਗੇ, ਅਲਾਈਵ ਰੱਖਣਗੇ, ਜੀਵਿਤ ਰੱਖਣਗੇ। ਕਲੀਅਰ। ਦਿਓਬੰਦ ਮੂਵਮੈਂਟ ਸਿੰਪਲ ਐਜ਼ ਇਟ ਇਜ਼ ਜੇ ਤੁਸੀਂ ਯਾਦ ਰੱਖਣਾ ਹੈ, ਪਹਿਲਾਂ ਤਾਂ ਤੁਸੀਂ ਪੰਜਾਬ ਦੇ ਪੇਪਰਾਂ ਦੀ ਜੇ ਗੱਲ ਕਰੀਏ ਤੁਹਾਨੂੰ ਇਹਨਾਂ ਦੇ ਫਾਊਂਡਰ ਯਾਦ ਹੋਣੇ ਚਾਹੀਦੇ। ਦੂਜਾ ਤੁਹਾਨੂੰ ਯਾਦ ਹੋਣਾ ਚਾਹੀਦਾ ਰਿਵਾਈਵਲਿਸਟ ਮੂਵਮੈਂਟ ਹੈ, ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣਗੇ ਕਿ ਆਪਸ਼ਨ ਦੇ ਕੇ ਰਿਫਾਰਮਿਸਟ ਕਿਹੜੇ ਨੇ, ਰਿਵਾਈਵਲਿਸਟ ਕਿਹੜੇ ਨੇ। ਰਿਵਾਈਵਲਿਸਟ ਆਪਾਂ ਦੋ ਪੜ੍ਹੇ ਨੇ, ਜੇ ਪਹਿਲੇ ਸੀਗੇ ਆर्य ਸਮਾਜ, ਦੂਜੇ ਸੀਗੇ ਦਿਓਬੰਦ ਮੂਵਮੈਂਟ। ਕਲੀਅਰ। ਉਸ ਤੋਂ ਬਾਅਦ ਜਿੰਨੇ ਵੀ ਆਪਾਂ ਪੜ੍ਹੇ ਨੇ ਸਾਰੇ ਰਿਫਾਰਮਿਸਟ ਨੇ, ਕਨਫਿਊਜ਼ ਨਹੀਂ ਹੋਣਾ ਆਪਾਂ ਕਿ ਸਰ ਰਿਵਾਈਵਲਿਸਟ ਕਿਹੜੇ ਸੀ, ਰਿਫਾਰਮਿਸਟ ਕਿਹੜੇ ਸੀ। ਕਲੀਅਰ ਹੈ ਜੀ। ਚਲੋ ਜੀ, ਨੈਕਸਟ ਆਪਾਂ ਜੀ ਗੱਲ ਕਰਦੇ ਹਾਂ ਵਹਾਬੀ ਮੂਵਮੈਂਟ। ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਕੁਝ ਰਿਐਕਸ਼ਨ ਮੋਡਰੇਟ ਹੋਣਗੇ, ਕੁਝ ਰਿਐਕਸ਼ਨ ਐਕਸਟ੍ਰੀਮ ਜਾਣਗੇ। ਐਕਸਟ੍ਰੀਮ ਰਿਐਕਸ਼ਨ ਕਿਹੜੇ ਨੇ, ਵਹਾਬੀ ਵਾਲੇ। ਠੀਕ ਹੈ ਜੀ, ਹੁਣ ਵਹਾਬੀ ਕੀ ਕਹਿੰਦੇ ਨੇ, ਵਹਾਬੀ ਕਹਿੰਦੇ ਕਿ ਦੇਖੋ ਜੀ ਸਿੱਧੀ ਗੱਲ ਹੈ, ਅਸੀਂ ਤਾਂ ਇੰਡੀਆ ਜਿਹੜਾ ਹੈਗਾ ਇਹ ਕੀ ਹੈ, ਲੈਂਡ ਆਲ ਦਰੁਲ ਹਰਬ ਹੈ, ਮਤਲਬ ਕਿ ਲੈਂਡ ਆਫ ਕਾਫਿਰਸ ਹੈ। ਅਸੀਂ ਕੀ ਕਰਾਂਗੇ, ਹਥਿਆਰ ਚੱਕ ਕੇ ਇਸ ਨੂੰ ਕਨਵਰਟ ਕਰਾਂਗੇ ਕਿਸ ਦੇ ਵਿੱਚ, ਦਰੁਲ ਇਸਲਾਮ ਚ ਬਣਾਉਣਾ ਹੈ, ਮਤਲਬ ਕਿ ਲੈਂਡ ਆਫ ਇਸਲਾਮ ਦੇ ਵਿੱਚ ਇਹਨੂੰ ਕਨਵਰਟ ਕਰਾਂਗੇ। ਕੋਈ ਵੀ ਤਰੀਕਾ ਹੋਵੇ ਅਸੀਂ ਤਾਂ ਕਰਾਂਗੇ, ਮਿਲੀਟੈਂਸੀ ਨਾਲ ਕਰਨਾ ਹੈ, ਹਥਿਆਰ ਚੱਕ ਕੇ ਕਰਨਾ ਹੈ। ਅਸੀਂ ਜਿਹੜਾ ਹੈ ਲੈਂਡ ਆਫ ਕਾਫਿਰਸ ਨੂੰ ਲੈਂਡ ਆਫ ਇਸਲਾਮ ਬਣਾ ਕੇ ਹੀ ਰਵਾਂਗੇ, ਇੱਥੇ ਇਸ ਨੂੰ ਇਸਲਾਮਿਕ ਰੀਜਨ ਜਿਹੜਾ ਹੈ ਬਣਾ ਕੇ ਰਵਾਂਗੇ। ਕਲੀਅਰ। ਤਾਂ ਹੁਣ ਸਭ ਤੋਂ ਪਹਿਲੀ ਚੀਜ਼, ਜਿਹੜੇ ਮੋਡਰੇਟ ਨੇ, ਜਿਹੜੇ ਆਪਾਂ ਕਹਿੰਦੇ ਰਿਐਕਸ਼ਨ ਮੋਡਰੇਟ ਹੈ ਉਹ ਵਧੀਆ ਚੱਲੇਗੀ। ਜਿਹੜੇ ਐਕਸਟ੍ਰੀਮ ਜਾਂਦੀ ਹੈ ਨਾ ਰਿਐਕਸ਼ਨ, ਤਾਂ ਉਹਦੇ ਆਪਾਂ ਦੇਖਾਂਗੇ ਕਿ ਜਾਂ ਤਾਂ ਜਲਦੀ ਉਹ ਸਕਸੈਸਫੁਲ ਹੋ ਜਾਏਗੀ ਜਾਂ ਬਹੁਤ ਜਲਦੀ ਉਹ ਬੰਦ ਵੀ ਹੋ ਜਾਏਗੀ। ਠੀਕ ਹੈ ਜੀ, ਤਾਂ ਗੱਲ ਕਰਦੇ ਹਾਂ ਵਹਾਬੀ ਮੂਵਮੈਂਟ ਦੀ, ਤਾਂ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਇਸ ਦੇ ਫਾਊਂਡਰ ਨਾਮ ਯਾਦ ਰੱਖ ਲਿਓ, ਸੈਯਦ ਅਹਿਮਦ ਆਫ ਰਾਇਬਰੇਲੀ। ਠੀਕ ਹੈ ਜੀ, ਸਰ ਸੈਯਦ ਅਹਿਮਦ ਖਾਨ ਨਹੀਂ ਹੈਗੇ, ਸਰ ਸੈਯਦ ਅਹਿਮਦ ਖਾਨ ਨਹੀਂ ਹੈਗੇ, ਸੈਯਦ ਅਹਿਮਦ ਹੈ ਕਿੱਥੋਂ ਦੇ, ਰਾਇਬਰੇਲੀ ਦੇ। ਹੁਣ ਚੱਲ ਕੀ ਰਿਹਾ, ਇਹ ਇੰਸਪਾਇਰ ਹੋ ਜਾਣਗੇ ਟੀਚਿੰਗਸ ਆਫ ਅਬਦੁਲ ਵਹਾਬ ਆਫ ਅਰਬੀਆ। ਠੀਕ ਹੈ ਜੀ, ਅਬਦੁਲ ਵਹਾਬ ਆਫ ਅਰਬੀਆ ਦੀ ਟੀਚਿੰਗਸ ਤੋਂ ਕਾਫੀ ਜ਼ਿਆਦਾ ਇੰਸਪਾਇਰ ਹੋਣਗੇ ਤੇ ਇੰਡੀਆ ਦੇ ਵਿੱਚ ਸ਼ੁਰੂ ਕਰਨਗੇ ਵਹਾਬੀ ਮੂਵਮੈਂਟ। ਇਹ ਕਹਿਣਗੇ ਕਿ ਅਸੀਂ ਤਾਂ ਇਸਲਾਮ ਤੋਂ ਇਲਾਵਾ ਹੋਰ ਜਿਹੜਾ ਵੀ ਇੱਥੇ ਆਪਾਂ ਕਹਿ ਸਕਦੇ ਰੂਲਰ ਨੇ ਉਹਨਾਂ ਨੂੰ ਹਰਾਵਾਂਗੇ ਤੇ ਇੱਥੇ ਇਸਲਾਮ ਦਾ ਆਪਾਂ ਕਹਿ ਸਕਦੇ ਕਿ ਕੀ ਕਰਾਂਗੇ, ਐਮਪਾਇਰ ਲੈ ਕੇ ਆਵਾਂਗੇ, ਇਸਲਾਮਿਕ ਐਮਪਾਇਰ ਬਣਾਵਾਂਗੇ। ਪਰ ਗਲਤੀ ਕਿੱਥੇ ਹੋਏਗੀ, ਗਲਤੀ ਇਹ ਹੁੰਦੀ ਹੈ ਇਹਨਾਂ ਦੀ ਜਿਹੜੀ ਇਹ ਮੂਵਮੈਂਟ ਸ਼ੁਰੂ ਹੋਏਗੀ ਨਾ, ਇਹ ਸ਼ੁਰੂ ਕਿੱਥੋਂ ਦੀ ਕਰਨਗੇ, ਇਹ ਸ਼ੁਰੂ ਕਰਨਗੇ ਜੇ ਗੱਲ ਕਰੀਏ ਬਾਲਾਕੋਟ ਤੋਂ। ਬਾਲਾਕੋਟ ਜਿਹੜਾ ਆਪਾਂ ਗੱਲ ਕਰ ਸਕਦੇ ਹਾਂ ਕਿ ਪਾਕਿਸਤਾਨ ਚ, ਜੰਮੂ ਕਸ਼ਮੀਰ ਤੇ ਇੰਡੀਆ ਦੇ ਪਾਕਿਸਤਾਨ ਦੇ ਬਾਰਡਰ ਤੇ ਮਿਲ ਜਾਏਗਾ ਤੁਹਾਨੂੰ। ਠੀਕ ਹੈ ਜੀ, ਉਸ ਟਾਈਮ ਤਾਂ ਪਾਕਿਸਤਾਨ ਨਹੀਂ ਸੀਗਾ, ਤਾਂ ਇਹ ਕਿਤੇ ਤੁਹਾਨੂੰ ਜੰਮੂ ਕਸ਼ਮੀਰ ਵਾਲੇ ਏਰੀਆ ਦੇ ਵਿੱਚ ਬਾਲਾਕੋਟ ਮਿਲ ਜਾਏਗਾ। ਹੁਣ ਵਹਾਬੀ ਮੂਵਮੈਂਟ ਸ਼ੁਰੂ ਹੋਏਗੀ ਬਾਲਾਕੋਟ ਵਾਲੇ ਰੀਜਨ ਤੋਂ, ਜਿਹੜੇ ਉੱਥੋਂ ਸ਼ੁਰੂ ਹੋ ਰਹੀ ਹੈ ਮੂਵਮੈਂਟ। ਉਸ ਟਾਈਮ ਸਿੱਖ ਐਮਪਾਇਰ ਦੇ ਵਿੱਚ ਕੌਣ ਸੀਗੇ, ਮਹਾਰਾਜਾ ਰਣਜੀਤ ਸਿੰਘ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਜਿਹੜੀ ਸੀ ਬਹੁਤ ਜ਼ਿਆਦਾ ਕੀ ਸੀ, ਪਾਵਰਫੁਲ ਸੀ। ਤਾਂ ਇਹਨਾਂ ਨੇ ਬ੍ਰਿਟਿਸ਼ਰ ਨਾਲ ਤਾਂ ਲੜਾਈ ਨਹੀਂ ਲਈ, ਪਹਿਲਾਂ ਹੀ ਲੜਾਈ ਕਿਹਦੇ ਨਾਲ ਲੈ ਲਈ, ਮਹਾਰਾਜਾ ਰਣਜੀਤ ਸਿੰਘ ਨਾਲ ਲੈ ਲਈ। ਜਦੋਂ ਉਹ ਹੋਏਗਾ ਤਾਂ ਕਾਫੀ ਜ਼ਿਆਦਾ ਇਹਨਾਂ ਨੂੰ ਕੀ ਹੋ ਜਾਏਗਾ, ਨੁਕਸਾਨ ਹੋਏਗਾ। ਇੱਕ ਪਾਵਰਫੁਲ ਆਰਮੀ, ਇੱਕ ਪਾਸੇ ਤੁਹਾਡੀ ਆਰਮੀ ਜਿਹੜੀ ਹੈ, ਇੱਕ ਆਈਡੀਓਲੋਜੀ ਉਹ ਸ਼ੁਰੂ ਹੋ ਰਹੀ ਹੈ। ਤਾਂ ਇੱਥੇ ਆਪਾਂ ਦੇਖेंगे ਵਹਾਬੀ ਮੂਵਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਫੀ ਜ਼ਿਆਦਾ ਕੀ ਹੋ ਜਾਏਗੀ, ਗੱਲ ਕਰੀਏ ਕਮਜ਼ੋਰ ਹੋ ਜਾਏਗੀ। ਕਲੀਅਰ। ਉਸ ਤੋਂ ਬਾਅਦ ਜੇ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਜਿਹੜੀ ਵਹਾਬੀ ਮੂਵਮੈਂਟ ਹੈ ਇਹ ਕਿਤੇ ਨਾ ਕਿਤੇ ਬ੍ਰਿਟਿਸ਼ਰਸ ਦੇ ਅਗੇਂਸਟ ਵੀ ਚੱਲਦੀ ਰਹੇਗੀ।
ਤੇ ਇसी ਵਜ੍ਹਾ ਤੋਂ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰਸ ਜਿਹੜੇ ਨੇ ਬਹੁਤ ਜ਼ਿਆਦਾ ਆਪਾਂ ਕਹਾਂਗੇ ਕਿ 1857 ਦਾ ਜਿਹੜਾ ਆਪਾਂ ਰਿਵੋਲਟ ਪੜਿਆ ਸੀ ਨਾ, ਉਹਦੇ ਵਿੱਚ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜਾ 1857 ਦਾ ਰਿਵੋਲਟ ਹੈ ਇਹ ਮੁਸਲਿਮਸ ਨੇ ਕਰਵਾਇਆ। ਮੇਨ ਵਜ੍ਹਾ ਜਿਹੜਾ ਬ੍ਰਿਟਿਸ਼ਰ ਜਿਹੜੇ ਨੇ ਉਹ ਕੀ ਮੰਨਣਗੇ, ਉਹ ਬ੍ਰਿਟਿਸ਼ਰਸ ਜਿਹੜੇ ਨੇ ਮੁਸਲਿਮਸ ਨੂੰ ਹੀ ਮੰਨਣਗੇ 1857 ਦੀ ਵਜ੍ਹਾ। ਉਹ ਮੇਨ ਜਿਹੜਾ ਹੈਗਾ ਟਾਰਗੇਟ ਕਿਹਨਾਂ ਨੂੰ ਕਰਨਗੇ, ਵਹਾਬੀਜ਼ ਨੂੰ ਹੀ ਕਰਨਗੇ, ਕਿਉਂਕਿ ਇਹਨਾਂ ਦੀ ਆਈਡੀਓਲੋਜੀ ਸੀ ਇਹ। ਤਾਂ ਇੱਥੇ ਆਪਾਂ ਦੇਖਾਂਗੇ ਕਿ 1857 ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਬ੍ਰਿਟਿਸ਼ਰ ਨੇ ਇੱਕ ਚੀਜ਼ ਸ਼ੁਰੂ ਕਰਨਗੇ, ਉਹ ਹੋਏਗੀ ਡਿਵਾਈਡ ਐਂਡ ਰੂਲ ਦੀ ਪਾਲਿਸੀ। ਉਹ ਇੱਕ ਧਰਮ ਨੂੰ ਨਾਲ ਰੱਖਣਗੇ, ਇੱਕ ਧਰਮ ਨੂੰ ਆਪਣੇ ਤੋਂ ਦੂਰ ਰੱਖਣਗੇ। ਇੱਕ ਧਰਮ ਨੂੰ ਨਾਲ ਰੱਖਣਗੇ, ਉਹਨਾਂ ਨੂੰ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਫੈਸਿਲਿਟੀਜ਼ ਦੇਣਗੇ, ਦੂਜੇ ਧਰਮ ਨੂੰ ਦੂਰ ਰੱਖਣਗੇ। ਇਸ ਦੇ ਨਾਲ ਹੋਏਗਾ ਕਿ ਇਹਨਾਂ ਦੇ ਨਾਲ ਜੇ ਗੱਲ ਕਰਾਂਗੇ ਤਾਂ ਦੋਨੋਂ ਧਰਮ ਜਿਹੜੇ ਨੇ ਆਪਸ 'ਚ ਲੜਨਾ ਸ਼ੁਰੂ ਕਰਨਗੇ। ਠੀਕ ਹੈ ਜੀ। 1857 ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਨਾ ਕਿ ਜੇ ਗੱਲ ਕਰੀਏ ਕਿ ਹਿੰਦੂਜ਼ ਜਿਹੜੇ ਨੇ ਆਪਾਂ ਕਹਾਂਗੇ ਕਿ ਬ੍ਰਿਟਿਸ਼ਰ ਜਿਹੜੇ ਨੇ ਉਹਨਾਂ ਨੂੰ ਵਧੀਆ ਪੋਸਟ ਦੇ ਉੱਪਰ ਰੱਖਣਗੇ। ਠੀਕ ਹੈ ਜੀ। ਉਹ ਜ਼ਿਆਦਾ ਐਜੂਕੇਟਿਡ ਹੋ ਜਾਣਗੇ ਐਜ਼ ਕੰਪੇਅਰ ਟੂ ਮੁਸਲਿਮਸ। ਉਸ ਦੀ ਵਜ੍ਹਾ ਤੋਂ ਹੀ ਅਲੀਗੜ੍ਹ ਮੂਵਮੈਂਟ ਸ਼ੁਰੂ ਹੋਏਗੀ, ਕਿਉਂਕਿ ਸਰ ਸੈਯਦ ਅਹਿਮਦ ਖਾਨ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਬ੍ਰਿਟਿਸ਼ਰ ਜਿਹੜੇ ਨੇ ਮੁਸਲਿਮਸ ਨੂੰ ਨਹੀਂ ਪੜ੍ਹਾ ਰਹੇ, ਤਾਂ ਅਸੀਂ ਮੁਸਲਿਮਸ ਨੂੰ ਪੜ੍ਹਾਉਂਦੇ ਹਾਂ ਕਿ ਇਹ ਨਾ ਹੋਵੇ ਕਿ ਅੱਗੇ ਜਾ ਕੇ ਸਾਰਾ ਜਿਹੜਾ ਆਪਾਂ ਕਹਿ ਸਕਦੇ ਕਿ ਹਾਇਰ ਪੋਸਟ ਨੇ ਜਾਂ ਇੰਪੋਰਟੈਂਟ ਪੋਸਟ ਨੇ ਉੱਥੇ ਦੂਜੇ ਧਰਮ ਦੇ ਲੋਕ ਬੈਠੇ ਹੋਣ, ਸਾਡੇ ਮੁਸਲਿਮਸ ਬੈਠੇ ਹੀ ਨਾ ਹੋਣ। ਕਲੀਅਰ। ਤਾਂ ਇਸ ਦੀ ਵਜ੍ਹਾ ਤੋਂ ਹੀ ਮਤਲਬ ਕਿ ਆਪਾਂ ਦੇਖ ਸਕਦੇ ਹਾਂ ਕਿਤੇ ਨਾ ਕਿਤੇ ਕਮਿਊਨਲ ਟੈਂਸ਼ਨ ਆਣੀ ਸ਼ੁਰੂ ਹੋ ਗਈ, ਦੋ ਧਰਮਾਂ ਦੇ ਵਿੱਚ ਤਕਰਾਰ ਆਣਾ ਸ਼ੁਰੂ ਹੋ ਗਿਆ। ਇਹ ਬ੍ਰਿਟਿਸ਼ਰਸ ਦੀ ਪਾਲਿਸੀ ਹੋਏਗੀ 1857 ਤੋਂ ਬਾਅਦ, ਡਿਵਾਈਡ ਐਂਡ ਰੂਲ ਦੀ ਪਾਲਿਸੀ। ਠੀਕ ਹੈ ਜੀ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਝ ਰਿਫਾਰਮ ਮੂਵਮੈਂਟਸ ਆਪਾਂ ਨੂੰ ਸਿੱਖ ਧਰਮ 'ਚ ਵੀ ਦੇਖਣ ਨੂੰ ਮਿਲ ਜਾਣਗੀਆਂ। ਇਸਲਾਮ ਦੀ ਦੇਖ ਲਈ, ਹਿੰਦੂ ਧਰਮ ਦੀ ਦੇਖ ਲਈ, ਆਪਾਂ ਨੂੰ ਸਿੱਖ ਧਰਮ ਦੀਆਂ ਦੇਖਾਂਗੇ। ਜਿਵੇਂ ਕਿ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਨਿਰੰਕਾਰੀ ਮੂਵਮੈਂਟ। ਹੁਣ ਨਿਰੰਕਾਰੀ ਮੂਵਮੈਂਟ ਜਿਹੜੀ ਹੈ ਐਜ਼ ਇਟ ਇਜ਼ ਤੁਹਾਨੂੰ ਪਹਿਲਾਂ ਤਾਂ ਯਾਦ ਹੋਣਾ ਚਾਹੀਦਾ ਕਿ ਸ਼ੁਰੂ ਕੌਣ ਕਰਨਗੇ, ਤਾਂ ਸ਼ੁਰੂ ਯਾਦ ਰੱਖਿਓ ਬਾਬਾ ਦਿਆਲ ਦਾਸ। ਠੀਕ ਹੈ ਜੀ। ਕਦੋਂ ਸ਼ੁਰੂ ਕਰਨਗੇ, 1840 ਸ਼ੁਰੂ ਕਰਨਗੇ। ਕਲੀਅਰ। ਹੁਣ ਨਾਮ ਤੋਂ ਹੀ ਕਲੀਅਰ ਹੈ ਨਿਰੰਕਾਰ। ਨਿਰੰਕਾਰ ਦਾ ਮਤਲਬ ਜਿਹੜਾ ਗੋਡ ਦਾ ਕੀ ਨਹੀਂ ਹੈ, ਕੋਈ ਫਾਰਮ ਨਹੀਂ ਹੈ। ਜਿਹੜਾ ਭਗਵਾਨ ਕੀ ਹੈ, ਜੇ ਗੱਲ ਕਰੀਏ ਰੱਬ ਜਿਹੜਾ ਹੈ ਨਿਰੰਕਾਰ ਹੈ, ਜਿਸ ਦੀ ਕੋਈ ਆਪਾਂ ਕਹਿ ਸਕਦੇ ਹਾਂ ਫਾਰਮ ਨਹੀਂ ਹੈਗੀ। ਠੀਕ ਹੈ ਜੀ। ਉਹ ਹਰ ਜਗ੍ਹਾ ਹੀ ਵਸਦਾ ਹੈ, ਹਰ ਕਣ ਕਣ ਦੇ ਵਿੱਚ ਰੱਬ ਵਸਦਾ ਹੈ। ਇਹ ਆਪਾਂ ਕੀ ਕਹਾਂਗੇ, ਇਹਨਾਂ ਦੀ ਕੀ ਹੋਗੀ ਆਈਡੀਓਲੋਜੀ। ਹੁਣ ਚਲੇਗਾ ਕਿ ਇੰਫੋਸਾਈਜ਼ ਕਿਸ ਤੇ ਕਰਨਗੇ, ਕਿ ਜੇ ਗੱਲ ਕਰੀਏ ਫੋਕਸ ਕਿਸ ਤੇ ਰੱਖਣਗੇ ਜ਼ਿਆਦਾ, ਇਹ ਕਹਿਣਗੇ ਕਿ ਦੇਖੋ ਸਿੰਪਲਿਸਿਟੀ ਰੱਖੋ। ਨਿਰੰਕਾਰੀ ਜਿਹੜੇ ਹੋਣਗੇ ਸਿੰਪਲਿਸਿਟੀ ਦਾ ਕਰਨਗੇ ਕਿ ਜਿਹੜੇ ਆਪਾਂ ਜ਼ਿਆਦਾ ਹੀ ਸ਼ੋਰ ਸ਼ਰਾਬਾ ਕਰਦੇ ਹਾਂ। ਠੀਕ ਹੈ ਜੀ। ਨਹੀਂ, ਜੇ ਰੱਬ ਨੂੰ ਮੰਨਣਾ ਹੈ, ਰੱਬ ਦੀ ਵਰਸ਼ਿਪ ਕਰਨੀ ਹੈ, ਜਾਂ ਜਿੰਨੇ ਵੀ ਤੁਹਾਡੇ ਆਪਾਂ ਕਹਿ ਸਕਦੇ ਹਾਂ ਕਿ ਫੈਸਟੀਵਲਸ ਨੇ, ਰਿਚੁਅਲਸ ਨੇ, ਉਹਨਾਂ ਨੂੰ ਜਿੰਨਾ ਸਿੰਪਲ ਹੋ ਸਕਦਾ ਉਹ ਕਰੋ। ਕੋਈ ਕਿਸੇ ਦੇ ਬਰਥ ਹੋਗੀ, ਮੈਰਿਜ ਹੋਗੀ, ਡੈਥ ਹੋਗੀ, ਉਹ ਸਾਰੇ ਰਿਚੁਅਲਸ ਜਿਹੜੇ ਨੇ, ਸੈਰੇਮਨੀਜ਼ ਨੇ, ਉਹਨਾਂ ਨੂੰ ਸਿੰਪਲ ਵੇ ਨਾਲ ਕਰੋ। ਤਾਂ ਇਹ ਆਈਡੀਓਲੋਜੀ ਕਿਹਨਾਂ ਦੀ ਹੋਏਗੀ, ਨਿਰੰਕਾਰੀਆਂ ਦੀ। ਕਲੀਅਰ। ਯਾਦ ਰੱਖਿਓ ਐਜ਼ ਇਟ ਇਜ਼ ਹੀ ਕੁਐਸਚਨ ਆ ਜਾਂਦਾ ਕਿ ਨਿਰੰਕਾਰੀ ਮੂਵਮੈਂਟ ਜਿਹੜੀ ਹੈ ਫਾਊਂਡਡ ਬਾय, ਤਾਂ ਨਾਮ ਯਾਦ ਰੱਖਿਓ ਬਾਬਾ ਦਿਆਲ ਦਾਸ। ਠੀਕ ਹੈ ਜੀ। ਇਸ ਤੋਂ ਇਲਾਵਾ ਨੈਕਸਟ ਆਪਾਂ ਦੇਖਦੇ ਹਾਂ ਜੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਨਾਮਧਾਰੀ ਮੂਵਮੈਂਟ, ਜਾਂ ਫਿਰ ਜਿਸ ਨੂੰ ਆਪਾਂ ਕੀ ਕਹਾਂਗੇ ਕੂਕਾ ਮੂਵਮੈਂਟ ਦੇ ਨਾਲ ਵੀ ਰਿਲੇਟ ਕਰਦੇ ਹਾਂ। ਹੁਣ ਇਹ ਕੂਕਾ ਮੂਵਮੈਂਟ ਤੇ ਨਾਮਧਾਰੀ ਮੂਵਮੈਂਟ ਜਦੋਂ ਆਪਾਂ ਪੰਜਾਬ ਜੀਕੇ ਕਰਦੇ ਹਾਂ ਉਦੋਂ ਕਾਫੀ ਜ਼ਿਆਦਾ ਇਸ ਨੂੰ ਕੀ ਕਰਦੇ ਹਾਂ, ਫੋਕਸ ਰੱਖਦੇ ਹਾਂ ਤੇ ਥੋੜਾ ਡੀਪ ਇਹਨਾਂ ਬਾਰੇ ਪੜ੍ਹਦੇ ਹਾਂ। ਠੀਕ ਹੈ ਜੀ। ਚਲੋ ਜੀ ਜੇ ਗੱਲ ਕਰੀਏ ਇੱਥੇ ਤੇ ਯਾਦ ਕਰਨਾ ਆਪਾਂ ਸਭ ਤੋਂ ਪਹਿਲਾਂ ਆਪਾਂ ਯਾਦ ਕਰਨਾ ਕਿ ਬਾਬਾ ਰਾਮ ਸਿੰਘ। ਪਿੱਛੇ ਆਪਾਂ ਗੱਲ ਕੀਤੀ ਸੀ ਤਾਂ ਯਾਦ ਕੀਤਾ ਸੀ ਬਾਬਾ ਦਿਆਲ ਦਾਸ। ਨਾਮਧਾਰੀ ਚ ਯਾਦ ਰੱਖਣਾ ਬਾਬਾ ਰਾਮ ਸਿੰਘ। ਉਹਨਾਂ ਤੋਂ ਬਾਅਦ ਆਣਗੇ ਜੀ ਬਾਲਕ ਸਿੰਘ। ਠੀਕ ਹੈ ਜੀ। ਕਿਹੜੀ ਮੂਵਮੈਂਟ ਨੂੰ ਲੀਡ ਕਰ ਰਹੇ ਨੇ, ਨਾਮਧਾਰੀ ਮੂਵਮੈਂਟ ਨੂੰ ਲੀਡ ਕਰ ਰਹੇ ਨੇ। ਠੀਕ ਹੈ ਜੀ। ਜੇ ਗੱਲ ਕਰੀਏ ਕਿ ਇਹਨਾਂ ਦਾ ਆਬਜੈਕਟਿਵ ਕੀ ਹੋਏਗਾ ਨਾਮਧਾਰੀਆਂ ਦਾ, ਨਾਮਧਾਰੀਆਂ ਦਾ ਆਬਜੈਕਟਿਵ ਦੇਖੋ ਜੀ, ਟੂ ਸਪਰੈਡ ਦੀ ਟਰੂ ਸਪਿਰਿਟ ਆਫ ਦੀ ਸਿੱਖੀਜ਼ਮ। ਜੋ ਸਿੱਖੀਜ਼ਮ ਦੇ ਅਸਲੀ ਸਿਧਾਂਤ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਦੱਸਿਆ ਜਾਏ। ਠੀਕ ਹੈ ਜੀ। ਇਹ ਕਿਹਨਾਂ ਦਾ ਹੋਏਗਾ ਆਬਜੈਕਟਿਵ, ਨਾਮਧਾਰੀਆਂ ਦਾ ਹੋਏਗਾ। ਕਲੀਅਰ ਹੈ ਜੀ। ਨੈਕਸਟ ਜੇ ਗੱਲ ਕਰੀਏ ਹਿੰਦੂ, ਜੇ ਗੱਲ ਕਰੀਏ ਆਪਾਂ ਰਿਲੀਜਨ, ਜੇ ਆਪਾਂ ਗੱਲ ਕਰੀਏ ਇਸਲਾਮਿਕ ਰਿਲੀਜਨ ਦੇ ਵਿੱਚ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਉੱਥੇ ਵਿਮਨ ਤੇ ਮੈਨ ਦੀ ਜਿਹੜੀ ਗੱਲ ਹੈ ਇਕੁਐਲਿਟੀ ਦੀ ਗੱਲ ਆ ਰਹੀ ਹੈ ਬਾਰ-ਬਾਰ। ਠੀਕ ਹੈ ਜੀ। ਕਿ ਵਿਮਨ ਨੂੰ ਜਿਹੜਾ ਜ਼ਿਆਦਾ ਸਟੇਟਸ ਮਿਲਣਾ ਚਾਹੀਦਾ ਹੈ। ਤਾਂ ਆਪਾਂ ਦੇਖਾਂਗੇ ਕਿ ਇੱਥੇ ਵੀ ਨਾਮਧਾਰੀ ਮੂਵਮੈਂਟ ਦੇ ਵਿੱਚ ਆਪਾਂ ਦੇਖਾਂਗੇ ਕਿ ਵਿਮਨ ਦੀ ਕੰਡੀਸ਼ਨ ਨੂੰ ਜਿਹੜਾ ਅਪਲਿਫਟ ਕਰਨ ਲਈ, ਇੰਪਰੂਵ ਕਰਨ ਲਈ ਵੀ ਕਾਫੀ ਜ਼ਿਆਦਾ ਸਟੈਪਸ ਲਿੱਤੇ ਜਾਣਗੇ। ਜਿਵੇਂ ਕਿ ਵਿਮਨ ਵਿਡੋ ਰੀਮੈਰਿਜ, ਉਹਨੂੰ ਕੀ ਕੀਤਾ ਜਾਏਗਾ, ਇੰਕਰੇਜ ਕੀਤਾ ਜਾਏਗਾ। ਜਿਹੜੀ ਚਾਈਲਡ ਮੈਰਿਜ ਹੈ ਉਹਨੂੰ ਡਿਸਕਰੇਜ ਕੀਤਾ ਜਾਏਗਾ। ਜਿਹੜਾ ਦਹੇਜ ਵਾਲਾ ਚੱਲ ਆਪਾਂ ਕਹਿ ਸਕਦੇ ਕਿ ਚੀਜ਼ ਚੱਲ ਰਹੀ ਹੋਏਗੀ ਉਸ ਨੂੰ ਵੀ ਡਿਸਕਰੇਜ ਕੀਤਾ ਜਾਏਗਾ। ਕਲੀਅਰ। ਤਾਂ ਸੁਸਾਇਟੀ ਜਿਹੜੀ ਹੈ ਦੇਖੋ, ਧਰਮ ਆਪਣੀ ਜਗ੍ਹਾ, ਪਰ ਸੁਸਾਇਟੀ ਜਿਹੜੇ ਲੋਕ ਨੇ ਉਹਨਾਂ ਨੇ ਜੋ ਮੰਗ ਕਰਨੀ ਹੈ ਨਾ ਉਹ ਸਾਰਿਆਂ ਦੀ ਹੀ ਸੇਮ ਹੈ। ਲੋਕ ਕੀ ਮੰਗ ਕਰਨਗੇ, ਵਿਮਨ ਕੀ ਮੰਗ ਕਰਨਗੇ, ਬੱਚੇ ਕੀ ਮੰਗ ਕਰਨਗੇ, ਸਿੰਪਲ ਜੀ ਗੱਲ ਹੈ। ਮੈਨ ਵਿਮਨ, ਜੇ ਵਿਮਨ ਦਾ ਸਟੇਟਸ ਬਹੁਤ ਨੀਚੇ ਹੈ ਤਾਂ ਵਿਮਨ ਕੋਈ ਵੀ ਧਰਮ ਹੋਵੇ ਤਾਂ ਉਹਨਾਂ ਨੇ ਤਾਂ ਹੀ ਮੰਗ ਕਰਨੀ ਹੈ ਕਿ ਸਾਡਾ ਸਟੇਟਸ ਉੱਪਰ ਆਏ। ਤਾਂ ਸੇਮ ਜੇ ਗੱਲ ਕਰਾਂਗੇ ਤਾਂ ਇੱਥੇ ਤੁਹਾਨੂੰ ਕਿਤੇ ਨਾ ਕਿਤੇ ਸਾਰੇ ਧਰਮਾਂ ਦੇ ਵਿੱਚ ਕੁਝ ਚੀਜ਼ਾਂ ਕਾਮਨ ਹੀ ਦਿਖਣਗੀਆਂ। ਬਸ ਉਹ ਰਿਐਕਸ਼ਨ ਜਿਹੜੀ ਹੈ ਅਲੱਗ-ਅਲੱਗ ਹੋ ਸਕਦੀ ਹੈ। ਉਹ ਕੁਝ ਰਿਐਕਸ਼ਨ ਪਹਿਲਾਂ ਹੋ ਜਾਏਗੀ, ਕੁਝ ਰਿਐਕਸ਼ਨ ਜਿਹੜੀ ਹੈ ਬਾਅਦ ਚ ਹੋ ਜਾਏਗੀ। ਬਸ ਆਪਾਂ ਕਹਿ ਸਕਦੇ ਕਿ ਇਸਲਾਮ ਦੇ ਵਿੱਚ ਅਲੱਗ ਨਾਮ ਤੋਂ ਹੋਏਗੀ, ਹਿੰਦੂ ਧਰਮ ਚ ਅਲੱਗ ਨਾਮ ਤੋਂ ਹੋਏਗੀ, ਸਿੱਖ ਧਰਮ ਚ ਅਲੱਗ ਨਾਮ ਤੋਂ ਹੋਏਗੀ। ਉੱਥੇ ਲੀਡਰਸ ਹੋਰ ਹੋਣਗੇ, ਇੱਧਰ ਲੀਡਰਸ ਹੋਰ ਹੋਣਗੇ। ਹੋਰ ਬਾਕੀ ਕਾਮਨ ਨੀਚੇ ਬੇਸ ਸਾਰਿਆਂ ਦਾ ਸੇਮ ਹੀ ਰਹਿਣਾ। ਕਲੀਅਰ। ਚਲੋ ਜੀ ਨੈਕਸਟ ਆਪਾਂ ਦੇਖਾਂਗੇ ਜੀ, ਦੇਖੋ ਜਿਵੇਂ ਸਿੰਘ ਸਭਾ ਮੂਵਮੈਂਟ।
ਹੁਣ ਸਿੰਘ ਸਭਾ ਮੂਵਮੈਂਟ ਫਿਰ ਮਾਈਂਡ 'ਚ ਆਪਣੇ ਆਏਗਾ। ਦੇਖੋ ਜੀ ਬ੍ਰਿਟਿਸ਼ਰਸ ਆਏ, ਬ੍ਰਿਟਿਸ਼ਰਸ ਨੇ ਕ੍ਰਿਸਚੀਅਨ ਮਿਸ਼ਨਰੀਜ਼ ਨੂੰ ਕੀ ਕੀਤਾ, ਸ਼ੁਰੂ ਕਰਤਾ। ਕ੍ਰਿਸਚੀਅਨ ਮਿਸ਼ਨਰੀਜ਼ ਕੀ ਕਰ ਰਹੇ ਨੇ, ਇੰਡੀਆ ਦੇ ਵਿੱਚ ਲੋਕਾਂ ਨੂੰ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕਰ ਰਹੇ ਨੇ। ਹੁਣ ਲੋਕੀ ਕ੍ਰਿਸਚੈਨਿਟੀ 'ਚ ਕਨਵਰਟ ਕਿਉਂ ਹੋ ਰਹੇ ਨੇ, ਜੇ ਗੱਲ ਕਰੀਏ ਕੁਝ ਸਿੱਖ ਜਿਹੜੇ ਨੇ ਉਹ ਕ੍ਰਿਸਚੈਨਿਟੀ 'ਚ ਕਨਵਰਟ ਹੋ ਗਏ, ਤਾਂ ਸਿੱਖ ਧਰਮ ਵਾਲਿਆਂ ਨੂੰ ਤਾਂ ਸੋਚਣਾ ਪਏਗਾ ਨਾ ਕਿਉਂ ਕਨਵਰਟ ਹੋ ਰਹੇ ਨੇ, ਕਿਉਂ ਸਾਡੀ ਪੋਪੂਲੇਸ਼ਨ ਜਿਹੜੀ ਹੈਗੀ ਆ, ਸਾਡੇ ਸਿੱਖ ਧਰਮ ਦੇ ਲੋਕ ਜਿਹੜੇ ਨੇ ਕ੍ਰਿਸਚੈਨਿਟੀ ਜਾ ਰਹੇ ਨੇ। ਤਾਂ ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲੇਗਾ ਕਿ ਅਸੀਂ ਜਿਹੜੇ ਆਪਣੇ ਰੀਅਲ ਆਈਡੀਓਲੋਜੀ ਹੈ, ਜੋ ਸਿੱਖ ਧਰਮ ਦੇ ਸਿਧਾਂਤ ਨੇ, ਉਹ ਲੋਕਾਂ ਨੂੰ ਦੱਸ ਹੀ ਨਹੀਂ ਪਾਏ ਅਸਲੀ। ਉਹ ਕਿਵੇਂ ਦਸੀਏ, ਤਾਂ ਫਿਰ ਕਹਿਣਗੇ ਕਿ ਦੇਖੋ ਆਪਾਂ ਨੂੰ ਕੀ ਕਰਨਾ ਪਏਗਾ, ਆਪਣੇ ਰਿਲੀਜਨ ਨੂੰ ਪ੍ਰੋਪਗੇਟ ਕਰਨਾ ਪਏਗਾ। ਜੇ ਗੱਲ ਕਰੀਏ ਆਰਿਆ ਸਮਾਜ, ਉਹ ਹਿੰਦੂਇਜ਼ਮ ਨੂੰ ਪ੍ਰੋਪਗੇਟ ਕਰਨ ਦੀ ਗੱਲ ਕਰਨਗੇ। ਦਿਓਬੰਦ ਵਾਲੇ ਉਹ ਇਸਲਾਮ ਨੂੰ ਪ੍ਰੋਪਗੇਟ ਕਰਨ ਦੀ ਗੱਲ ਕਰ ਰਹੇ ਨੇ। ਕ੍ਰਿਸਚੈਨਿਟੀ ਕ੍ਰਿਸਚੀਅਨ ਮਿਸ਼ਨਰੀਜ਼ ਪ੍ਰੋਪਗੇਟ ਕਰ ਰਹੇ ਨੇ। ਤਾਂ ਸਿੱਖ ਧਰਮ ਕੀ ਲੈ ਕੇ ਆਏਗਾ ਮੂਵਮੈਂਟ, ਸਿੰਘ ਸਭਾ ਮੂਵਮੈਂਟ। ਕਹਿਣਗੇ ਕਿ ਅਸੀਂ ਆਪਣੇ ਧਰਮ ਨੂੰ ਕੀ ਕਰਾਂਗੇ, ਹੁਣ ਪ੍ਰੋਪਗੇਟ ਕਰਾਂਗੇ। ਤਾਂ ਇਹ ਪ੍ਰੋਪਗੇਟ ਕਿਵੇਂ ਕੀਤਾ ਜਾਏ, ਪ੍ਰੀਚ ਕਿਵੇਂ ਕੀਤਾ ਜਾਏ, ਕਿਵੇਂ ਲੋਕਾਂ ਨੂੰ ਦੱਸਿਆ ਜਾਏ। ਤਾਂ ਤੁਸੀਂ ਦੇਖੋ ਜਿੰਨੇ ਵੀ ਵੱਡੇ ਸ਼ਹਿਰ ਨੇ ਨਾਰਥ ਇੰਡੀਆ ਦੇ ਵਿੱਚ, ਸਾਊਥ ਇੰਡੀਆ ਤੱਕ ਜਾਓਗੇ ਤੁਸੀਂ, ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇਖਣ ਨੂੰ ਮਿਲ ਜਾਣਗੇ ਸਿੰਘ ਸਭਾ ਗੁਰਦੁਆਰਾ। ਉਹ ਸਿੰਘ ਸਭਾ ਗੁਰਦੁਆਰਾ ਕਿਉਂ ਬਣਾਏ ਗਏ ਸੀ, ਕੀ ਕੰਮ ਲਈ ਸੀ। ਤੁਸੀਂ ਦੇਖੋਗੇ ਖਾਲਸਾ ਕਾਲਜ ਬਣਦੇ ਨੇ, ਖਾਲਸਾ ਸਕੂਲ ਵੀ ਮਿਲਦੇ ਨੇ ਤੁਹਾਨੂੰ, ਉਹ ਕਿਸ ਕੰਮ ਲਈ ਨੇ, ਉਹ ਕਿਤੇ ਨਾ ਕਿਤੇ ਕਿਸ ਲਈ ਨੇ। ਦੇਖੋ ਜੀ ਜਿਹੜੀ ਸਿੰਘ ਸਭਾ ਮੂਵਮੈਂਟ ਸੀ, ਇਹ ਸਾਰਾ ਕੁਝ ਉਹਦੇ ਵਿੱਚ ਹੋਏਗਾ। ਸਿੰਘ ਸਭਾ ਮੂਵਮੈਂਟ ਦੇ ਵਿੱਚ ਸਿੱਖ ਲੋਕਾਂ ਨੂੰ, ਸਿੱਖ ਪੀਪਲਸ ਨੂੰ ਜੇ ਗੱਲ ਕਰੀਏ ਤਾਂ ਮਾਡਰਨ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਗਈ ਸੀ। ਤਾਂ ਉਹਨਾਂ ਲਈ ਅਲੱਗ ਤੋਂ ਸਕੂਲ ਬਣਾਏ ਗਏ ਜਿਹਨੂੰ ਆਪਾਂ ਕਹਿੰਦੇ ਨੇ ਖਾਲਸਾ ਸਕੂਲ, ਖਾਲਸਾ ਕਾਲਜ। ਕਲੀਅਰ ਹੈ ਜੀ। ਸਿਰਫ ਮਾਡਰਨ ਐਜੂਕੇਸ਼ਨ ਦਿੱਤੀ ਜਾਏਗੀ ਨਹੀਂ, ਮਾਡਰਨ ਐਜੂਕੇਸ਼ਨ ਦੇ ਨਾਲ ਰਿਲੀਜੀਅਸ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਉੱਥੇ। ਕਲੀਅਰ। ਜੇ ਆਪਾਂ ਗੱਲ ਕਰਾਂਗੇ ਜਿਹੜਾ ਅੰਮ੍ਰਿਤਸਰ ਖਾਲਸਾ ਕਾਲਜ ਹੈ, ਉਹ ਕਿਹੜੀ ਮੂਵਮੈਂਟ ਦੇ ਵਿੱਚ ਬਣਿਆ ਸੀ, ਉਹ 1892 ਦੇ ਵਿੱਚ ਬਣਿਆ ਸੀ। ਤਾਂ ਉਹ 1892 ਦੇ ਵਿੱਚ ਸਿੰਘ ਸਭਾ ਮੂਵਮੈਂਟ ਦੇ ਵਿੱਚ ਹੀ ਬਣਿਆ। ਕਲੀਅਰ। ਤਾਂ ਕੁਝ ਨਾਮ ਯਾਦ ਰੱਖਣੇ ਨੇ, ਬਿਲਕੁਲ ਨਾਮ ਯਾਦ ਰੱਖਣੇ ਨੇ। ਆਜੋ ਜੀ ਹੁਣ ਫੈਕਟ ਦੇ ਉੱਪਰ। ਜੇ ਆਪਾਂ ਸਿੰਘ ਸਭਾ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਨਾਮ ਯਾਦ ਰੱਖਣਾ ਠਾਕੁਰ ਸਿੰਘ ਸੰਧਾਵਾਲੀਆ। ਠੀਕ ਹੈ ਜੀ। ਨੈਕਸਟ ਨਾਮ ਯਾਦ ਰੱਖਣਾ ਗਿਆਨ ਸਿੰਘ। ਠੀਕ ਹੈ ਜੀ। ਇਹ ਕੌਣ ਸੀਗੇ, ਲੀਡਰ ਸੀਗੇ ਸਿੰਘ ਸਭਾ ਮੂਵਮੈਂਟ ਦੇ। ਠੀਕ ਹੈ ਜੀ। ਹੁਣ ਇਹ ਸਿੰਘ ਸਭਾ ਮੂਵਮੈਂਟ ਨੇ ਕਰਨਾ ਕੀ ਸੀ, ਆਬਜੈਕਟਿਵ ਕੀ ਸੀ, ਤਾਂ ਦੇਖੋ ਜੀ ਏਮਡ ਐਟ ਰੀਐਸਟੈਬਲਿਸ਼ਿੰਗ ਦੀ ਵੈਲਿਊਜ਼ ਐਂਡ ਦੀ ਕੋਰ ਆਫ ਸਿੱਖ ਰਿਲੀਜਨ ਅਮੰਗ ਦੀ ਪੀਪਲ। ਠੀਕ ਹੈ ਜੀ। ਸਿੱਖ ਰਿਲੀਜਨ ਦੇ ਜੋ ਕੋਰ ਵੈਲਿਊ ਸੀਗੀਆਂ ਉਹ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਕਲੀਅਰ। ਤਾਂ ਇੱਥੇ ਦੇਖਾਂਗੇ ਕਿ ਆਪਾਂ ਇਹ ਕੀ ਸੀਗਾ, ਰਿਐਕਸ਼ਨ ਸੀਗੀ ਕਿਸ ਦੇ ਅਗੇਂਸਟ ਦੀ, ਮਿਸ਼ਨਰੀ ਐਕਟੀਵਿਟੀਜ਼ ਆਫ ਦੀ ਕ੍ਰਿਸਚੀਅਨਸ ਐਜ਼ ਵੈਲ ਐਜ਼ ਹਿੰਦੂ ਆਰਗੇਨਾਈਜੇਸ਼ਨ ਆਰਿਆ ਸਮਾਜ ਦੇ ਵਿੱਚ ਸ਼ੁੱਧੀ ਮੂਵਮੈਂਟ, ਜਿਹੜੇ ਨਾਨ ਹਿੰਦੂਜ਼ ਨੂੰ ਕਨਵਰਟ ਕਰ ਰਹੇ ਸੀ ਹਿੰਦੂਇਸਟ, ਤੇ ਕ੍ਰਿਸਚੈਨਿਟੀ ਦੇ ਵਿੱਚ ਜੇ ਆਪਾਂ ਦੇਖੀਏ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਨੇ ਉਹ ਨਾਨ ਕ੍ਰਿਸਚੀਅਨਸ ਨੂੰ ਕ੍ਰਿਸਚੈਨਿਟੀ ਚ ਕਰ ਰਹੇ ਸੀ। ਤਾਂ ਉਸ ਦੀ ਰਿਐਕਸ਼ਨ ਸੀਗੀ ਆਪਾਂ। ਕਲੀਅਰ ਹੈ ਜੀ। ਤਾਂ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਅਲੱਗ-ਅਲੱਗ ਸਕੂਲਸ ਬਣਾਏ ਜਾਣਗੇ, ਜਿਵੇਂ ਕਿ ਖਾਲਸਾ ਸਕੂਲ, ਖਾਲਸਾ ਕਾਲਜ ਬਣਾਏ ਜਾਣਗੇ। ਕਿਹੜੀ ਮੂਵਮੈਂਟ ਦੇ ਵਿੱਚ ਬਣਾਏ ਜਾਣਗੇ, ਸਿੰਘ ਸਭਾ ਮੂਵਮੈਂਟ ਦੇ ਵਿੱਚ ਬਣਾਏ ਜਾਣਗੇ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਆਪਾਂ ਦੇਖਾਂਗੇ ਜੀ ਜ਼ੋਰਾਸਟਰੀਅਨ ਜਾਂ ਫਿਰ ਪਾਰਸੀਜ਼ ਰਿਫਾਰਮ ਮੂਵਮੈਂਟ। ਸਾਰੇ ਧਰਮਾਂ 'ਚ ਜੇ ਰਿਫਾਰਮਸ ਹੋ ਰਹੇ ਨੇ ਤਾਂ ਪਾਰਸੀਜ਼ ਜਿਹੜੇ ਨੇ, ਚਾਹੇ ਉਹਨਾਂ ਦੀ ਪੋਪੂਲੇਸ਼ਨ ਘੱਟ ਹੈ ਪਰ ਉੱਥੇ ਵੀ ਤਾਂ ਰਿਫਾਰਮਸ ਹੋਣਗੇ ਨਾ। ਤਾਂ ਆਪਾਂ ਦੇਖਾਂਗੇ ਜੀ ਰਿਫਾਰਮਸ ਕਿਵੇਂ ਹੋਣਗੇ। ਪਹਿਲਾਂ ਕੀ ਬਣਾਈ ਜਾਏਗੀ, ਜਿਹੜੇ ਉੱਥੇ ਦੇ ਲੀਡਰ ਹੋਣਗੇ ਉਹ ਇੱਕ ਆਰਗੇਨਾਈਜੇਸ਼ਨ ਬਣਾਉਣਗੇ। ਆਰਗੇਨਾਈਜੇਸ਼ਨ ਦਾ ਨਾਮ ਯਾਦ ਰੱਖਿਓ ਜੀ, ਰਹਿਨੁਮਾਈ ਮਧਿਅਸਮ ਸਭਾ। ਠੀਕ ਹੈ ਜੀ। ਰਹਿਨੁਮਾਈ ਮਧਿਅਸਮ ਸਭਾ ਜਿਹੜੀ ਹੈ ਬਣਾਉਣਗੇ ਕੌਣ, ਲੀਡਰਸ ਕੌਣ ਸੀਗੇ, ਜਿਹੜੇ ਪੜ੍ਹੇ ਲਿਖੇ ਸੀ ਜ਼ਿਆਦਾ। ਤਾਂ ਆਪਾਂ ਦੇਖਾਂਗੇ ਜੀ ਪਾਰਸੀਜ਼ ਦੇ ਵਿੱਚ ਦਾਦਾ ਭਾਈ ਨੌਰੋਜੀ ਮੋਸਟ ਇੰਪੋਰਟੈਂਟ ਨੇਮ। ਠੀਕ ਹੈ ਜੀ। ਉਸ ਤੋਂ ਬਾਅਦ KR ਕਾਮਾ ਤੇ SS ਬੰਗਾਲੀ। ਠੀਕ ਹੈ ਜੀ। ਇਹ ਮਿਲ ਕੇ ਕੀ ਬਣਾਉਣਗੇ, ਰਹਿਨੁਮਾਈ ਮਧਿਅਸਮ ਸਭਾ। ਕਲੀਅਰ। ਚਲੋ ਜੀ ਨੈਕਸਟ। ਹੁਣ ਲੋਕਾਂ ਨੂੰ ਕਿਵੇਂ ਅਵੇਅਰ ਕਰਨਾ ਹੈ, ਤਾਂ ਲਿਖਣਾ ਪਏਗਾ। ਪੈਨ ਦੀ ਤਾਕਤ ਕਿੰਨੀ ਹੈ, ਗੋਲੀ ਨਾਲੋਂ ਆਪਾਂ ਕਹਾਂਗੇ ਕਿ ਪੈਨ ਦੀ ਤਾਕਤ ਜ਼ਿਆਦਾ ਹੈ। ਕਿਸੇ ਨੂੰ ਕੋਈ ਚੀਜ਼ ਸਮਝਾਣੀ ਹੋਵੇ ਨਾ, ਤੁਸੀਂ ਉਸ ਨੂੰ ਕਿਵੇਂ ਸਮਝਾਓਗੇ, ਉਹਨੂੰ ਪੈਨ ਨਾਲ ਹੀ ਆਪਣੇ ਵਿਚਾਰਾਂ ਨਾਲ ਸਮਝਾਓਗੇ ਕਿ ਦੇਖੋ ਜੀ ਮੈਂ ਲਿਖਤੀ ਚੀਜ਼, ਇਹਨੂੰ ਗਲਤ ਨਹੀਂ ਤੁਸੀਂ ਪ੍ਰੂਵ ਕਰ ਸਕਦੇ, ਸਮਝੋ ਇਸ ਨੂੰ ਲਿਖਿਆ ਕੀ ਹੈ। ਠੀਕ ਹੈ ਜੀ। ਲੋਕਾਂ ਨੂੰ ਅਵੇਅਰ ਕਰਨ ਦੇ ਵਿੱਚ ਅੱਗੇ ਆਪਾਂ ਪੜਾਂਗੇ ਕਿ ਇਹ ਪੈਨ ਹੀ ਹੈ, ਇਹ ਪੈਨ ਦੀ ਕਲਮ ਦੀ ਤਾਕਤ ਹੈ। ਇੰਨੇ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰ ਕੀਤਾ। ਠੀਕ ਹੈ ਜੀ। ਤਾਂ ਜੇ ਗੱਲ ਕਰਾਂਗੇ ਪਾਰਸੀ ਰਿਫਾਰਮ ਮੂਵਮੈਂਟ ਦੀ, ਤਾਂ ਇੱਥੇ ਦੇਖੋ ਜੀ ਪਬਲੀਕੇਸ਼ਨ ਦਾ ਨਾਮ ਯਾਦ ਰੱਖਿਓ, ਰਸਤ ਗੁਫਤਾਰ। ਹੁਣ ਇਹ ਰਸਤ ਗੁਫਤਾਰ ਕੀ ਕਰੇਗਾ, ਪ੍ਰੋਪੋਗੇਟ ਕਰੇਗਾ ਆਈਡੀਆਜ਼ ਇਹਨਾਂ ਦੇ। ਠੀਕ ਹੈ ਜੀ। ਰਹਿਨੁਮਾਈ ਮਧਿਅਸਮ ਸਭਾ ਦੇ ਆਈਡੀਆਜ਼ ਨੂੰ ਅੱਗੇ ਲੋਕਾਂ 'ਚ ਦੱਸੇਗਾ। ਕਿਸ ਚੀਜ਼ ਬਾਰੇ, ਐਂਟੀ ਪਰਦਾ ਲੋਕਾਂ 'ਚ ਦੱਸੇਗਾ ਕਿ ਐਜੂਕੇਸ਼ਨ ਫॉर ਦੀ ਵੂਮਨ, ਲੋਕਾਂ ਨੂੰ ਅਵੇਅਰ ਕਰੇਗਾ ਰੇਜ਼ ਦੀ ਏਜ ਆਫ ਮੈਰਿਜ, ਛੋਟੇ ਬੱਚਿਆਂ ਦੀ ਚਾਈਲਡ ਮੈਰਿਜ ਨਾ ਕਰੋ, ਉਮਰ ਵਧਾਓ। ਠੀਕ ਹੈ ਜੀ। ਇਹ ਸਾਰੀ ਚੀਜ਼ਾਂ ਸਾਰਿਆਂ ਧਰਮਾਂ ਦੇ ਵਿੱਚ ਤੁਹਾਨੂੰ ਕਾਮਨ ਹੀ ਦਿਖਣਗੀਆਂ, ਬਸ ਨਾਮ ਚੇਂਜ ਹੋ ਰਹੇ ਨੇ, ਲੀਡਰ ਚੇਂਜ ਹੋ ਰਹੇ ਨੇ, ਉਸ ਦਾ ਤੁਸੀਂ ਧਿਆਨ ਰੱਖਣਾ ਹੈ। ਕਲੀਅਰ। ਚਲੋ ਜੀ ਨੈਕਸਟ ਆਪਾਂ ਗੱਲ ਕਰਦੇ ਜੀ, ਹੁਣ ਅੱਗੇ ਡਿਸਕਸ ਕਰਾਂਗੇ ਆਪਾਂ ਪੋਲੀਟੀਕਲ ਐਸੋਸੀਏਸ਼ਨਸ। ਹੁਣ ਜੇ ਗੱਲ ਕਰੀਏ 1857 ਤੱਕ ਆਪਾਂ ਰੀਡ ਕਰ ਚੁੱਕੇ। 1857 ਦਾ ਰਿਵੋਲਟ ਹੋ ਗਿਆ। 1857 ਦੇ ਰਿਵੋਲਟ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਫੀ ਲੋਕਾਂ ਨੇ ਬ੍ਰਿਟਿਸ਼ਰਸ ਦਾ ਸਾਥ ਦਿੱਤਾ, ਜਿਨ੍ਹਾਂ ਦੇ ਵਿੱਚੋਂ ਜੇ ਇੱਕ ਗੱਲ ਕਰਾਂਗੇ ਤਾਂ ਆਪਾਂ ਦੇਖਿਆ ਸੀ ਕਿ ਐਜੂਕੇਟਿਡ ਮਿਡਲ ਕਲਾਸ ਜਿਹੜੀ ਹੈ ਉਹਨਾਂ ਨੇ ਵੀ ਕੀ ਕੀਤਾ ਸੀ, ਬ੍ਰਿਟਿਸ਼ਰਸ ਦਾ ਸਾਥ ਦਿੱਤਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਜਿਹੜਾ ਆਪਾਂ ਗੱਲ ਕਰੀਏ ਕਿ ਇੰਡੀਆ ਨੂੰ ਥੋੜਾ ਪਿੱਛੇ ਮਿਡੀਵਲ ਟਾਈਮਸ ਲਿੱਤਾ ਜਾਏ। ਉਹਨਾਂ ਨੂੰ ਇਹ ਦਿਖ ਰਿਹਾ ਸੀ ਕਿ ਜਿਹੜੇ ਅੰਗਰੇਜ਼ ਨੇ ਇਹ ਕਿਤੇ ਨਾ ਕਿਤੇ ਸਾਡੀ ਸੁਸਾਇਟੀ ਨੂੰ ਰਿਫਾਰਮ ਕਰਨਗੇ, ਸਾਡੇ ਲਈ ਬੈਟਰ ਕਰਨਗੇ ਕੰਮ। ਠੀਕ ਹੈ ਜੀ। ਤਾਂ ਜਿਹੜੀ ਐਜੂਕੇਟਿਡ ਮਿਡਲ ਕਲਾਸ ਹੈ
ਤਾਂ ਇਸ ਦਾ ਕੰਮ ਕੀ ਸੀ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਬ੍ਰਿਟਿਸ਼ਰ ਦਾ ਸਾਥ ਦਿੱਤਾ 1857 ਵਿੱਚ। ਇਹੀ ਰਿਫਾਰਮਿਸਟ ਸੀਗੇ। ਆਪਾਂ ਪਿੱਛੇ ਹੁਣ ਜਿੰਨੇ ਵੀ ਸੋਸ਼ਲ ਰਿਲੀਜੀਅਸ ਰਿਫਾਰਮਸ ਪੜ੍ਹ ਕੇ ਆਏ ਆ, ਉਹ ਰਿਫਾਰਮਸ ਲੈ ਕੇ ਕੌਣ ਆਏ? ਜੇ ਕੋਈ ਪੜ੍ਹਿਆ ਲਿਖਿਆ ਹੋਏਗਾ ਤਾਂ ਹੀ ਉਹ ਲੈ ਕੇ ਆਏਗਾ ਨਾ। ਜੇ ਕੋਈ ਕਿਸੇ ਨੂੰ ਕੋਈ ਨੌਲੇਜ ਹੋਏਗੀ ਕਿ ਵਿਮਨ ਮੈਨ ਐਜੂਕੇਟਿਡ ਇਕੁਅਲ ਹੋਣੇ ਚਾਹੀਦੇ ਨੇ, ਕਿੱਥੋਂ ਪਤਾ ਲੱਗ ਰਿਹਾ? ਵੈਸਟ 'ਚ ਦੇਖਿਆ ਨਾ ਉਹਨਾਂ ਨੇ ਕਿ ਯੂਰਪ 'ਚ ਤਾਂ ਕੁੜੀਆਂ ਨੂੰ ਮੁੰਡਿਆਂ ਨੂੰ ਸਮਾਨ ਅਧਿਕਾਰ ਨੇ, ਇੱਥੇ ਕਿਉਂ ਨਹੀਂ ਹੈਗੇ? ਕਿ ਉੱਥੇ ਸਤੀ ਸਿਸਟਮ ਚੱਲਦਾ ਹੈ? ਨਹੀਂ ਚੱਲਦਾ। ਕਿਹਨੂੰ ਪਤਾ ਲੱਗੇਗਾ? ਜੇ ਕੋਈ ਪੜ੍ਹਿਆ ਹੋਏਗਾ, ਕਿਸੇ ਨੇ ਬੁੱਕਸ ਪੜ੍ਹੀਆਂ ਨੇ, ਉਹਨੂੰ ਥੋੜੀ ਜਿਹੀ ਨੌਲੇਜ ਹੈ, ਉਹਨੂੰ ਥੋੜਾ ਜਿਹਾ ਐਕਸਪੋਜ਼ਰ ਹੈ, ਉਹ ਤਾਂ ਹੀ ਕਰੇਗਾ ਕੁਝ। ਕਲੀਅਰ? ਤਾਂ ਇਹ ਜਿਹੜੀ ਐਜੂਕੇਟਿਡ ਮਿਡਲ ਕਲਾਸ ਜਿਹਨੂੰ ਆਪਾਂ ਕ੍ਰਿਟੀਸਾਈਜ਼ ਕਰ ਸਕਦੇ ਹਾਂ ਕਿ ਇਹਨਾਂ ਨੇ ਇੰਡੀਅਨਸ ਦਾ ਸਾਥ ਨਹੀਂ ਦਿੱਤਾ 1857 ਚ, ਪਰ ਇਹਨਾਂ ਦੀ ਇੱਕ ਆਪਾਂ ਚੰਗੀ ਗੱਲ ਵੀ ਕਹਾਂਗੇ ਕਿ ਸਾਡੀ ਸੁਸਾਇਟੀ ਨੂੰ ਰਿਫਾਰਮਸ ਲੈ ਕੇ ਆਉਣ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਕੀ ਸੀ, ਹੱਥ ਸੀ। ਕਲੀਅਰ? ਜੇ ਇਹ ਐਜੂਕੇਟਿਡ ਮਿਡਲ ਕਲਾਸ ਨਾ ਹੁੰਦੀ ਤਾਂ ਸਾਡੀ ਸ਼ਾਇਦ ਸੁਸਾਇਟੀ ਦੇ ਵਿੱਚ ਰਿਫਾਰਮਸ ਹੀ ਨਾ ਆਉਂਦੇ। ਅੱਜ ਵੀ ਚਾਈਲਡ ਮੈਰਿਜ ਹੋ ਰਹੀ ਹੁੰਦੀ ਆ, ਅੱਜ ਵੀ ਸਤੀ ਸਿਸਟਮ ਚੱਲ ਰਿਹਾ ਹੁੰਦਾ। ਕਲੀਅਰ? ਚਲੋ ਜੀ, ਹੁਣ ਇਹੀ ਐਜੂਕੇਟਿਡ ਮਿਡਲ ਕਲਾਸ ਜਿਹੜੀ ਹੈ, ਜਿਸ ਨੂੰ ਹੁਣ ਐਜੂਕੇਟਿਡ ਹੋ ਚੁੱਕੇ ਨੇ, ਸੁਸਾਇਟੀ 'ਚ ਰਿਫਾਰਮ ਆ ਰਹੇ ਨੇ, ਪਰ ਇਹਨਾਂ ਨੂੰ ਹੁਣ ਕੀ ਦਿਖ ਰਿਹਾ? ਇਹਨਾਂ ਨੂੰ ਇਹ ਦਿਖ ਰਿਹਾ ਕਿ ਬ੍ਰਿਟਿਸ਼ਰ ਜਿਹੜੇ ਨੇ ਸਾਨੂੰ ਕੀ ਕਰ ਰਹੇ ਨੇ, ਐਕਸਪਲੋਇਟ ਕਰ ਰਹੇ ਨੇ। ਇੰਡੀਆ ਤੋਂ ਸਾਰਾ ਕੁਝ ਲੁੱਟ ਕੇ ਇੰਗਲੈਂਡ ਜਾ ਰਿਹਾ। ਕਿਹਨੂੰ ਦਿਖ ਰਿਹਾ? ਪਹਿਲੀ ਵਾਰ ਇਹਨਾਂ ਨੂੰ ਦਿਖ ਰਿਹਾ। ਆਮ ਇਨਸਾਨ ਨੂੰ ਜਿਹੜਾ ਪਿੰਡਾਂ ਦੇ ਵਿੱਚ ਬੈਠਾ ਹੈ, ਜਿਹੜੇ ਸਿੰਪਲ ਆਪਾਂ ਕਹਿ ਸਕਦੇ ਪਿੰਡ 'ਚ ਬੈਠਾ, ਉਹਨੂੰ ਨਹੀਂ ਪਤਾ ਲੱਗਣਾ ਕਿ ਬ੍ਰਿਟਿਸ਼ਰ ਜਿਹੜੇ ਨੇ ਕਿਵੇਂ ਸਾਨੂੰ ਲੁੱਟ ਰਹੇ ਨੇ। ਪਰ ਜਿਹੜਾ ਥੋੜਾ ਜਿਹਾ ਪੜ੍ਹ ਲਿਖ ਗਿਆ, ਉਹਨੂੰ ਦਿਖ ਰਿਹਾ ਕਿ ਅੰਗਰੇਜ਼ਾਂ ਦੀਆਂ ਪਾਲਿਸੀਜ਼ ਕਿਵੇਂ ਦੀਆਂ ਨੇ। ਇਹ ਸਾਡੇ ਨਾਲ ਚੰਗਾ ਵਤੀਰਾ ਕਰ ਰਹੇ ਨੇ, ਮਾੜਾ ਕਰ ਰਹੇ ਨੇ। ਕਿਉਂ ਮਾੜਾ ਕਰ ਰਹੇ ਨੇ? ਇਹ ਸਾਰੀ ਚੀਜ਼ਾਂ ਕਿਹਨਾਂ ਨੂੰ ਦਿਖਣਗੀਆਂ? ਐਜੂਕੇਟਿਡ ਕਲਾਸ ਨੂੰ ਦਿਖਣਗੀਆਂ। ਤਾਂ ਮਤਲਬ ਹੁਣ ਇਹ ਐਜੂਕੇਟਿਡ ਕਲਾਸ ਕੀ ਕਰੇਗੀ? ਇਹ ਪੋਲੀਟੀਕਲ ਐਸੋਸੀਏਸ਼ਨਸ ਬਣਾਏਗੀ। ਕਿਉਂ ਬਣਾਏਗੀ ਪੋਲੀਟੀਕਲ ਐਸੋਸੀਏਸ਼ਨ? ਇਹ ਪੋਲੀਟੀਕਲ ਐਸੋਸੀਏਸ਼ਨ ਬਣਾ ਕੇ ਅੰਗਰੇਜ਼ਾਂ ਨੂੰ ਕਹੇਗੀ ਕਿ ਸਾਨੂੰ ਹੁਣ ਦਿਓ ਜੀ, ਤੁਸੀਂ ਰਿਫਾਰਮਸ ਦਿਓ, ਸਾਨੂੰ ਜਿਹੜਾ ਲੁੱਟ ਰਹੇ ਹੋ ਇਸ ਦਾ ਹਿਸਾਬ ਦੇਣਾ ਸ਼ੁਰੂ ਕਰੋ। ਅਸੀਂ ਹੁਣ ਕੁਐਸਚਨ ਪੁੱਛਾਂਗੇ ਤੁਹਾਨੂੰ। ਅਸੀਂ ਤੁਹਾਡੇ ਨਾਲ 1857 ਚ ਖੜੇ ਸੀ। ਕਲੀਅਰ? ਉਦੋਂ ਅਸੀਂ ਤਾਂ ਖੜੇ ਸੀ ਕਿਉਂਕਿ ਸਾਨੂੰ ਦਿਖ ਰਿਹਾ ਸੀ ਕਿ ਇੰਡੀਆ ਨੂੰ ਨਹੀਂ ਉੱਥੇ ਆਜ਼ਾਦੀ ਮਿਲਣੀ। ਪਰ ਉਸ ਤੋਂ ਬਾਅਦ ਹੁਣ ਕੀ ਚੱਲ ਰਿਹਾ? ਇਹ ਸਾਰੇ ਜਿਹੜੇ ਰਿਫਾਰਮਸ ਨੇ ਵੀ ਸਾਡੇ ਨਾਲ ਗਲਤ ਕੀ ਹੋ ਰਿਹਾ ਹੈ? ਕਿਉਂ ਸਾਡੇ ਤੋਂ ਇੰਨਾ ਟੈਕਸ ਲਿਆ ਜਾ ਰਿਹਾ ਹੈ? ਜੇ ਅਸੀਂ ਬਾਹਰ ਚੀਜ਼ ਭੇਜਣੀ ਆ, ਉੱਤੇ ਜ਼ਿਆਦਾ ਟੈਕਸ ਕਿਉਂ ਹੈ? ਕਿਉਂ ਇੰਡੀਅਨਸ ਨੂੰ ਪੁਲਿਸ ਦੇ ਰੈਂਕ ਦੇ ਵਿੱਚ ਉੱਪਰ ਨਹੀਂ ਲੈ ਕੇ ਆ ਰਹੇ? ਕਿਉਂ ਨੀਚੇ ਹੀ ਇੰਡੀਅਨਸ ਰਹਿਣਗੇ? ਆਰਮੀ ਦੇ ਵਿੱਚ ਕਿਉਂ ਸਭ ਤੋਂ ਉੱਪਰਲਾ ਜਵਾਨ ਜਿਹੜਾ ਹੈਗਾ, ਜਿਹੜਾ ਕਮਾਂਡਰ ਹੈ, ਉਹ ਇੰਡੀਅਨ ਹੀ ਹੈਗਾ? ਕਿਉਂ ਸਾਡੇ ਕੋਲ ਤਾਕਤ ਨਹੀਂ ਹੈਗੀ? ਇਹ ਪੁੱਛੇਗਾ ਕੌਣ? ਇਹ ਹੁਣ ਕੁਐਸਚਨ ਜਿਹੜੇ ਨੇ ਐਜੂਕੇਟਿਡ ਮਿਡਲ ਕਲਾਸ ਪੁੱਛੇਗੀ। ਜਿਹੜੀ ਐਜੂਕੇਟਿਡ ਮਿਡਲ ਕਲਾਸ ਹੈ ਹੁਣ ਇਹੀ ਸ਼ੁਰੂ ਕੀ ਕਰੇਗੀ? ਇਹ ਸ਼ੁਰੂ ਕਰੇਗੀ ਗਰੋਥ ਆਫ ਨੈਸ਼ਨਲਿਜ਼ਮ। ਠੀਕ ਹੈ ਜੀ? ਹੁਣ ਨੈਸ਼ਨਲਿਜ਼ਮ ਦੀ, ਸਾਰੇ ਦੇਸ਼ ਦੇ ਵਿੱਚ ਨੈਸ਼ਨਲਿਜ਼ਮ ਇੱਕ ਜਿਹੜਾ ਹੋਣ ਦੀ ਭਾਵਨਾ ਪਤਾ ਚੱਲੇਗਾ ਨਾ ਸਾਰਿਆਂ ਨੂੰ ਕਿ ਅੰਗਰੇਜ਼ ਜਿਹੜੇ ਨੇ, ਜੇ ਅੰਗਰੇਜ਼ ਜਿਹੜੇ ਨੇ ਇਹ ਨਹੀਂ ਹੈਗਾ ਕਿ ਬੰਗਾਲ ਦੇ ਵਿੱਚ ਹੀ ਲੁੱਟ ਰਹੇ ਨੇ। ਇਹਨਾਂ ਨੂੰ ਐਜੂਕੇਟਿਡ ਮਿਡਲ ਕਲਾਸ ਨੂੰ ਪਤਾ ਚੱਲੇਗਾ ਕਿ ਬੰਗਾਲ 'ਚ ਤਾਂ ਲੁੱਟ ਹੀ ਰਹੇ ਨੇ, ਡੈਕਨ 'ਚ ਵੀ ਲੁੱਟ ਰਹੇ ਨੇ, ਤੇ ਉੱਪਰ ਪੰਜਾਬ ਨੂੰ ਵੀ ਲੁੱਟ ਰਹੇ ਨੇ, ਤੇ ਲੁੱਟ ਸਾਰਿਆਂ ਨੂੰ ਸੇਮ ਹੀ ਰਹੇ ਨੇ। ਕਿ ਇਹ ਨਹੀਂ ਹੈਗਾ ਕਿ ਪੰਜਾਬ ਨੂੰ ਘੱਟ ਲੁੱਟ ਰਹੇ ਨੇ, ਨੀਚੇ ਜ਼ਿਆਦਾ ਲੁੱਟ ਰਹੇ ਨੇ। ਨਹੀਂ, ਸਾਰਿਆਂ ਨਾਲ ਇੱਕੋ ਹੀ ਵਤੀਰਾ ਹੋ ਰਿਹਾ ਤੇ ਲੁੱਟਿਆ ਜਾ ਰਿਹਾ ਇੰਡੀਆ ਨੂੰ। ਪੜ੍ਹੇ ਲਿਖੇ ਗਏ ਤਾਂ ਇਹ ਸਾਰੀ ਚੀਜ਼ ਜਿਹੜੀ ਹੈ ਨਾ ਸਮਝ ਆਏਗੀ। ਤਾਂ ਜਦੋਂ ਤੁਹਾਨੂੰ ਸਮਝ ਆ ਗਈ, ਤੁਸੀਂ ਕੀ ਕਰੋਗੇ? ਮੇਨ ਚੀਜ਼ ਹੈ ਕਿ ਤੁਸੀਂ ਇੰਗਲਿਸ਼ 'ਚ ਪੜ੍ਹੇ, ਤੁਹਾਨੂੰ ਪਤਾ ਲੱਗ ਗਿਆ ਬ੍ਰਿਟਿਸ਼ਰ ਜਿਹੜੇ ਨੇ ਲੁੱਟ ਰਹੇ ਨੇ। ਹੁਣ ਤੁਸੀਂ ਕੀ ਕਰੋਗੇ? ਤੁਸੀਂ ਲੋਕਾਂ ਨੂੰ ਦੱਸੋਗੇ। ਜੇ ਆਪਾਂ ਗੱਲ ਕਰੀਏ, ਤੁਹਾਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਦੇਖੋ ਜੀ, ਇਹ ਤੁਹਾਡੇ ਨਾਲ ਇਵੇਂ ਲੁੱਟ ਹੋ ਰਹੀ ਹੈ। ਕਿਵੇਂ ਦੱਸੋਗੇ? ਲੁੱਟੋਗੇ ਤੁਸੀਂ ਲੋਕਾਂ ਨੂੰ ਕਿਵੇਂ ਦੱਸੋਗੇ? ਫਿਰ ਤੁਹਾਨੂੰ ਚੱਕਣੀ ਪੈਣੀ ਹੈ ਕਲਮ। ਹੁਣ ਇੱਥੇ ਆਪਾਂ ਦੇਖਾਂਗੇ ਕਿ ਜਿਹੜੀ ਗਰੋਥ ਆਫ ਨੈਸ਼ਨਲਿਜ਼ਮ ਹੈ, ਇਹ ਐਜੂਕੇਟਿਡ ਮਿਡਲ ਕਲਾਸ ਦੇ ਵਿੱਚੋਂ ਹੀ ਤੁਹਾਡੇ ਲੀਡਰਸ ਆਣਗੇ, ਜਿਹੜੇ ਕੀ ਕਰਨਗੇ? ਲੋਕਾਂ ਨੂੰ ਪ੍ਰੈਸ ਦੇ ਰਾਹੀਂ, ਬੁੱਕਸ ਦੇ ਰਾਹੀਂ, ਨੋਵਲਸ ਦੇ ਰਾਹੀਂ ਕਿਹਦੇ ਵਿੱਚ ਲਿਖਣ? ਸਿੰਪਲ ਜੀ ਗੱਲ ਹੈ, ਜੇ ਕੋਈ ਪੜ੍ਹਿਆ ਲਿਖਿਆ ਉਹ ਤਾਂ ਕਿਹਦੇ 'ਚ ਲਿਖੇਗਾ? ਇੰਗਲਿਸ਼ 'ਚ ਲਿਖ ਦੇਗਾ। ਉਹ ਇੰਗਲਿਸ਼ ਦੇ ਪੈਨਫਲੇਟ ਜਿਹੜੇ ਨੇ ਪਿੰਡਾਂ 'ਚ ਵੰਡਦੇ। ਪਿੰਡ 'ਚ ਕਿਹਨੂੰ ਇੰਗਲਿਸ਼ ਪੜ੍ਹਨੀ ਆਉਂਦੀ ਹੋਏਗੀ ਉਸ ਟਾਈਮ? ਕਿਸੇ ਨੂੰ ਨਹੀਂ ਆਉਂਦੀ। ਉਹ ਪਏ ਨੇ ਜੀ, ਪਏ ਨੇ। ਉਹਨਾਂ ਨੂੰ ਹੁਣ ਵਰਨੈਕੂਲਰ ਲੈਂਗੁਏਜ, ਮਾਂ ਬੋਲੀ 'ਚ, ਜੇ ਕੋਈ ਬੰਗਾਲ ਦਾ ਲੀਡਰ ਹੈ ਨਾ, ਤਾਂ ਉਹ ਬੰਗਾਲੀ ਭਾਸ਼ਾ ਦੇ ਵਿੱਚ ਲਿਖੇਗਾ ਕਿ ਬ੍ਰਿਟਿਸ਼ਰ ਜਿਹੜੇ ਨੇ ਸਾਡੇ ਨਾਲ ਕਰ ਕੀ ਰਹੇ ਨੇ। ਜੇ ਕੋਈ ਮਹਾਰਾਸ਼ਟਰ ਦਾ ਹੈ ਤਾਂ ਉਹ ਮਰਾਠੀ 'ਚ ਲਿਖੇਗਾ। ਜੇ ਕੋਈ ਪੰਜਾਬ ਦਾ, ਉਹ ਪੰਜਾਬੀ 'ਚ ਲਿਖ ਕੇ ਪਿੰਡਾਂ ਪਿੰਡਾਂ ਦੇ ਵਿੱਚ ਫੈਲਾਏਗਾ ਉਹ ਖਬਰਾਂ ਅਖਬਾਰਾਂ ਦੇ ਨਾਲ। ਕਲੀਅਰ? ਤਾਂ ਮਤਲਬ ਕਿ ਇੱਥੇ ਸ਼ੁਰੂ ਕੀ ਹੋਣ ਵਾਲਾ ਹੈ? ਹੁਣ ਗਰੋਥ ਆਫ ਨੈਸ਼ਨਲਿਜ਼ਮ। ਹੁਣ ਲੋਕਾਂ ਨੂੰ ਸਮਝ ਆਏਗੀ ਕਿ ਸਾਡੇ ਨਾਲ ਹੋ ਕੀ ਰਿਹਾ ਅਸਲ 'ਚ। ਤਾਂ ਇੱਥੋਂ ਦੀ ਹੁਣ ਆਪਣਾ ਜਿਹੜਾ ਫਰੀडम ਸਟਰਗਲ ਹੈ ਨਾ ਅਸਲੀ, ਉਹ ਸ਼ੁਰੂ ਹੋਏਗਾ। ਇੱਥੋਂ ਦੀ ਹੁਣ ਲੋਕੀ ਜਿਹੜੇ ਨੇ ਡਿਮਾਂਡ ਕਰਨਗੇ ਕਿ ਨਹੀਂ, ਹੁਣ ਗਲਤ ਕਰ ਰਹੇ ਹੋ ਜੀ ਬ੍ਰਿਟਿਸ਼ਰ। ਹੁਣ ਸਾਨੂੰ ਪਤਾ ਲੱਗ ਗਿਆ। ਸਾਨੂੰ ਪਤਾ ਕਿਵੇਂ ਲੱਗਿਆ? ਆ ਸਾਡੇ ਲੀਡਰਸ ਨੇ ਸਾਨੂੰ ਆ ਅਖਬਾਰਾਂ ਦੇ ਥਰੂ ਅਵੇਅਰ ਕਰਤਾ। ਕਲੀਅਰ? ਚਲੋ ਜੀ, ਜੇ ਗੱਲ ਕਰਦੇ ਹਾਂ ਆਪਾਂ ਗਰੋਥ ਆਫ ਨੈਸ਼ਨਲਿਜ਼ਮ ਦੀ, ਤਾਂ ਇਹਦੇ ਕੁਝ ਫੈਕਟਰ ਸੀਗੇ। ਦੇਖੋ ਜੀ, ਜਿਵੇਂ ਕਿ ਫੈਕਟਰ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਐਡਮਿਨਿਸਟ੍ਰੇਟਿਵ ਐਂਡ ਇਕਨੋਮਿਕ ਯੂਨੀਫਿਕੇਸ਼ਨ ਆਫ ਇੰਡੀਆ। ਹੁਣ ਐਡਮਿਨਿਸਟ੍ਰੇਟਿਵ ਐਂਡ ਇਕਨੋਮਿਕ ਯੂਨੀਫਿਕੇਸ਼ਨ ਆਫ ਇੰਡੀਆ ਦਾ ਮਤਲਬ ਦੇਖੋ ਜੀ, ਸਿੰਪਲ ਗੱਲ ਹੈ। ਆਪਾਂ ਪੜ੍ਹਿਆ ਸੀਗਾ ਕਿ ਲਾਰਡ ਡਲਹੌਜ਼ੀ, ਜਦੋਂ ਲਾਰਡ ਡਲਹੌਜ਼ੀ ਆਏ ਸੀ, ਇਹ ਕਦੋਂ ਆਏ ਸੀ? ਲਾਰਡ ਡਲਹੌਜ਼ੀ ਦੇ ਟਾਈਮ ਹੋਇਆ ਸੀ ਸੈਕਿੰਡ ਐਂਗਲੋ ਸਿੱਖ ਵਾਰ। ਤਾਂ ਮਤਲਬ ਕਿ ਬੰਗਾਲ ਜਿੱਤ ਚੁੱਕੇ ਸੀ, ਡੈਕਨ ਜਿੱਤਿਆ ਗਿਆ ਸੀ, ਪੰਜਾਬ ਜਿੱਤ ਲਿਆ, ਸਿੰਧ ਉਸ ਤੋਂ ਪਹਿਲਾਂ ਜਿੱਤਿਆ ਗਿਆ ਸੀ। ਤਾਂ ਲਾਰਡ ਡਲਹੌਜ਼ੀ ਨੇ ਕੀ ਕੀਤਾ ਸੀ? ਆਪਾਂ ਨੂੰ ਪਤਾ ਹੋਏਗਾ ਕਿ ਇਹਨਾਂ ਦੇ ਟਾਈਮ 'ਤੇ ਨਾ ਰੇਲਵੇ ਪਈ ਸੀ।
ਆਪਾਂ ਪੜ੍ਹਿਆ ਕਿ ਪਹਿਲੀ ਜਿਹੜੀ ਰੇਲਵੇ ਲਾਈਨ ਹੋਏਗੀ ਬੰਬੇ ਟੂ ਠਾਣੇ ਚੱਲੇਗੀ। ਠੀਕ ਹੈ ਜੀ। ਹੁਣ ਕੁਐਸਚਨ ਆਪਣੇ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਆਉਣਾ ਚਾਹੀਦਾ ਕਿ ਲਾਰਡ ਡਲਹੌਜ਼ੀ ਦੇ ਟਾਈਮ ਤੇ ਹੀ ਰੇਲਵੇ ਕਿਉਂ ਪਈ, ਵਾਰਨ ਹੇਸਟਿੰਗ ਨੇ ਕਿਉਂ ਨਹੀਂ ਰੇਲਵੇ ਪਾਈ, ਕੈਨਿੰਗ ਨੇ ਕਿਉਂ ਨਹੀਂ ਪਾਈ, ਵੈਲੈਸਲੀ ਨੇ ਕਿਉਂ ਨਹੀਂ ਪਾਈ, ਡਲਹੌਜ਼ੀ ਨੇ ਕਿਉਂ ਪਾਈ? ਐਵੇਂ ਦੀ ਕੀ ਚੀਜ਼ ਹੋਈ ਕਿ ਲਾਰਡ ਡਲਹੌਜ਼ੀ ਦੇ ਟਾਈਮ ਤੇ ਰੇਲਵੇ ਪਈ? ਦੇਖੋ ਜੀ, ਸਿੱਧੀ ਗੱਲ, ਜਦੋਂ ਤੁਸੀਂ ਪੰਜਾਬ ਜਿੱਤ ਲਿਆ ਨਾ, ਤਾਂ ਹੁਣ ਪੰਜਾਬ ਤੋਂ ਲੁੱਟ ਕੇ ਸਮਾਨ ਤੁਸੀਂ ਕਿੱਥੇ ਜਾਣਾ ਹੈ? ਤੁਸੀਂ ਉਹਨੂੰ ਸ਼ਿਪ ਦੇ ਵਿੱਚ ਪਾਉਣਾ ਹੈ। ਤਾਂ ਪੰਜਾਬ ਤੋਂ ਜੇ ਤੁਸੀਂ ਦੇਖੋਗੇ ਤਾਂ ਪਟਰੀਆਂ ਜਿਹੜੀਆਂ ਨੇ ਰੇਲਵੇ ਲਾਈਨਾਂ ਵਿਛਾਈ ਜਾਏਗੀ ਕਿੱਥੇ ਤੱਕ? ਬੰਗਾਲ ਤੱਕ। ਜੇ ਦੇਖੋਗੇ ਪੰਜਾਬ ਤੋਂ ਰੇਲਵੇ ਲਾਈਨਾਂ ਜਿਹੜੀਆਂ ਵਿਛਾਈਆਂ ਜਾਣਗੀਆਂ ਸੂਰਤ ਤੱਕ। ਠੀਕ ਹੈ ਜੀ। ਅੱਜ ਵੀ ਤੁਸੀਂ ਦੇਖੋਗੇ ਜੇ ਪੰਜਾਬ ਤੋਂ ਤੁਸੀਂ ਹਾਵੜਾ ਜਾਣਾ ਹੈ ਨਾ ਤਾਂ ਬਹੁਤ ਟ੍ਰੇਨਸ ਮਿਲ ਜਾਣਗੀਆਂ ਤੁਹਾਨੂੰ। ਇਹ ਅਸੀਂ ਨਹੀਂ ਵਿਛਾਈਆਂ ਇਹ ਰੇਲਵੇ ਲਾਈਨਾਂ, ਇਹ ਅੰਗਰੇਜ਼ਾਂ ਨੇ ਵਿਛਾਈਆਂ। ਈਵਨ ਇਹਨਾਂ ਦੀਆਂ ਟਾਈਮਿੰਗਸ ਵੀ ਟ੍ਰੇਨਾਂ ਦੀਆਂ ਇਹ ਅੰਗਰੇਜ਼ਾਂ ਦੇ ਟਾਈਮ ਦੀ ਚੱਲਦੀਆਂ। ਠੀਕ ਹੈ ਜੀ। ਤਾਂ ਇਹ ਕਿਉਂ ਕੀਤਾ ਗਿਆ ਸੀ? ਇਹ ਤਾਂ ਕੀਤਾ ਗਿਆ ਸੀ ਤਾਂ ਕਿ ਇੰਟੀਰੀਅਰ ਬਿਲਕੁਲ ਅੰਦਰੋਂ ਵੀ ਪੰਜਾਬ ਇਹ ਗੱਲ ਕਰੀਏ ਹੋਰ ਲਾਹੌਰ ਤੱਕ, ਠੀਕ ਹੈ ਜੀ, ਵੀ ਇੰਡੀਆ ਨੂੰ ਅੰਦਰੋਂ ਵੀ ਜਿੰਨਾ ਹੋ ਸਕਦਾ ਲੁੱਟ ਕੇ ਛੇਤੀ ਛੇਤੀ ਪੋਰਟ ਤੱਕ ਪਹੁੰਚੋ। ਸਮੁੰਦਰ ਪਹੁੰਚਿਆ, ਸਮੁੰਦਰ ਵਿੱਚ ਲੋਡ ਕੀਤਾ ਤੇ ਉੱਥੋਂ ਦੀ ਸਮਾਨ ਜਿਹੜਾ ਹੈ ਐਜ਼ ਇਟ ਇਜ਼ ਕਿੱਥੇ ਜਾਏਗਾ? ਲੰਡਨ। ਮਤਲਬ ਕਿ ਇੰਨਾ ਲੁੱਟ ਰਹੇ ਸੀ ਸਾਨੂੰ। ਹੁਣ ਜੇ ਗੱਲ ਕਰੀਏ ਟ੍ਰੇਨ, ਸਾਨੂੰ ਲੁੱਟਣ ਲਈ ਤਾਂ ਕੰਮ ਆ ਗਈ ਬ੍ਰਿਟਿਸ਼ਰ ਦੇ, ਪਰ ਸਾਡੇ ਕੰਮ ਵੀ ਤਾਂ ਆਏਗੀ, ਬਿਲਕੁਲ ਆਏਗੀ। ਹੁਣ ਇਹ ਟ੍ਰੇਨ ਹੀ ਹੋਏਗੀ ਜਿਹੜੀ ਬੰਗਾਲ ਦੇ ਐਜੂਕੇਟਿਡ ਲੋਕਾਂ ਨੂੰ ਕਿਹਨਾਂ ਨਾਲ ਮਿਲਣ ਨੂੰ ਆਪਾਂ ਕਹਿ ਸਕਦੇ ਕਿ ਅਲਾਉ ਕਰੇਗੀ? ਪੰਜਾਬ ਨਾਲ। ਇਹੀ ਟ੍ਰੇਨ ਜਿਹੜੀ ਹੋਏਗੀ ਮਹਾਰਾਸ਼ਟਰ ਦੇ ਲੋਕਾਂ ਨੂੰ ਬੰਗਾਲ ਨਾਲ ਕੀ ਕਰੇਗੀ? ਮਿਲਾ ਰਹੀ ਹੈ। ਮਹਾਰਾਸ਼ਟਰ ਦੇ ਲੋਕ ਜਿਹੜੇ ਨੇ ਦਿੱਲੀ ਤੱਕ ਆ ਰਹੇ ਨੇ, ਕਿਹਦੇ ਚ ਆ ਰਹੇ ਨੇ? ਟ੍ਰੇਨ ਚ ਆ ਰਹੇ ਨੇ। ਨਾ ਹੁੰਦੀ ਟ੍ਰੇਨ ਫਿਰ ਕਿਸੇ ਨੂੰ ਪਤਾ ਹੀ ਨਾ ਲੱਗਦਾ। ਆਪਸ ਚ ਹੁਣ ਸਾਰੇ ਐਜੂਕੇਟਿਡ ਮਿਲਣਗੇ, ਲੀਡਰਸ ਮਿਲਣਗੇ ਤਾਂ ਪਤਾ ਚੱਲੇਗਾ ਕਿ ਹਾਂਜੀ ਬੰਗਾਲ ਚ ਵੀ ਲੁੱਟ ਰਹੇ ਨੇ, ਉਹ ਇਹ ਪੰਜਾਬ ਚ ਵੀ ਸਾਨੂੰ ਸੇਮ ਹੀ ਲੁੱਟ ਰਹੇ ਨੇ। ਮਹਾਰਾਸ਼ਟਰ ਜੀ ਸਾਨੂੰ ਉਸ ਤੋਂ ਵੀ ਜ਼ਿਆਦਾ ਲੁੱਟ ਰਹੇ ਨੇ। ਤਾਂ ਇਹ ਜਿਹੜੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਸੀਗੀ ਇਹ ਕਿਤੇ ਨਾ ਕਿਤੇ ਸਾਨੂੰ ਨੈਸ਼ਨਲਿਜ਼ਮ ਜਿਹੜੀ ਹੈ ਇਹਦੇ ਨਾਲ ਕੀ ਹੋਏਗੀ? ਗਰੋ ਹੋਏਗੀ। ਇਹਨਾਂ ਦੀ ਜਿਹੜੀ ਇਕਨੋਮਿਕ ਆਪਾਂ ਕਹਿ ਸਕਦੇ ਐਕਸਪਲੋਇਟੇਸ਼ਨ ਹੈ ਕਿ ਸਾਨੂੰ ਕਿਵੇਂ ਲੁੱਟ ਰਹੇ ਨੇ, ਉਹ ਵੀ ਸਾਨੂੰ ਪਤਾ ਚੱਲੇਗਾ। ਤੇ ਇਹ ਸਾਨੂੰ ਕੀ ਕਰ ਰਹੀ ਹੈ? ਇੱਕ ਨੈਸ਼ਨਲਿਜ਼ਮ ਜਿਹੜੀ ਹੈ ਆਪਾਂ ਕਹਾਂਗੇ ਕਿ ਇੰਡੀਅਨ ਹੋਣ ਦਾ, ਵੀ ਸਾਰਿਆਂ ਨੂੰ ਇੱਕ ਹੋਣ ਦਾ ਕੀ ਮਿਲੇਗਾ? ਆਈਡੀਆ ਮਿਲੇਗਾ ਇੱਥੇ। ਠੀਕ ਹੈ ਜੀ। ਨੈਕਸਟ, ਇੰਪੈਕਟ ਆਫ ਵੈਸਟਰਨ ਐਜੂਕੇਸ਼ਨ। ਇੰਪੈਕਟ ਆਫ ਵੈਸਟਰਨ ਐਜੂਕੇਸ਼ਨ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਹੈ। ਵੈਸਟਰਨ ਐਜੂਕੇਸ਼ਨ ਕਿਹਨਾਂ ਨੂੰ ਮਿਲੇਗੀ? ਉਹੀ ਜਿਹੜੇ ਪੜ੍ਹ ਲਿਖ ਗਏ ਨੇ। ਠੀਕ ਹੈ, ਜੋ ਪੜ੍ਹ ਲਿਖ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਯੂਰਪ ਦੇ ਵਿੱਚ ਕੀ ਚੱਲ ਰਿਹਾ ਹੈ, ਉੱਥੇ ਕਿਵੇਂ ਫੰਡਾਮੈਂਟਲ ਰਾਈਟਸ ਨੇ, ਕਿਵੇਂ ਇਕੁਐਲਿਟੀ ਹੈ, ਉਹ ਸਭ ਉਹਨਾਂ ਨੂੰ ਪਤਾ ਹੈ। ਕਲੀਅਰ। ਚਲੋ ਜੀ, ਗਰੋਥ ਆਫ ਨੈਸ਼ਨਲਿਜ਼ਮ ਦਾ ਨੈਕਸਟ ਫੈਕਟਰ ਆਪਾਂ ਦੇਖਾਂਗੇ ਕੰਟਰੀਬਿਊਸ਼ਨ ਆਫ ਵਰਨੈਕੂਲਰ ਲਿਟਰੇਚਰ। ਵਰਨੈਕੂਲਰ ਲਿਟਰੇਚਰ ਵੀ ਕੌਣ ਲਿਖੇਗਾ? ਆਪਾਂ ਨੂੰ ਪਤਾ ਹੈ ਉਹੀ ਲੋਕ ਜਿਹੜੇ ਪੜ੍ਹ ਲਿਖ ਗਏ ਨੇ। ਹੁਣ ਉਹ ਜਿਹੜੇ ਨੇ ਕੀ ਕਰਨਗੇ? ਪ੍ਰੈਸ ਨੂੰ ਯੂਜ਼ ਕਰਨਗੇ, ਜਰਨਲਸ, ਅਖਬਾਰਾਂ, ਬੁੱਕਸ ਲਿਖਣਗੇ। ਕਿਹਦੇ ਵਿੱਚ ਲਿਖਣਗੇ? ਵਰਨੈਕੂਲਰ ਲੈਂਗੁਏਜ ਲਿਖਣਗੇ। ਵਰਨੈਕੂਲਰ ਦਾ ਮਤਲਬ ਮਾਂ ਬੋਲੀ 'ਚ ਲਿਖਣਗੇ। ਇਹ ਨਹੀਂ ਹੈਗਾ ਕਿ ਜਿਹੜਾ ਪੜ੍ਹ ਲਿਖ ਗਿਆ ਉਹ ਕਹਿੰਦਾ ਮੈਂ ਤਾਂ ਜੀ ਇੰਗਲਿਸ਼ 'ਚ ਲਿਖਾਂਗਾ। ਨੀਚੇ ਲੋਕਾਂ ਨੂੰ ਸਮਝ ਆਉਂਦਾ ਕਿ ਨਹੀਂ, ਉਹ ਕਹਿਣਗੇ ਕਿ ਹੁਣ ਲੋਕਾਂ ਨੂੰ ਸਮਝਾਉਣਾ ਅਸੀਂ ਕਿ ਸਾਨੂੰ ਕਿਵੇਂ ਲੁੱਟ ਰਹੇ ਨੇ, ਤਾਂ ਉਹ ਕੀ ਕਰਨਗੇ? ਉਹਨਾਂ ਦੀ ਮਾਤ ਭਾਸ਼ਾ 'ਚ ਲਿਖਣਗੇ। ਠੀਕ ਹੈ ਜੀ। ਚਲੋ ਜੀ, ਨੈਕਸਟ ਆਪਾਂ ਗੱਲ ਕਰਦੇ ਜੀ ਇੰਡੀਅਨ ਪ੍ਰੈਸ। ਸੇਮ ਆਪਾਂ ਡਿਸਕਸ ਕਰ ਚੁੱਕੇ ਹਾਂ। ਡਿਸਕ੍ਰਿਮੀਨੇਸ਼ਨ ਅਗੇਂਸਟ ਇੰਡੀਅਨਸ। ਦੇਖੋ ਜੀ, ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਡਿਸਕ੍ਰਿਮੀਨੇਸ਼ਨ ਅਗੇਂਸਟ ਇੰਡੀਅਨਸ ਕਿ ਕਿਵੇਂ ਇੰਡੀਅਨਸ ਨਾਲ ਬ੍ਰਿਟਿਸ਼ਰ ਜਿਹੜੇ ਨੇ ਡਿਸਕ੍ਰਿਮੀਨੇਸ਼ਨ ਕਰਨਗੇ। ਹਾਇਰ ਪੋਸਟ ਤੇ ਬ੍ਰਿਟਿਸ਼ਰ ਨੇ, ਨੀਚਲੀ ਪੋਸਟ ਤੇ ਇੰਡੀਅਨਸ ਨੇ। ਇੰਡੀਅਨਸ ਜਿੰਨਾ ਮਰਜ਼ੀ ਕੈਪੇਬਲ ਹੋਣ, ਉਹਨਾਂ ਨੂੰ ਉੱਪਰਲੀ ਪੋਸਟ ਤੇ ਜਾਣ ਹੀ ਨਹੀਂ ਦਿੱਤਾ ਜਾ ਰਿਹਾ। ਕਲੀਅਰ। ਉਹਨਾਂ ਦੀ ਤਨਖਾਹ, ਸੈਲਰੀ ਘੱਟ ਹੈ, ਬ੍ਰਿਟਿਸ਼ਰ ਦੀ ਜ਼ਿਆਦਾ। ਕਿੰਨੀ ਡਿਸਕ੍ਰਿਮੀਨੇਸ਼ਨ? ਬਹੁਤ ਡਿਸਕ੍ਰਿਮੀਨੇਸ਼ਨ ਹੋਏਗੀ। ਠੀਕ ਹੈ ਜੀ। ਅੱਗੇ ਦੇਖਾਂਗੇ ਜੀ ਐਂਟੀ ਇੰਡੀਅਨ ਪॉलिसीज ਆਫ ਲਾਰਡ ਲਿਟਨ। ਇਹ ਅੱਗੇ ਡਿਸਕਸ ਕਰਦੇ ਹਾਂ। ਤੇ ਇਲਬਰਟ ਬਿਲ ਕੰਟਰੋਵਰਸੀ, ਇਹ ਵੀ ਅੱਗੇ ਆਪਾਂ ਡਿਸਕਸ ਕਰ ਰਹੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਾਰਡ ਲਿਟਨ ਦੀ। ਹੁਣ ਲਾਰਡ ਲਿਟਨ ਦੀ ਐਂਟੀ ਇੰਡੀਅਨ ਜਿਹੜੀਆਂ ਨੇ ਪॉलिसीज ਕੀ ਨੇ? ਸਭ ਤੋਂ ਪਹਿਲੀ ਗੱਲ, ਜੇ ਇੰਡੀਆ ਦੇ ਵਿੱਚ ਕਿਤੇ ਵੀ ਅਕਾਲ ਪਿਆ, ਸੁੱਖਾ ਪਿਆ, ਲੋਕੀ ਮਰ ਰਹੇ ਨੇ ਭੁੱਖਮਰੀ ਨਾਲ, ਤਾਂ ਸਭ ਤੋਂ ਪਹਿਲਾਂ ਜਿਹੜੀ ਵੀ ਕੰਮ ਉੱਥੇ ਸਰਕਾਰ ਕਰ ਰਹੀ ਹੋਏਗੀ ਉਹਦਾ ਹੋਣਾ ਕੀ ਚਾਹੀਦਾ? ਕਿ ਲੋਕਾਂ ਦੀ ਜਾਨ ਬਚਾਈ ਜਾਏ। ਜੇ ਕੋਈ ਸੈਂਸਿਟਿਵ ਜੀ ਸਰਕਾਰ ਹੋਏਗੀ, ਚੰਗੀ ਸਰਕਾਰ ਹੋਏਗੀ, ਲੋਕਾਂ ਦੀ ਹੋਏਗੀ, ਜਿਹੜੇ ਭਲਾ ਕਰਦੇ ਹੋਣਗੇ ਤਾਂ ਉਹੀ ਚੀਜ਼ ਕਰਨਗੇ। ਪਰ ਲਾਰਡ ਲਿਟਨ ਦੇ ਟਾਈਮ ਤੇ ਕੀ ਹੈ? ਜੇ ਆਪਾਂ ਦੇਖ ਰਹੇ ਹਾਂ ਲਾਰਡ ਲਿਟਨ ਦੇ ਟਾਈਮ ਦੇਸ਼ ਦੇ ਵਿੱਚ ਫੈਮਾਈਨ ਆ ਗਿਆ, ਸੁੱਖਾ ਪੈ ਗਿਆ, ਅਕਾਲ ਪੈ ਗਿਆ। ਠੀਕ ਹੈ ਜੀ। ਲੋਕੀ ਮਰ ਰਹੇ ਨੇ ਭੁੱਖਮਰੀ ਨਾਲ, ਪਰ ਇਹਨਾਂ ਨੂੰ ਨਹੀਂ ਕੋਈ ਫਰਕ ਪਿਆ। ਇਹ ਕੀ ਕਰ ਰਹੇ ਨੇ? ਦਿੱਲੀ ਦਰਬਾਰ ਸਜਾਇਆ ਹੋਇਆ ਇਹਨਾਂ ਨੇ। ਇਹ ਆਪਣੇ ਉੱਥੇ ਆਪਾਂ ਕਹਿ ਸਕਦੇ ਹਾਂ ਸ਼ਾਨੋ ਸ਼ੌਕਤ 'ਚ ਬੈਠੇ ਨੇ, ਦਿੱਲੀ ਦਰਬਾਰ ਇੰਜੋਏ ਕਰ ਰਹੇ ਨੇ। ਤਾਂ ਲੋਕਾਂ 'ਚ ਗੁੱਸਾ ਹੋਏਗਾ? ਬਿਲਕੁਲ ਹੋਏਗਾ। ਨੈਕਸਟ ਦੇਖੋ ਜੀ, 1878 ਦੇ ਵਿੱਚ ਲਾਰਡ ਲਿਟਨ ਕੀ ਲੈ ਕੇ ਆਣਗੇ? ਐਕਟ ਲੈ ਕੇ ਆਣਗੇ ਜਿਹਨੂੰ ਕਿਹਾ ਜਾਂਦਾ ਹੈ ਆਰਮਸ ਐਕਟ। ਆਰਮਸ ਐਕਟ ਦੇ ਵਿੱਚ ਕੀ ਜਾਏਗਾ? ਇਹਦੇ ਵਿੱਚ ਕਿਹਾ ਜਾਏਗਾ ਇੰਡੀਅਨਸ ਅੱਜ ਤੋਂ ਬਾਅਦ ਅਸਲਾ ਨਹੀਂ ਰੱਖਣਗੇ। ਕੋਈ ਇੰਡੀਅਨ ਅਸਲਾ ਨਹੀਂ ਰੱਖ ਸਕਦਾ, ਕੋਈ ਲਾਇਸੈਂਸ ਨਹੀਂ ਜੀ। ਜਿਹਦੇ ਕੋਲ ਮਿਲ ਗਿਆ ਅਸਲਾ ਗੈਰ ਕਾਨੂੰਨੀ। ਮਤਲਬ ਕਿ ਇੰਡੀਅਨਸ ਨੂੰ ਕੀ ਕਰਤਾ? ਡਿਸਆਰਮਡ ਕਰਤਾ। ਕਿ ਕੱਲ ਨੂੰ ਕਿਉਂ ਕੀਤਾ ਅੰਗਰੇਜ਼ਾਂ ਨੇ? ਇਹਨਾਂ ਨੂੰ ਡਰ ਸੀ ਜੇ ਸਾਡੇ ਅਗੇਂਸਟ ਕੀ ਹੋ ਗਿਆ, ਹੁਣ ਫਿਰ ਤੋਂ ਕ੍ਰਾਂਤੀ ਆਈ, ਰਿਵੋਲਟ ਹੋਇਆ, ਬਗਾਵਤ ਹੋਈ, ਤਾਂ ਲੋਕਾਂ ਕੋਲ ਤਾਂ ਅਸਲਾ ਹੋਏਗਾ। ਤੇ ਕਹਿੰਦੇ ਅਸਲਾ ਦੇ ਦਿਓ ਜੀ, ਅਸੀਂ ਨਹੀਂ ਰੱਖ ਸਕਦੇ ਅਸਲਾ, ਤੁਸੀਂ ਰੱਖ ਹੀ ਨਹੀਂ ਸਕਦੇ ਅਸਲਾ, ਵਾਪਿਸ ਦੇ ਦਿਓ, ਇਲੀਗਲ ਹੈ। ਤਾਂ ਇਹ ਵੀ ਕੌਣ ਲੈ ਕੇ ਆਇਆ ਪਾਲਿਸੀ? ਯਾਦ ਰੱਖਿਓ, ਲਾਰਡ ਲਿਟਨ ਦੇ ਟਾਈਮ ਤੇ ਆਈ। ਨੈਕਸਟ, ਲਾਰਡ ਲਿਟਨ ਜਿਹੜੇ ਨੇ ਪਾਸ ਕਰਨਗੇ ਵਰਨੈਕੂਲਰ ਪ੍ਰੈਸ ਐਕਟ।
ਵਰਨੈਕੂਲਰ ਪ੍ਰੈਸ ਐਕਟ ਹੋਏਗਾ ਕੀ? ਹੁਣ ਐਜੂਕੇਟਿਡ ਮਿਡਲ ਕਲਾਸ ਜਿਹੜੀ ਹੈ, ਜਾਂ ਆਪਾਂ ਲੀਡਰਸ ਦੀ ਗੱਲ ਕਰਦੇ ਹਾਂ ਜਿਹੜੇ ਐਜੂਕੇਟਿਡ ਨੇ, ਪੜ੍ਹੇ ਲਿਖੇ ਨੇ, ਉਹ ਲੋਕਾਂ ਨੂੰ ਅਵੇਅਰ ਕਰ ਰਹੇ ਨੇ, ਉਹ ਲਿਖ ਰਹੇ ਨੇ। ਸਪੋਜ਼ ਕਰ ਲਓ ਕਿ ਕੋਈ ਪੰਜਾਬੀ ਚਾਹੇ ਕੋਈ ਹਿੰਦੀ ਦੇ ਵਿੱਚ ਰੋਜ਼ ਦੇ ਰੋਜ਼ ਅਖਬਾਰਾਂ ਲਿਖ ਰਿਹਾ, ਉਹ ਅਖਬਾਰ ਦੇ ਵਿੱਚ ਲੋਕਾਂ ਨੂੰ ਦੱਸ ਰਿਹਾ ਕਿ ਅੰਗਰੇਜ਼ ਜਿਹੜੇ ਨੇ ਸਾਨੂੰ ਕਿਵੇਂ ਲੁੱਟ ਰਹੇ ਨੇ, ਮਤਲਬ ਕਿ ਉਹ ਕ੍ਰਿਟੀਸਾਈਜ਼ ਕਰ ਰਿਹਾ ਸਰਕਾਰ ਨੂੰ। ਤਾਂ ਲਾਰਡ ਲਿਟਨ ਜਿਹੜੇ ਨੇ ਵਰਨੈਕੂਲਰ ਪ੍ਰੈਸ ਐਕਟ ਲੈ ਕੇ ਆਣਗੇ, ਉਹਦੇ ਵਿੱਚ ਕਹਿਣਗੇ ਕਿ ਸਾਨੂੰ ਜੇ ਕਿਸੇ ਨੇ ਕ੍ਰਿਟੀਸਾਈਜ਼ ਕੀਤਾ ਨਾ ਤਾਂ ਉਹਦੀ ਅਸੀਂ ਪ੍ਰੈਸ ਹੀ ਬੰਦ ਕਰ ਦਾਂਗੇ, ਉਹਦੀ ਸਾਰੀ ਮਸ਼ੀਨਰੀ ਜ਼ਬਤ ਕਰ ਲਾਂਗੇ। ਤਾਂ ਇਹ ਸੀਗਾ ਵਰਨੈਕੂਲਰ ਪ੍ਰੈਸ ਐਕਟ। ਪਰ ਇੰਡੀਅਨਸ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਕੀ ਹੁੰਦੇ ਨੇ, ਥੋੜਾ ਜਿਹਾ ਦਿਮਾਗ ਵੱਧ ਹੁੰਦਾ ਇੰਡੀਅਨਸ ਦਾ ਬ੍ਰਿਟਿਸ਼ ਨਾਲੋਂ, ਠੀਕ ਹੈ ਜੀ। ਤਾਂ ਹੁਣ ਇਹਨਾਂ ਨੇ ਕੀ ਕੀਤਾ, ਐਕਟ ਦਾ ਨਾਮ ਦੇਖੋ ਜੀ ਵਰਨੈਕੂਲਰ। ਵਰਨੈਕੂਲਰ ਦਾ ਮਤਲਬ ਕੀ ਹੁੰਦਾ, ਮਾਂ ਬੋਲੀ, ਮਤਲਬ ਕਿ ਲੋਕਲ ਲੈਂਗੁਏਜ। ਤਾਂ ਕੋਈ ਵੀ ਲੋਕਲ ਲੈਂਗੁਏਜ ਦੇ ਵਿੱਚ ਅਖਬਾਰ ਛਪ ਰਹੀ ਹੋਏਗੀ ਜੋ ਉਹ ਜੇ ਅੰਗਰੇਜ਼ਾਂ ਨੂੰ ਕ੍ਰਿਟੀਸਾਈਜ਼ ਕਰੇਗੀ ਤਾਂ ਬ੍ਰਿਟਿਸ਼ਰ ਜਿਹੜੇ ਨੇ ਉਹ ਅਖਬਾਰ ਬੰਦ ਕਰਵਾ ਦੇਣੇ। ਐਵੇਂ ਹੀ ਇੱਕ ਅਖਬਾਰ ਹੋਏਗੀ, ਨਾਮ ਯਾਦ ਰੱਖਿਓ, ਅੰਮ੍ਰਿਤਾ ਬਾਜ਼ਾਰ ਪੱਤਰਿਕਾ। ਉਹ ਕੱਲ ਤੱਕ ਤਾਂ ਹਿੰਦੀ ਦੇ ਵਿੱਚ ਛਪ ਰਹੀ ਹੋਏਗੀ, ਠੀਕ ਹੈ ਜੀ, ਲੋਕਲ ਲੈਂਗੁਏਜ ਛਪ ਰਹੀ ਹੈ। ਜਦੋਂ ਇਹ ਐਕਟ ਪਾਸ ਹੋ ਗਿਆ ਅਗਲੇ ਦਿਨ ਇੰਗਲਿਸ਼ 'ਚ ਹੋ ਗਈ। ਉਹ ਕਹਿੰਦੇ ਸੀ ਤਾਂ ਜੀ ਅੱਜ ਵੀ ਤੁਹਾਨੂੰ ਕ੍ਰਿਟੀਸਾਈਜ਼ ਕਰਾਂਗੇ ਹੀ ਕਰਾਂਗੇ, ਇਹ ਨਹੀਂ ਹੈਗਾ ਕਿ ਤੁਸੀਂ ਸਾਨੂੰ ਚੁੱਪ ਕਰਾ ਲਓ। ਕਲੀਅਰ? ਇੰਟਰਸਟਿੰਗ ਜਿਹਾ ਫੈਕਟ ਹੈ, ਨਾਮ ਯਾਦ ਰੱਖਣਾ ਆਪਾਂ। ਪਰ ਯਾਦ ਕੀ ਰੱਖਣਾ, ਵਰਨੈਕੂਲਰ ਪ੍ਰੈਸ ਐਕਟ ਕਿਹੜੇ ਗਵਰਨਰ ਜਨਰਲ ਦੇ ਟਾਈਮ ਹੋਇਆ ਸੀਗਾ, ਕਿਹੜੇ ਵਾਇਸਰॉय ਦੇ ਟਾਈਮ ਹੋਇਆ ਸੀ, ਲਾਰਡ ਲਿਟਨ ਦੇ ਟਾਈਮ ਤੇ। ਕਲੀਅਰ? ਚਲੋ ਜੀ, ਉਸ ਤੋਂ ਬਾਅਦ ਦੇਖੋ ਜੀ 1878 ਦੇ ਵਿੱਚ ਫਿਰ ਲਾਰਡ ਲਿਟਨ, ਆਪਾਂ ਕਹਿ ਸਕਦੇ ਕਿ ਜਿੰਨਾ ਨੈਗੇਟਿਵ ਕਰੈਕਟਰ ਤੁਸੀਂ ਬਣਾ ਸਕਦੇ ਲਾਰਡ ਲਿਟਨ ਨੂੰ ਆਪਣੇ ਮਾਈਂਡ ਦੇ ਵਿੱਚ ਬਣਾ ਸਕਦੇ ਹੋ, ਠੀਕ ਹੈ ਜੀ। ਜੋ ਗਲਤ ਕੰਮ ਕੀਤੇ ਨੇ ਜ਼ਿਆਦਾਤਰ ਲਾਰਡ ਲਿਟਨ ਨੇ ਹੀ ਕੀਤੇ ਨੇ, ਠੀਕ ਹੈ ਜੀ। 1857 ਤੋਂ ਬਾਅਦ ਦੀ ਗੱਲ ਕਰ ਰਹੇ ਹਾਂ। ਨੈਕਸਟ ਦੇਖੋ ਜੀ, ਗੱਲ ਕਰੀਏ ਆਪਾਂ 1878 ਦੇ ਵਿੱਚ ਫਿਰ ਤੋਂ ਇਹਨਾਂ ਨੇ ਕੀ ਕੀਤਾ, ਇੰਡੀਅਨ ਸਿਵਲ ਸਰਵਿਸਿਜ਼ ਜਿਹੜਾ ਸੀਗਾ ਐਗਜ਼ਾਮ, ਉਹਦੀ ਉਮਰ ਹੀ ਘਟਾਤੀ। ਉਹਦੀ ਉਮਰ ਘਟਾ ਕੇ ਕਿੰਨੀ ਕਰਤੀ, 21 ਸਾਲ ਤੋਂ 19 ਸਾਲ ਕਰਤੀ। ਜਦ ਕਿ ਹੋਣਾ ਕੀ ਚਾਹੀਦਾ ਸੀ 21 ਤੋਂ 23 ਸਾਲ ਕਰੋ। ਇੱਕ ਤਾਂ ਤੁਹਾਡਾ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਐਗਜ਼ਾਮ ਇੰਗਲਿਸ਼ 'ਚ ਦੇਣਾ, ਦੂਜਾ ਇੰਡੀਆ ਦਾ ਕੁਝ ਪੜ੍ਹਨਾ ਹੀ ਨਹੀਂ, ਤੁਹਾਡਾ ਪੜ੍ਹਨਾ ਸਾਰਾ ਲਿਟਰੇਚਰ, ਠੀਕ ਹੈ ਜੀ। ਤੀਜੀ ਗੱਲ ਜਾ ਕੇ ਲੰਡਨ 'ਚ ਦੇਣਾ ਪੈਂਦਾ ਸੀ, ਡਿਫਿਕਲਟ ਐਗਜ਼ਾਮ ਹੈ। ਹੁਣ ਇਹ ਤਾਂ ਏਜ ਜਿਹੜੀ ਹੈ ਘਟਾਈ ਗਈ ਹੈ, ਉਮਰ 21 ਤੋਂ 19 ਕਰਤੀ। ਇਹ ਤਾਂ ਸਾਫ਼ ਹੀ ਦਿਖ ਰਿਹਾ ਕਿ ਕੋਈ ਇੰਡੀਅਨ ਜਿਹੜਾ ਹੈ ਇਹਨੂੰ ਪਾਸ ਹੀ ਨਾ ਕਰ ਸਕੇ, ਤਾਂ ਹੀ ਕੀਤਾ ਗਿਆ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਜੀ, ਲਾਰਡ ਲਿਟਨ ਆਪਾਂ ਡਿਸਕਸ ਕਰ ਲਿਆ। ਇਲਬਰਟ ਬਿਲ ਕੰਟਰੋਵਰਸੀ। ਹੁਣ ਇਲਬਰਟ ਬਿਲ ਕੰਟਰੋਵਰਸੀ ਜਿਹੜਾ ਆਪਾਂ ਲਾਰਡ ਲਿਟਨ ਦੀ ਗੱਲ ਕੀਤੀ ਸੀ ਨਾ, ਲਾਰਡ ਲਿਟਨ ਤੋਂ ਬਾਅਦ ਆਣਗੇ ਲਾਰਡ ਰਿਪਨ, ਠੀਕ ਹੈ ਜੀ। ਇਹ ਸਾਰੇ ਗਵਰਨਰ ਜਨਰਲ ਜਿਹੜੇ ਇੰਪੋਰਟੈਂਟ ਨੇ, ਆਪਾਂ 1857 ਤੋਂ ਜਿਹੜੇ ਬਾਅਦ ਵਾਲੇ ਨੇ ਇਹ ਅਲੱਗ ਤੋਂ ਕਰਾਂਗੇ ਆਪਾਂ, ਠੀਕ ਹੈ ਜੀ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਜੀ ਲਾਰਡ ਰਿਪਨ। ਹੁਣ ਲਾਰਡ ਰਿਪਨ ਤੁਸੀਂ ਥੋੜਾ ਜਿਹਾ ਇਹਨਾਂ ਦੀ ਜਿਹੜੀ ਇਮੇਜ ਆਪਣੇ ਮਾਈਂਡ ਦੇ ਵਿੱਚ ਪੋਜ਼ਿਟਿਵ ਬਣਾ ਸਕਦੇ ਹੋ, ਵੀ ਚੰਗੇ ਕੰਮ ਕਰਨੇ। ਵਿਲੀਅਮ ਬੈਂਟਿਕ ਤੋਂ ਬਾਅਦ ਜੇ ਕਿਸੇ ਦੀ ਪੋਜ਼ਿਟਿਵ ਇਮੇਜ ਅੰਗਰੇਜ਼ਾਂ 'ਚ ਬਣਾਉਣੀ ਹੈ ਨਾ, ਉਹ ਰਿਪਨ ਦੀ ਬਣਾ ਲਓ, ਠੀਕ ਹੈ ਜੀ। ਕਿਉਂਕਿ ਜਿਹੜਾ ਵਰਨੈਕੂਲਰ ਪ੍ਰੈਸ ਐਕਟ ਸੀਗਾ ਜਿਹੜਾ ਲਿਟਨ ਨੇ ਲਾਇਆ ਸੀ, ਇਹ ਰਿਪਨ ਨੇ ਆ ਕੇ ਕੀ ਕਰਤਾ ਸੀ, ਰਿਪੀਲ ਕਰਤਾ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਰਿਪਨ ਚੰਗਾ ਬੰਦਾ ਸੀ, ਉਹਨੇ ਕੀ ਕੀਤਾ, ਇੱਕ ਬਿੱਲ ਲੈ ਕੇ ਆਇਆ ਜਿਹਨੂੰ ਕਿਹਾ ਜਾਂਦਾ ਇਲਬਰਟ ਬਿੱਲ, ਜਿਸਨੂੰ ਕੀ ਕਿਹਾ ਜਾਂਦਾ, ਇਲਬਰਟ ਬਿੱਲ ਕਿਹਾ ਜਾਂਦਾ। ਹੁਣ ਇਲਬਰਟ ਬਿੱਲ ਕੰਟਰੋਵਰਸੀ ਹੋਈ ਕੀ, ਦੇਖੋ ਜੀ, ਇੰਡੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਜਾਂ ਤਾਂ ਯੂਰੋਪੀਅਨ ਨੇ ਜਾਂ ਫਿਰ ਕੌਣ ਨੇ, ਇੰਡੀਅਨਸ ਨੇ। ਹੁਣ ਕੋਈ ਵੀ ਕੋਈ ਗਲਤੀ ਕਰ ਰਿਹਾ ਹੈ, ਕੋਈ ਯੂਰੋਪੀਅਨ ਗਲਤੀ ਕਰ ਰਿਹਾ, ਕੋਈ ਇੰਡੀਅਨ ਗਲਤੀ ਕਰ ਰਿਹਾ ਹੈ, ਕਾਨੂੰਨ ਦੇ ਸਾਹਮਣੇ ਤੋਂ ਤਾਂ ਦੋਨੋਂ ਕੀ ਹੋਣੇ ਚਾਹੀਦੇ ਨੇ, ਇਕੁਅਲ ਹੋਣੇ ਚਾਹੀਦੇ ਨੇ। ਕਾਨੂੰਨ ਦੇ ਵਿੱਚ ਸਾਹਮਣੇ ਇਕੁਅਲ ਹੀ ਨੇ, ਕੋਈ ਯੂਰੋਪੀਅਨ ਨਹੀਂ, ਕੋਈ ਇੰਡੀਅਨ ਨਹੀਂ। ਜੇ ਗੱਲ ਕਰੀਏ ਯੂਰੋਪੀਅਨ ਦੀ, ਪਰ ਇੱਥੇ ਚੱਲ ਕੀ ਰਿਹਾ ਸੀ, ਇੰਡੀਅਨਸ ਜਿਹੜੇ ਨੇ, ਕਿੰਨੀ ਇੰਡੀਆ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਸੀ, ਕਿੰਨਾ ਇੰਡੀਅਨਸ ਦੇ ਨਾਲ ਭੇਦਭਾਵ ਹੁੰਦਾ ਸੀ। ਜਿਹੜੇ ਇੰਡੀਅਨ ਜੱਜ ਸੀਗੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਸਿਰਫ ਜਿਹੜਾ ਹੈ ਇੰਡੀਅਨਸ ਨੂੰ ਹੀ ਸਜ਼ਾ ਦੇ ਸਕਦੇ ਹੋ, ਤੁਸੀਂ ਜਿਹੜਾ ਹੈ ਯੂਰੋਪੀਅਨ ਨੂੰ ਸਜ਼ਾ ਨਹੀਂ ਦੇ ਸਕਦੇ। ਕੋਈ ਵੀ ਉਹਨੇ ਗੁਨਾਹ ਕੀਤਾ ਹੋਏਗਾ, ਯੂਰੋਪੀਅਨ ਨੂੰ ਸਜ਼ਾ ਜਿਹੜਾ ਹੈ ਯੂਰੋਪੀਅਨ ਜੱਜ ਹੀ ਦੇਗਾ, ਇੰਡੀਅਨ ਜੱਜ ਨਹੀਂ ਦੇ ਸਕਦਾ। ਪਰ ਕੋਈ ਯੂਰੋਪੀਅਨ ਜੱਜ ਹੈ, ਉਹ ਯੂਰੋਪੀਅਨ ਨੂੰ ਵੀ ਸਜ਼ਾ ਦੇਗਾ, ਉਹ ਇੰਡੀਅਨ ਨੂੰ ਵੀ ਦੇਗਾ। ਫਿਰ ਉਹ ਇੰਡੀਅਨ ਜੱਜ ਹੀ ਜੱਜ ਕਰਦਾ ਜਿਹੜਾ ਯੂਰੋਪੀਅਨ ਨੂੰ ਸਜ਼ਾ ਹੀ ਨਹੀਂ ਦੇ ਸਕਦਾ। ਤਾਂ ਇਸ ਚੀਜ਼ ਨੂੰ ਖਤਮ ਕਰਨ ਲਈ ਆਇਆ ਸੀਗਾ ਇਲਬਰਟ ਬਿੱਲ। ਕੌਣ ਲੈ ਕੇ ਆਏ ਸੀ, ਲਾਰਡ ਰਿਪਨ ਲੈ ਕੇ ਆਏ ਸੀ, ਠੀਕ ਹੈ ਜੀ। ਯਾਦ ਰੱਖਿਓ ਲਾਰਡ ਰਿਪਨ ਸੀਗੇ, ਇਹਨਾਂ ਨੇ ਕੀ ਕੀਤਾ ਸੀ, ਟੂ ਅਨੇਬਲ ਇੰਡੀਅਨ ਡਿਸਟ੍ਰਿਕਟ ਮੈਜਿਸਟ੍ਰੇਟ ਜੱਜਿਸ ਟੂ ਟਰਾਈ ਯੂਰੋਪੀਅਨਸ ਇਨ ਕ੍ਰਿਮੀਨਲ ਕੇਸਿਸ, ਠੀਕ ਹੈ ਜੀ। ਚੰਗੀ ਚੀਜ਼ ਸ਼ੁਰੂ ਕੀਤੀ ਇਹਨਾਂ ਨੇ, ਪਰ ਜਿੰਨੇ ਵੀ ਯੂਰੋਪੀਅਨ ਸੀ ਨਾ ਇੰਡੀਆ ਤੇ ਬ੍ਰਿਟੇਨ 'ਚ, ਉੱਥੋਂ ਦੀ ਆਈ ਰਿਐਕਸ਼ਨ, ਇਹ ਬਿੱਲ ਵਾਪਸ ਲੈਣਾ ਪੈ ਗਿਆ ਸੀ ਲਾਰਡ ਰਿਪਨ ਨੂੰ। ਕਿਉਂਕਿ ਅੰਗਰੇਜ਼ਾਂ ਦੇ ਵਿੱਚ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਹੀਣ ਭਾਵਨਾ ਸੀ ਕਿ ਸਾਨੂੰ ਇੰਡੀਆ ਥੋੜੀ ਜਿਹੀ ਦੇਣਗੇ ਸਜ਼ਾ, ਅਸੀਂ ਇੰਡੀਅਨ ਨੂੰ ਸਜ਼ਾ ਦੇ ਸਕਦੇ ਹਾਂ, ਸਾਨੂੰ ਯੂਰੋਪੀਅਨ ਦੇ ਦੇਗਾ ਸਜ਼ਾ, ਪਰ ਇੰਡੀਅਨ ਜੱਜ ਸਾਨੂੰ ਥੋੜੀ ਸਜ਼ਾ ਦੇ ਦੇਗਾ, ਅਸੀਂ ਤਾਂ ਇਹਨਾਂ ਤੋਂ ਉੱਪਰ। ਇਸ ਵਾਸਤੇ ਇਲਬਰਟ ਬਿੱਲ ਜਿਹੜਾ ਹੈ ਵਾਪਸ ਲੈਣਾ ਪੈ ਗਿਆ ਸੀ ਲਾਰਡ ਰਿਪਨ ਨੂੰ। ਯਾਦ ਰੱਖਿਓ ਕਿੰਨੇ ਦੇ ਟਾਈਮ ਤੇ ਆਏਗਾ ਇਲਬਰਟ ਬਿੱਲ, ਲਾਰਡ ਰਿਪਨ ਦੇ ਟਾਈਮ ਤੇ ਆਏਗਾ। ਕਲੀਅਰ ਹੈ ਜੀ। ਚਲੋ ਜੀ, ਨੈਕਸਟ ਆਪਾਂ ਦੇਖਾਂਗੇ ਜੀ ਹੁਣ ਐਜੂਕੇਟਿਡ ਕਲਾਸ ਜਿਹੜੀ ਹੈਗੀ, ਲੀਡਰਸ ਨੇ, ਇਹਨਾਂ ਨੇ ਦੇਖਿਆ ਕਿ ਲੋਕਾਂ ਨੂੰ ਹੁਣ ਅਵੇਅਰ ਕੀਤਾ। ਅਵੇਅਰ ਕਰਨਾ ਕਿਵੇਂ ਹੈ, ਪੋਲੀਟੀਕਲ ਐਸੋਸੀਏਸ਼ਨ ਚਾਹੀਦੀ ਹੈ, ਪੋਲੀਟੀਕਲ ਪਾਰਟੀਜ਼ ਬਣਾਈਆਂ ਜਾਣਗੀਆਂ, ਪੋਲੀਟੀਕਲ ਐਸੋਸੀਏਸ਼ਨ ਬਣਾਉਣੀਆਂ ਸ਼ੁਰੂ ਕਰਨਗੇ। ਹੁਣ ਦੇਖੋ ਜੀ, ਜੇ ਗੱਲ ਕਰਦੇ ਆਪਾਂ ਪੋਲੀਟੀਕਲ ਐਸੋਸੀਏਸ਼ਨਸ ਦੀ, ਤਾਂ ਸ਼ੁਰੂ ਦੇ ਵਿੱਚ ਹੀ ਕੋਈ ਇੱਕ ਵੱਡੀ ਆਲ ਇੰਡੀਆ ਲੈਵਲ ਦੀ ਐਸੋਸੀਏਸ਼ਨ ਨਹੀਂ ਬਣੇਗੀ।
ਜੇ ਗੱਲ ਕਰਾਂਗੇ ਪੋਲੀਟੀਕਲ ਐਸੋਸੀਏਸ਼ਨਸ ਤਾਂ ਆਪਾਂ ਦੇਖਾਂਗੇ ਕਿ ਛੋਟੀਆਂ ਆਰਗੇਨਾਈਜੇਸ਼ਨਸ ਬਣ ਗਈਆਂ। ਜਿਵੇਂ ਬੰਗਾਲ ਦੇ ਲੀਡਰ ਨੇ ਬੰਗਾਲ ਦੇ ਵਿੱਚ ਪਾਰਟੀ ਬਣਾ ਲੈਣਗੇ, ਮਹਾਰਾਸ਼ਟਰ ਦੇ ਨੇ ਮਹਾਰਾਸ਼ਟਰ 'ਚ ਬਣਾ ਲੈਣਗੇ, ਮਦਰਾਸ ਦੇ ਨੇ ਮਦਰਾਸ 'ਚ ਬਣਾ ਲੈਣਗੇ। ਪਰ ਜੇ ਗੱਲ ਕਰੀਏ ਸਾਰੇ ਇੰਡੀਆ ਦੀ, ਬ੍ਰਿਟਿਸ਼ਰ ਤਾਂ ਸਾਰੇ ਇੰਡੀਆ ਨੂੰ ਹੀ ਲੁੱਟ ਰਹੇ ਨੇ ਨਾ। ਬ੍ਰਿਟਿਸ਼ਰ ਜਿਹੜੇ ਨੇ ਸਾਰੇ ਇੰਡੀਆ ਨੂੰ ਲੁੱਟ ਰਹੇ ਨੇ। ਜਿਹੜੇ ਬੰਗਾਲ ਦੀ ਪਾਰਟੀ ਹੈ ਉਹਦਾ ਕਿੰਨਾ ਕੁ ਵੱਡਾ ਹੀ ਆਪਾਂ ਕਹਿ ਸਕਦੇ ਹਾਂ ਕਿ ਸਫੇਅਰ ਹੋਏਗਾ। ਉਹਦਾ ਬੰਗਾਲ ਦੇ ਹੀ ਜਿੰਨੇ ਵੀ ਆਪਾਂ ਕਹਿ ਸਕਦੇ ਕਿ ਗਲਤ ਕੰਮ ਹੋ ਰਹੇ ਨੇ ਉਹ ਉਹਨੂੰ ਹੀ ਦੇਖੇਗੀ, ਬੰਬੇ ਵਾਲੀ ਬੰਬੇ ਨੂੰ ਹੀ ਦੇਖੇਗੀ, ਮਦਰਾਸ ਵਾਲੀ ਮਦਰਾਸ ਨੂੰ ਹੀ ਦੇਖੇਗੀ, ਤਾਂ ਇੰਡੀਆ ਨੂੰ ਕੌਣ ਦੇਖੇਗਾ। ਤਾਂ ਮਤਲਬ ਪਹਿਲਾਂ ਰੀਜਨਲ ਪਾਰਟੀਆਂ ਛੋਟੀਆਂ ਬਣਨਗੀਆਂ, ਫਿਰ ਇੱਕ ਮੰਗ ਉੱਠੇਗੀ ਕਿ ਬਸ ਜੀ ਛੋਟੀਆਂ ਪਾਰਟੀਆਂ ਦਾ ਬਹੁਤ ਹੋਇਆ, ਸਾਨੂੰ ਇੱਕ ਵੱਡੀ ਪਾਰਟੀ ਚਾਹੀਦੀ ਹੈ। ਉਹ ਵੱਡੀ ਪਾਰਟੀ ਆਪਾਂ ਦੇਖਾਂਗੇ ਇੰਡੀਅਨ ਨੈਸ਼ਨਲ ਕਾਂਗਰਸ ਬਣੇਗੀ। ਠੀਕ ਹੈ ਜੀ। ਜੇ ਗੱਲ ਕਰੀਏ ਰੀਜਨਲ ਪਾਰਟੀਆਂ ਦੀ, ਕਿੱਥੋਂ ਦੇ ਕੁਐਸਚਨ ਪਾਏ ਜਾਂਦੇ ਨੇ, ਤਾਂ ਪਹਿਲਾਂ ਤੁਹਾਨੂੰ ਇਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ, ਫਿਰ ਇਹਨਾਂ ਦੇ ਫਾਊਂਡਰ ਪਤਾ ਹੋਣੇ ਚਾਹੀਦੇ ਨੇ ਬਸ। ਕਿਉਂਕਿ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਆਲ ਇੰਡੀਆ ਲੈਵਲ ਦੀ ਪਾਰਟੀ ਬਣੇਗੀ ਜਿਹੜੀ ਸਾਨੂੰ ਕੀ ਕਹਿ ਸਕਦੇ ਆਜ਼ਾਦੀ ਦਿਵਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਹੋਏਗੀ, ਜਿਹਨੂੰ ਆਪਾਂ ਕਹਾਂਗੇ ਇੰਡੀਅਨ ਨੈਸ਼ਨਲ ਕਾਂਗਰਸ। ਕਲੀਅਰ। ਚਲੋ ਜੀ ਗੱਲ ਕਰਦੇ ਹਾਂ ਰੀਜਨਲ ਪਾਰਟੀਆਂ ਦੀ। ਤਾਂ ਸਭ ਤੋਂ ਪਹਿਲਾਂ ਬੰਗਾਲ ਤੋਂ ਸ਼ੁਰੂ ਕਰਦੇ ਹਾਂ ਆਪਾਂ। ਤਾਂ ਬੰਗਾਲ ਦੇ ਵਿੱਚ ਦੇਖੋ ਜੀ, ਸਭ ਤੋਂ ਪਹਿਲਾਂ ਬਣਾਈ ਜਾਏਗੀ ਬੰਗ ਭਾਸ਼ਾ ਪ੍ਰਸ਼ਿਕਸ਼ਾ ਸਭਾ। ਠੀਕ ਹੈ ਜੀ। ਕੌਣ ਬਣਾਣਗੇ, ਨਾਮ ਯਾਦ ਰੱਖ ਲਿਓ, ਰਾਜਾ ਰਾਮ ਮੋਹਨ ਰਾਏ। ਕਿਉਂਕਿ ਰਾਜਾ ਰਾਮ ਮੋਹਨ ਰਾਏ ਨੇ ਜਿਹੜਾ ਆਪਾਂ ਲਾਸਟ ਕਲਾਸ ਦੇ ਵਿੱਚ ਬ੍ਰਹਮੋ ਸਮਾਜ ਦੇ ਨਾਲ ਐਸੋਸੀਏਟਿਡ ਸੀ। ਕਲੀਅਰ ਹੈ ਜੀ। ਚਲੋ ਜੀ ਕਰਨਗੇ ਕੀ ਹੈ, ਇਹਦੇ ਵਿੱਚ ਕੁਝ ਨਹੀਂ ਕਰ ਰਹੇ, ਟੂ ਰਿਵਿਊ ਦੀ ਗਵਰਨਮੈਂਟ ਪਾਲਿਸੀਜ਼। ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਬੰਗਾਲ ਦੀ ਗੱਲ ਕਰਾਂਗੇ ਤਾਂ ਆਪਾਂ ਨੂੰ ਦੇਖਣ ਨੂੰ ਮਿਲੇਗੀ ਰੀਜਨਲ ਆਰਗੇਨਾਈਜੇਸ਼ਨ, ਜਿਵੇਂ ਕਿ ਜ਼ਮੀਂਦਾਰੀ ਐਸੋਸੀਏਸ਼ਨ। ਨਾਮ ਤੋਂ ਹੀ ਕਲੀਅਰ ਹੋ ਰਿਹਾ, ਜ਼ਮੀਂਦਾਰੀ ਐਸੋਸੀਏਸ਼ਨ ਕਿਹਨਾਂ ਨਾਲ ਰਿਲੇਟਡ ਹੋਣਗੇ, ਜ਼ਮੀਂਦਾਰਾਂ ਦੇ ਨਾਲ ਹੀ ਰਿਲੇਟਡ ਨੇ। ਠੀਕ ਹੈ ਜੀ। ਕੁਐਸਚਨ ਕੀ ਆਏਗਾ, ਕੁਐਸਚਨ ਆ ਜਾਏਗਾ ਜਿਵੇਂ ਕਿ ਦੇਖੋ ਜੀ, ਇਹੀ ਜ਼ਮੀਂਦਾਰੀ ਐਸੋਸੀਏਸ਼ਨ ਨੂੰ ਹੋਰ ਕੀ ਬੋਲਿਆ ਜਾਂਦਾ, ਇਹਨੂੰ ਕਿਹਾ ਜਾਏਗਾ ਲੈਂਡ ਹੋਲਡਰਸ ਸੁਸਾਇਟੀ ਵੀ ਕਿਹਾ ਜਾਂਦਾ ਹੈ। ਕਲੀਅਰ। ਕੁਐਸਚਨ ਕੀ ਆ ਜਾਏਗਾ, ਇਹਨਾਂ ਦੇ ਫਾਊਂਡਰ ਦੱਸ ਦਿਓ। ਤਾਂ ਇਹਨਾਂ ਦੇ ਫਾਊਂਡਰ ਨਾਮ ਯਾਦ ਰੱਖ ਲਿਓ, ਦਵਾਰਕਾਨਾਥ ਟੈਗੋਰ, ਠੀਕ ਹੈ ਜੀ, ਰਾਧਾਕਾਂਤ ਦੇਵ ਤੇ ਪ੍ਰਸੰਨਾ ਕੁਮਾਰ ਟੈਗੋਰ। ਤਿੰਨ ਬੰਦੇ ਨੇ, ਫਾਊਂਡਰ ਨੇ, ਯਾਦ ਰੱਖਣੇ ਨੇ। ਇੰਪੋਰਟੈਂਟ ਕੁਐਸਚਨ, ਫੈਕਚੁਅਲ ਕੁਐਸਚਨ ਜਿਹੜਾ ਪੰਜਾਬ ਵਾਲੇ ਬਹੁਤ ਈਜ਼ੀਲੀ ਤੁਹਾਨੂੰ ਪੁੱਛ ਲੈਂਦੇ ਨੇ। ਕਲੀਅਰ। ਚਲੋ ਜੀ ਨੈਕਸਟ ਗੱਲ ਕਰਦੇ ਜੀ ਰੀਜਨਲ ਪਾਰਟੀਆਂ ਹੋਰ, ਜਿਵੇਂ ਕਿ ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ। ਠੀਕ ਹੈ ਜੀ। ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ ਬਣਾਈ ਜਾਏਗੀ। ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਕ੍ਰੋਨੋਲੋਜੀ ਦੇ ਵਿੱਚ ਥੋੜਾ ਜਿਹਾ ਅੱਗੇ ਚਲੋ, ਤਾਂ ਆਪਾਂ ਦੇਖਾਂਗੇ ਬ੍ਰਿਟਿਸ਼ ਇੰਡੀਆ ਸੁਸਾਇਟੀ ਐਸੋਸੀਏਸ਼ਨ ਬਣੇਗੀ। ਹੁਣ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਹੋਰ ਕੁਝ ਨਹੀਂ, ਜਿਹੜੀ ਆਪਾਂ ਪਿੱਛੇ ਗੱਲ ਕੀਤੀ ਸੀ ਲੈਂਡਲੋਰਡ ਵਾਲੀ ਐਸੋਸੀਏਸ਼ਨ, ਆ ਜਿਹੜੀ ਆਪਣੀ ਜ਼ਮੀਂਦਾਰੀ ਐਸੋਸੀਏਸ਼ਨ ਹੈ ਜਿਹਨੂੰ ਆਪਾਂ ਲੈਂਡਲੋਰਡ ਐਸੋਸੀਏਸ਼ਨ ਵੀ ਕਹਾਂਗੇ, ਇਹ ਤੇ ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ, ਇਹ ਦੋਨੋਂ ਮਿਲਕੇ ਕੀ ਕਰਨਗੇ, ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਬਣ ਜਾਏਗੀ। ਠੀਕ ਹੈ ਜੀ। ਇੰਪੋਰਟੈਂਟ ਹੈ, ਘੱਟ ਇੰਪੋਰਟੈਂਟ ਹੈ, ਬਸ ਥੋੜਾ ਜਿਹਾ ਮਾਈਂਡ ਦੇ ਵਿੱਚ ਹੋਣਾ ਚਾਹੀਦਾ ਵੀ ਕਿਹੜੀ ਸਾਈਡ ਦੇ ਨੇ। ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਬੰਗਾਲ 'ਚ ਬਣੀ ਸੀ, ਦੋ ਆਰਗੇਨਾਈਜੇਸ਼ਨ ਨੂੰ ਮਰਜ ਕਰਕੇ ਬਣੀ ਸੀ। ਕਲੀਅਰ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ ਈਸਟ ਇੰਡੀਆ ਐਸੋਸੀਏਸ਼ਨ। ਇੰਪੋਰਟੈਂਟ ਹੈ, ਬਿਲਕੁਲ ਇੰਪੋਰਟੈਂਟ ਹੈ। ਕੁਝ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਬਾਰ-ਬਾਰ ਰਿਪੀਟਡ ਕੁਐਸਚਨਸ ਪੁੱਛੇ ਜਾਂਦੇ ਨੇ ਸਾਨੂੰ ਪੇਪਰਾਂ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਈਸਟ ਇੰਡੀਆ ਐਸੋਸੀਏਸ਼ਨ। ਠੀਕ ਹੈ ਜੀ। ਈਸਟ ਇੰਡੀਆ ਐਸੋਸੀਏਸ਼ਨ ਕੌਣ ਬਣਾਉਣਗੇ, ਦਾਦਾ ਭਾਈ ਨਰੋਜੀ। ਆਪਾਂ ਕਿੱਥੇ ਪੜ੍ਹ ਕੇ ਆਏ, ਦਾਦਾ ਭਾਈ ਨਰੋਜੀ, ਪਾਰਸੀਜ਼ ਦੀ ਰਿਫਾਰਮ ਮੂਵਮੈਂਟ ਦੇ ਵਿੱਚ ਨਾਮ ਪੜ੍ਹ ਕੇ ਆਏ ਸੀ, ਦਾਦਾ ਭਾਈ ਨਰੋਜੀ। ਕਲੀਅਰ। ਹੁਣ ਜਿਹੜੀ ਈਸਟ ਇੰਡੀਆ ਐਸੋਸੀਏਸ਼ਨ ਹੈ, ਪਹਿਲੀ ਗੱਲ ਇਹ ਇੰਡੀਆ 'ਚ ਨਹੀਂ ਬਣੀ, ਇਹ ਬਣਾਈ ਜਾਏਗੀ ਲੰਡਨ 'ਚ। ਈਸਟ ਇੰਡੀਆ ਐਸੋਸੀਏਸ਼ਨ ਜਿਹੜੀ ਹੈ ਲੰਡਨ 'ਚ ਬਣਾਈ ਜਾਏਗੀ। ਕਿਉਂ ਆਪਾਂ ਕਹਿ ਸਕਦੇ, ਕਿਉਂਕਿ ਦਾਦਾ ਭਾਈ ਨਰੋਜੀ ਨੂੰ ਇਹ ਲੱਗਦਾ ਹੋਵੇਗਾ ਕਿ ਜਿਹੜੇ ਅੰਗਰੇਜ਼ ਨੇ ਇਹ ਅਲੱਗ ਨੇ। ਕਿਵੇਂ ਅਲੱਗ ਨੇ, ਜਿਹੜੇ ਇੰਡੀਆ 'ਚ ਲੁੱਟ ਰਹੇ ਨੇ ਉਹ ਅਲੱਗ ਨੇ, ਪਰ ਜਿਹੜੇ ਇੱਥੇ ਲੰਡਨ 'ਚ ਲੋਕ ਨੇ ਨਾ ਇਹ ਸਹੀ ਨੇ। ਜੇ ਮੈਂ ਆਪਾਂ ਕਹੀਏ ਕਿ ਦਾਦਾ ਭਾਈ ਨਰੋਜੀ ਉਹ ਸੋਚਦੇ ਹੋਣਗੇ ਕਿ ਅਸੀਂ ਇਹ ਲੰਡਨ ਦੇ ਲੋਕਾਂ ਨੂੰ ਦੱਸਦੇ ਹਾਂ ਕਿ ਉੱਥੇ ਸਾਡੇ ਨਾਲ ਕੀ ਹੋ ਰਿਹਾ, ਤਾਂ ਕਿਤੇ ਨਾ ਕਿਤੇ ਸਾਡੀ ਹੈਲਪ ਕਰਨਗੇ। ਇਸ ਵਾਸਤੇ ਇਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਈਸਟ ਇੰਡੀਆ ਐਸੋਸੀਏਸ਼ਨ। ਪਰ ਉਹਨਾਂ ਨੂੰ ਨਹੀਂ ਸ਼ਾਇਦ ਪਤਾ ਹੋਣਾ ਕਿ ਇਹਦਾ ਕਰਾਊਨ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਹੈ ਉੱਥੋਂ ਹੀ ਚੱਲਦਾ ਆ ਰਿਹਾ। ਠੀਕ ਹੈ ਜੀ। ਪਰ ਉਹ ਚਾਹੁੰਦੇ ਸੀ ਕਿ ਜਿਹੜੇ ਉੱਥੇ ਦੇ ਆਮ ਲੋਕ ਨੇ ਨਾ ਲੰਡਨ ਦੇ, ਉਹਨਾਂ ਨੂੰ ਦੱਸਿਆ ਜਾਏ ਕਿ ਸਾਡੇ ਨਾਲ ਕੀ ਹੋ ਰਿਹਾ, ਤਾਂ ਇਹ ਪ੍ਰੈਸ਼ਰ ਪਾਣਗੇ ਗਵਰਨਮੈਂਟ ਦੇ ਉੱਪਰ ਕਿ ਇੰਡੀਆ ਦੀ ਵੈਲਫੇਅਰ ਕਰੋ, ਇੰਡੀਆ ਨੂੰ ਇੰਨਾ ਨਾ ਲੁੱਟੋ। ਕਲੀਅਰ। ਤਾਂ ਯਾਦ ਰੱਖਿਓ ਈਸਟ ਇੰਡੀਆ ਐਸੋਸੀਏਸ਼ਨ ਕਿਹਨਾਂ ਨੇ ਫਾਊਂਡ ਕੀਤੀ ਸੀ, ਦਾਦਾ ਭਾਈ ਨਰੋਜੀ ਨੇ ਕੀਤੀ ਸੀ। ਕਿੱਥੇ ਕੀਤੀ ਸੀ, ਲੰਡਨ ਦੇ ਵਿੱਚ ਕੀਤੀ ਸੀ। ਠੀਕ ਹੈ ਜੀ। ਚਲੋ ਜੀ ਨੈਕਸਟ ਪੂਨਾ ਸਾਰਵਜਨਿਕ ਸਭਾ। ਠੀਕ ਹੈ ਜੀ। ਆ ਗਿਆ ਆਪਾਂ ਹੁਣ ਕਿਧਰਲੇ ਪਾਸੇ, ਮਹਾਰਾਸ਼ਟਰ ਵਾਲੀ ਸਾਈਡ ਆ ਗਏ। ਪੂਨਾ ਸਾਰਵਜਨਿਕ ਸਭਾ ਨਾਮ ਯਾਦ ਰੱਖਿਓ ਕਿ ਕਿਹਨਾਂ ਨੇ ਫਾਊਂਡ ਕੀਤੀ ਸੀ, MG ਰਾਣਾਡੇ, ਗਣੇਸ਼ ਵਾਸੁਦੇਵ ਜੋਸ਼ੀ। ਠੀਕ ਹੈ ਜੀ। GV ਜੋਸ਼ੀ, ਦੋ ਨਾਮ ਨੇ, ਯਾਦ ਰੱਖਣੇ ਨੇ। ਆਪਾਂ ਕਰਨਗੇ ਕੀ, ਸੇਮ ਹੀ ਚੀਜ਼ ਕਰਨਗੇ। ਅਜੇ ਕੋਈ ਲੰਬੀ ਵੱਡੀ ਆਪਾਂ ਕਹਿ ਸਕਦੇ ਆਜ਼ਾਦੀ ਦੀ ਗੱਲ ਮੰਗ ਨਹੀਂ ਹੋ ਰਹੀ। ਅਜੇ ਬ੍ਰਿਟਿਸ਼ਰਸ ਦੀ ਜੋ ਵੀ ਪਾਲਿਸੀਜ਼ ਹੋਣਗੀਆਂ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਏਗਾ। ਉਹਨਾਂ ਤੋਂ ਛੋਟੀ ਮੋਟੀ ਡਿਮਾਂਡਸ ਜਿਹੜੀਆਂ ਨੇ, ਲੋਕਲ ਡਿਮਾਂਡਸ ਜਿਹੜੀਆਂ ਨੇ ਉਹੀ ਮਨਵਾਈਆਂ ਜਾਣਗੀਆਂ। ਕਲੀਅਰ। ਅਜੇ ਕੋਈ ਆਜ਼ਾਦੀ ਦੀ ਗੱਲ ਨਹੀਂ ਹੋ ਰਹੀ। ਕਾਂਗਰਸ ਵੀ ਬਣ ਜਾਏ, ਕਾਂਗਰਸ ਵੀ ਆਜ਼ਾਦੀ ਨਹੀਂ ਮੰਗ ਰਹੀ, ਉਹ ਬਸ ਲੋਕਾਂ ਨੂੰ ਵੀ ਸਰ ਲੋਕਾਂ ਨੂੰ ਲੁੱਟੋ ਘੱਟ, ਰਿਫਾਰਮਸ ਦੇ ਦਿਓ, ਸਾਨੂੰ ਪਾਵਰ ਦੇ ਦਿਓ, ਲੋਕਾਂ ਦਾ ਕੁਝ ਭਲਾ ਕਰ ਦਿਓ, ਇਹੀ ਗੱਲਾਂ ਹੋਣਗੀਆਂ। ਆਜ਼ਾਦੀ ਦੀ ਗੱਲ ਅਜੇ ਦੂਰ ਦੂਰ ਤੱਕ ਨਹੀਂ ਕਰਨੀ ਆਪਾਂ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਆਪਾਂ ਦੇਖਦੇ ਹਾਂ ਜੀ ਇਸ ਤੋਂ ਇਲਾਵਾ ਕੁਝ ਹੋਰ ਆਰਗੇਨਾਈਜੇਸ਼ਨਸ, ਜਿਵੇਂ ਕਿ ਐਜ਼ ਇਟ ਇਜ਼ ਨਾ ਆਪਾਂ ਨੂੰ ਪੰਜਾਬ ਦੇ ਪੇਪਰਾਂ ਦੇ ਵਿੱਚ ਫੈਕਚੁਅਲ ਕੁਐਸਚਨ ਆ ਜਾਂਦੇ ਨੇ।
ਉਹ ਫੈਕਚੁਅਲ ਕੁਐਸਚਨਸ ਦੇ ਲਈ ਆਪਾਂ ਨੂੰ ਇਹ ਜਿਹੜੀ ਆਰਗੇਨਾਈਜੇਸ਼ਨ ਨੇ ਇਹ ਪੜ੍ਹਨੀਆਂ ਪੈਂਦੀਆਂ ਐਜ਼ ਇਟ ਇਜ਼, ਠੀਕ ਹੈ ਜੀ। ਜਿਵੇਂ ਕਿ ਦੇਖੋ ਇੰਡੀਅਨ ਐਸੋਸੀਏਸ਼ਨ ਜਿਹੜੀ ਹੈ ਇੱਕ ਆਲ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਕਾਂਗਰਸ ਤੋਂ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੰਡੀਆ ਐਸੋਸੀਏਸ਼ਨ, ਠੀਕ ਹੈ ਜੀ, ਫੇਲ ਹੋ ਗਈ ਸੀ। ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਆਲ ਇੰਡੀਆ ਲੈਵਲ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਫੇਲ ਹੋ ਗਈ ਸੀ। ਬਣਾਈ ਕਿਹਨਾਂ ਨੇ ਸੀ ਤਾਂ ਯਾਦ ਰੱਖਿਓ ਸੁਰਿੰਦਰਨਾਥ ਬੈਨਰਜੀ ਨੇ ਤੇ ਆਨੰਦ ਮੋਹਨ ਬੋਸ ਨੇ, ਠੀਕ ਹੈ ਜੀ। ਯਾਦ ਰੱਖਿਓ ਦੋ ਨਾਮ ਜਿਨ੍ਹਾਂ ਨੇ ਆਰਗੇਨਾਈਜੇਸ਼ਨ ਬਣਾਈ ਸੀ ਇੰਡੀਅਨ ਐਸੋਸੀਏਸ਼ਨ। ਉਸ ਤੋਂ ਇਲਾਵਾ ਆਪਾਂ ਦੇਖਾਂਗੇ ਜੀ ਮਦਰਾਸ ਮਹਾਜਨ ਸਭਾ, ਅਗੇਨ ਰੀਜਨਲ ਆ ਗਈ, ਨੀਚੇ ਮਦਰਾਸ ਦੀ ਸਾਈਡ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ ਮਦਰਾਸ ਮਹਾਜਨ ਸਭਾ। ਕਿਹਨਾਂ ਨੇ ਫਾਊਂਡ ਕੀਤੀ ਸੀ ਤਾਂ ਨਾਮ ਯਾਦ ਰੱਖਿਓ ਸੁਬਰਾਮਨਿਅਮ ਅਈਅਰ, ਪੀ ਆਨੰਦਚਾਰਲੂ ਤੇ ਐਮ ਵਿਰਾਗਚਾਰੀ, ਠੀਕ ਹੈ ਜੀ। ਐਜ਼ ਇਟ ਇਜ਼ ਹੀ ਤੁਹਾਨੂੰ ਤਿੰਨ ਆਪਸ਼ਨ ਦੇ ਦਿੱਤੇ ਜਾਣਗੇ ਤਾਂ ਪੁੱਛ ਲੈਣਗੇ ਕਿ ਮਦਰਾਸ ਮਹਾਜਨ ਸਭਾ ਦੇ ਨਾਲ ਕਿਹੜੇ-ਕਿਹੜੇ ਨਾਮ ਐਸੋਸੀਏਟਿਡ ਨੇ, ਤਾਂ ਤੁਹਾਨੂੰ ਇਹ ਤਿੰਨ ਨਾਮ ਜਿਹੜੇ ਨੇ ਯਾਦ ਹੋਣੇ ਚਾਹੀਦੇ ਨੇ, ਕਲੀਅਰ। ਇਸ ਤੋਂ ਇਲਾਵਾ ਦੇਖਾਂਗੇ ਜੀ ਆਪਾਂ ਦੇਖੋ ਜੀ ਅਗੇਨ ਰੀਜਨਲ ਆ ਗਈ ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ, ਠੀਕ ਹੈ ਜੀ, ਫਾਊਂਡਡ ਬਾय ਫਿਰੋਜ਼ ਸ਼ਾਹ ਮਹਿਤਾ, KT ਤਿਲਾਂਗ ਤੇ ਬਦਰੁਦੀਨ ਤਿਆਬਜੀ। ਐਜ਼ ਇਟ ਇਜ਼ ਹੀ ਤਿੰਨ ਨਾਮ ਜਿਹੜੇ ਨੇ ਯਾਦ ਰੱਖਣੇ ਨੇ। ਫੈਕਚੁਅਲ ਕੁਐਸਚਨਸ ਨੇ, ਇਹਨਾਂ 'ਚ ਜ਼ਿਆਦਾ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਕਿ ਇਹਨਾਂ ਦੇ ਆਬਜੈਕਟਿਵ ਕੀ ਸੀ, ਕੀ ਕੰਮ ਕਰਦੇ ਸੀ, ਸਿੰਪਲ ਯਾਦ ਰੱਖੋ ਕਿ ਆਰਗੇਨਾਈਜੇਸ਼ਨ ਤੇ ਉਹਨਾਂ ਦੇ ਫਾਊਂਡਰਸ, ਕਲੀਅਰ, ਕਿਉਂਕਿ ਇੱਥੋਂ ਹੀ ਤੁਹਾਡੇ ਕੁਐਸਚਨ ਜਿਹੜੇ ਨੇ ਪੈ ਰਹੇ ਨੇ। ਹੁਣ ਇਹ ਆਰਗੇਨਾਈਜੇਸ਼ਨ ਜਿਹੜੀਆਂ ਨੇ ਰੀਜਨਲ ਤਾਂ ਬਣ ਗਈਆਂ, ਲੋਕਲ ਲੈਵਲ ਦੀ ਬਣ ਗਈਆਂ, ਪਰ ਇਸ ਦੇ ਨਾਲ ਕੀ ਹੋ ਰਿਹਾ, ਕੁਝ ਫਾਇਦਾ ਨਹੀਂ ਹੋ ਪਾ ਰਿਹਾ। ਫਾਇਦਾ ਕਦੋਂ ਹੋਏਗਾ, ਇੱਕ ਵੱਡੀ ਪਾਰਟੀ ਬਣਾਏ ਨਾ, ਪੂਰੇ ਇੰਡੀਆ ਦੀ ਇੱਕ ਪਾਰਟੀ ਬਣੇ, ਉਹ ਸਾਰਿਆਂ ਦੀ ਗੱਲ ਕਰੇ ਤਾਂ ਮਤਲਬ ਕਿ ਇੱਥੇ ਸਾਰਿਆਂ ਨੂੰ ਜਿੰਨੇ ਵੀ ਲੀਡਰਸ ਹੋਣਗੇ ਮਦਰਾਸ ਦੇ, ਬੰਬੇ ਦੇ, ਬੰਗਾਲ ਦੇ, ਉਹਨਾਂ ਨੂੰ ਇੱਕ ਚੀਜ਼ ਦਿਖ ਰਹੀ ਹੈ ਕਿ ਆਲ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਬਣਾਣੀ ਹੀ ਪੈਣੀ ਹੈ। ਤਾਂ ਆਪਾਂ ਦੇਖਾਂਗੇ, ਦੇਖੋ ਜੀ ਟਾਈਮ ਆ ਗਿਆ ਆਪਣੇ ਕਦਾ 1885, ਤਾਂ ਅਗਲੇ ਲੈਕਚਰ 'ਚ ਆਪਾਂ ਡਿਸਕਸ ਕਰਾਂਗੇ 1885 ਦੇ ਵਿੱਚ ਇੱਕ ਆਲ ਇੰਡੀਆ ਲੈਵਲ ਦੀ, ਪੈਨ ਇੰਡੀਆ ਲੈਵਲ ਦੀ ਆਰਗੇਨਾਈਜੇਸ਼ਨ ਬਣਾਈ ਜਾਏਗੀ ਜਿਹਨੂੰ ਆਪਾਂ ਕਹਾਂਗੇ ਇੰਡੀਅਨ ਨੈਸ਼ਨਲ ਕਾਂਗਰਸ, ਕਲੀਅਰ ਹੈ ਜੀ। ਫਿਰ ਉਹ ਸਲੋਲੀ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹੈ ਸਾਨੂੰ ਕੀ ਕਰੇਗੀ, ਪਾਵਰ ਜਿਹੜੀ ਹੈ ਕਰਾਊਨ ਤੋਂ ਇੰਡੀਅਨਸ ਵੱਲ ਸ਼ਿਫਟ ਕਰਨ ਵਿੱਚ ਹੈਲਪ ਕਰੇਗੀ, ਕਲੀਅਰ, ਠੀਕ ਹੈ ਜੀ। ਮਿਲਦੇ ਹਾਂ ਜੀ ਫਿਰ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਵੈਰੀ ਮਚ।